ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੁਸੀਂ ਬੜੇ ਲਿਖਿਆ ਸੋ ਸੰਖੇਪ 'ਚ ਹੈ ਲੇਕਿਨ ਬੜੀ ਡਿਸਕ੍ਰਿਪਟਿਵ ਤੁਸੀਂ ਜਿਹੜੀ ਹੈ ਮੇਰੀ ਬਾਰੇ ਦੱਸਿਆ ਹੈ। ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ। ਸੋ ਹੁਣ ਮੈਨੂੰ ਲੱਗਦਾ ਕਿ ਆਲਰੇਡੀ ਲੇਟ ਹੋ ਚੁੱਕੇ ਹਾਂ ਔਰ ਥੋੜਾ ਜਿਹਾ ਮੈਂ ਆਪਣਾ ਲੈਕਚਰ ਵੀ ਲੰਬਾ ਰੱਖਿਆ ਹੋਇਆ ਹੈ ਤੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਸਟਾਰਟ ਕਰ ਸਕਦੇ ਹਾਂ। ਹਾਂਜੀ ਸਰ, ਹਾਂਜੀ। ਓਕੇ ਰਾਈਟ। ਸੋ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਟੀਚਰ ਸਾਹਿਬਾਨ ਜੁੜੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਪੇਸ਼ੈਂਸ ਲਈ। ਔਰ ਜਿਵੇਂ ਕਿ ਤੁਸੀਂ ਸਾਰਿਆਂ ਨੇ ਇੱਕ ਸਰਵੇ ਫਾਰਮ ਭਰਿਆ ਸੀ, ਉਸ ਸਰਵੇ ਫਾਰਮ ਦੌਰਾਨ ਕਾਫੀ ਗੱਲਾਂ ਮੈਂ ਤੁਹਾਡੇ ਤੋਂ ਸਿੱਖੀਆਂ, ਤੁਹਾਡੇ ਤੋਂ ਕਾਫੀ ਗੱਲਾਂ ਮੈਂ ਇਕੱਠੀਆਂ ਕੀਤੀਆਂ ਜਿਹਦੇ ਬਾਰੇ ਅੱਜ ਥੋੜਾ ਜਿਹਾ 10 ਕੁ ਮਿੰਟ ਮੈਂ ਸ਼ੁਰੂਆਤ ਵਿੱਚ ਗੱਲ ਕਰਾਂਗਾ। ਸੋ ਸਭ ਤੋਂ ਪਹਿਲਾਂ ਪ੍ਰੈਜੈਂਟੇਸ਼ਨ ਆਈ ਥਿੰਕ ਮੇਰੀ ਸਭ ਨੂੰ ਵਿਜ਼ੀਬਲ ਹੋਣੀ ਚਾਹੀਦੀ ਹੈ। ਸਕਰੀਨ ਵਿਜ਼ੀਬਲ ਹੈ ਜੀ ਮੇਰੀ? ਹਾਂਜੀ ਸਰ, ਵਿਜ਼ੂਅਲ ਹੈ ਜੀ। ਚਲੋ, ਥੈਂਕ ਯੂ ਵੈਰੀ ਮਚ ਫॉर ਐਕਨੋਲੋजिंग। ਸੋ ਜਿਵੇਂ ਕਿ ਟਾਈਟਲ ਮੈਨੂੰ ਇੱਕ ਦਿੱਤਾ ਗਿਆ ਹੈ ਕਿ ਯੂਜ਼ਿੰਗ NLP ਟੂਲਸ ਐਂਡ ਸੌਫਟਵੇਅਰ ਐਂਡ ਕਾਰਪੋਰਾ ਫॉर द ਪਰਪਸ ਆਫ ਲੈਂਗੁਏਜ ਟੀਚਿੰਗ। ਸੋ ਇਹਦੇ ਵਿੱਚ ਅੱਜ ਮੈਂ ਕੋਸ਼ਿਸ਼ ਕਰਾਂਗਾ, ਮਤਲਬ ਮੈਨੂੰ ਜਿਵੇਂ ਜਿੰਨਾ ਕੁ ਸਵਾ ਘੰਟਾ ਦਿੱਤਾ ਗਿਆ ਉਹਦੇ ਵਿੱਚ ਬਹੁਤ ਕੁਝ ਕਰਨ ਕੋਸ਼ਿਸ਼ ਹੈ ਕਿ ਮੇਰੀ ਕਾਫੀ ਗੱਲਾਂ ਤੁਹਾਨੂੰ ਮੈਂ ਟੱਚ ਕਰ ਦੇਵਾਂ, ਲੇਕਿਨ ਬੀਇੰਗ ਤੁਸੀਂ ਟੀਚਰ ਹੋ ਇਸ ਕਰਕੇ ਜੇ ਆਪਾਂ ਥੋੜੀ ਜਿਹੀ ਵੀ ਤੁਹਾਨੂੰ ਨੌਲੇਜ ਦੇ ਦਿੰਦੇ ਆ ਤਾਂ ਤੁਸੀਂ ਉਹਨੂੰ ਐਕਸਪਲੋਰ ਕਰਕੇ ਬਹੁਤ ਜ਼ਿਆਦਾ ਉਸਨੂੰ ਗੇਨ ਕਰ ਸਕਦੇ ਹੋ। ਸੋ ਮੇਰਾ ਇੰਟੈਂਸ਼ਨ ਇਹ ਨਹੀਂ ਹੋਏਗੀ ਕਿ ਮੈਂ ਇਹਨੂੰ ਬਹੁਤ ਜ਼ਿਆਦਾ ਡੀਪਲੀ ਤੁਹਾਨੂੰ ਐਕਸਪਲੇਨ ਕਰ ਦੇਵਾਂ ਬਿਕੋਜ਼ ਸਮਾਂ ਬਹੁਤ ਘੱਟ ਹੈ, ਬਟ ਮੈਂ ਤੁਹਾਨੂੰ ਇੱਕ ਟੱਚ ਕਰਾਂਗਾ ਹਰੇਕ ਚੀਜ਼ ਨੂੰ ਤਾਂ ਕਿ ਉਸ ਤੋਂ ਬਾਅਦ ਤੁਸੀਂ ਇਹਨੂੰ ਐਕਸਪਲੋਰ ਕਰ ਪਾਵੋ। ਨੋ ਡਾਊਟ ਮੈਂ ਆਪਣੀ ਪ੍ਰੈਜੈਂਟੇਸ਼ਨ ਵੀ ਪਵਨ ਜੀ ਦੇ ਥਰੂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਵਾ ਦਾਂਗਾ ਤਾਂ ਕਿ ਬਾਅਦ ਚੋਂ ਵੀ ਤੁਸੀਂ ਇਹਨੂੰ ਰੈਫਰ ਬੈਕ ਕਰ ਸਕਦੇ ਹੋ ਔਰ ਮੈਨੂੰ ਉਮੀਦ ਹੈ ਕਿ ਇਹ ਕਾਫੀ ਤੁਹਾਡੇ ਵਾਸਤੇ ਲਾਹੇਵੰਦ ਹੋਏਗੀ। ਸੋ ਸਟਾਰਟ ਕਰਦੇ ਹਾਂ ਕਿ ਆਪਾਂ ਇਹ ਇਨਫੋਰਮੇਸ਼ਨ ਜਿਹੜੀ ਹੈ ਮੈਂ ਤੁਹਾਡੇ ਹੀ ਸਰਵੇ ਫਾਰਮ ਤੋਂ ਹੀ ਇਕੱਠੀ ਕੀਤੀ ਹੈ ਕਿ ਕਿਹੜੀਆਂ ਪੰਜਾਬੀ ਦੀਆਂ ਕਿਹੜੀਆਂ ਵੈਬਸਾਈਟਸ ਨੇ ਜਿਨ੍ਹਾਂ ਨੂੰ ਸਾਰੇ ਤੁਸੀਂ ਯੂਜ਼ ਕਰ ਰਹੇ ਹੋ ਪੰਜਾਬੀ ਟੀਚਿੰਗ ਵਾਸਤੇ। ਪੰਜਾਬੀ ਪੀਡੀਆ ਯੂਜ਼ ਕਰ ਰਹੇ ਹੋ, ਨੋ ਡਾਊਟ ਇਹ ਬਹੁਤ ਵੱਡਾ ਇੱਕ ਰਿਸੋਰਸ ਹੈ। ਜਿਵੇਂ ਕਿ ਵਿਕੀਪੀਡੀਆ ਦੀ ਗੱਲ ਕਰਦੇ ਹਾਂ, ਵਿਕੀਪੀਡੀਆ ਤੇ ਤਾਂ ਹਰੇਕ ਲੈਂਗੁਏਜ ਆਪਣੇ ਕੋਲ ਕਵਰ ਹੁੰਦੀ ਹੈ ਲੇਕਿਨ ਪੰਜਾਬੀ ਦੇ ਰਿਲੇਟਡ ਜਿਹੜਾ ਹੈ ਬਹੁਤ ਘੱਟ ਮਟੀਰੀਅਲ ਅਵੇਲੇਬਲ ਹੈ। ਲੇਕਿਨ ਜਦੋਂ ਪੰਜਾਬੀ ਪੀਡੀਆ ਦੀ ਗੱਲ ਕਰਦੇ ਹਾਂ ਤਾਂ ਪੰਜਾਬੀ ਪੀਡੀਆ ਤੇ ਆਪਾਂ ਮਤਲਬ ਇੱਕ ਆਥੈਂਟਿਕ ਇਨਫੋਰਮੇਸ਼ਨ ਤੁਸੀਂ ਹੈ ਜਿਹੜੀ ਉਹ ਪ੍ਰਾਪਤ ਕਰ ਸਕਦੇ ਹੋ ਪੰਜਾਬੀ ਦੇ ਸਾਹਿਤ ਦੇ ਰਿਲੇਟਡ, ਸਬਜੈਕਟਸ ਦੇ ਰਿਲੇਟਡ। ਸੋ ਸਾਰੀ ਇਨਫੋਰਮੇਸ਼ਨ ਜਿਹੜੀ ਆਥੈਂਟਿਕ ਬੁੱਕਸ ਦੇ ਵਿੱਚੋਂ ਆਥੈਂਟੀਕੇਟ ਕਰਕੇ ਇਹਦੇ ਉੱਤੇ ਪਾਈ ਜਾਂਦੀ ਹੈ ਔਰ ਪੰਜਾਬੀ ਯੂਨੀਵਰਸਿਟੀ ਦਾ ਬਹੁਤ ਵੱਡਾ ਉਪਰਾਲਾ ਹੈ। ਸੋ ਪਹਿਲਾਂ ਆਪਣੇ ਕੋਲ ਇੱਕ ਵੈਬਸਾਈਟ ਹੀ ਹੁੰਦੀ ਸੀ ਜਿਹਦੇ ਥਰੂ ਤੁਸੀਂ ਇਸ ਦੀ ਨੌਲੇਜ ਨੂੰ ਤੁਸੀਂ ਯੂਜ਼ ਕਰ ਸਕਦੇ ਸੀ, ਪਰ ਹੁਣ ਮੋਬਾਈਲ ਐਪ ਵੀ ਲਾਂਚ ਕਰ ਦਿੱਤੀ ਗਈ ਹੈ। ਹੁਣੇ ਹਾਲ ਦੀ ਘੜੀ ਜਿਹੜੇ ਨਵੇਂ ਵਾਈਸ ਚਾਂਸਲਰ ਸਾਹਿਬ ਆਏ ਨੇ ਪ੍ਰੋਫੈਸਰ ਅਰਵਿੰਦ, ਉਹਨਾਂ ਨੇ ਇਸ ਮੋਬਾਈਲ ਐਪ ਨੂੰ ਲਾਂਚ ਕੀਤਾ ਵਾ ਤੇ ਤੁਸੀਂ ਆਪਣੇ ਐਂਡਰੋਇਡ ਮੋਬਾਈਲ ਫੋਨਸ ਤੁਹਾਡੇ ਕੋਲ ਹੋਣ ਤਾਂ ਤੁਸੀਂ ਪੰਜਾਬੀ ਪੀਡੀਆ ਦੀ ਮੋਬਾਈਲ ਐਪ ਨੂੰ ਡਾਊਨਲੋਡ ਕਰਕੇ ਵਰਤ ਸਕਦੇ ਹੋ। ਫਿਰ ਪੰਜਾਬੀ ਕਵਿਤਾ ਮੈਂ ਖੁਦ ਸਾਰੀਆਂ ਵੈਬਸਾਈਟਸ ਨੂੰ ਦੇਖਿਆ ਹੈ। ਪੰਜਾਬੀ ਕਵਿਤਾ ਬਹੁਤ ਅੱਛੀ ਹੈ ਜਿੱਥੇ ਤੁਸੀਂ ਕਵਿਤਾਵਾਂ ਦੇਖ ਸਕਦੇ ਹੋ, ਬੱਚਿਆਂ ਨੂੰ ਕਵਿਤਾਵਾਂ ਬਾਰੇ ਮਤਲਬ ਵਧੀਆ ਤਰੀਕੇ ਦੇ ਨਾਲ ਐਕਸਪਲੇਨ ਕਰ ਸਕਦੇ ਹੋ। ਪੰਜਾਬੀ ਲਾਇਬ੍ਰੇਰੀ ਬਹੁਤ ਵੱਡਾ ਰਿਸੋਰਸ ਹੈ। ਵਿਕੀਪੀਡੀਆ ਦੇ ਵਿੱਚ ਪੰਜਾਬੀ ਦਾ ਜਿਹੜਾ ਸਫਾ ਹੈ ਬਹੁਤ ਅੱਛਾ ਹੈ। ਔਰ ਸਭ ਤੋਂ ਮੇਜਰ ਜਿਹੜੀ ਚੀਜ਼ ਮੈਂ ਦੇਖੀ ਹੈ ਕਿ ਪੰਜਾਬ ਐਡੂਕੇਅਰ ਜਦੋਂ ਤੁਸੀਂ ਕਹਿੰਦੇ ਹੋ ਕਿ ਮੈਂ 6ਵੀਂ ਜਮਾਤ ਤੋਂ 10ਵੀਂ ਜਮਾਤ ਦੇ ਬੱਚਿਆਂ ਨੂੰ ਪੜ੍ਹਾਉਣਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਪੰਜਾਬ ਐਡੂਕੇਅਰ ਦੇ ਉੱਤੇ ਬਹੁਤ ਸਾਰੀ ਇਨਫੋਰਮੇਸ਼ਨ ਆਲਰੇਡੀ ਅਵੇਲੇਬਲ ਹੈ ਜਿਹਨੂੰ ਤੁਸੀਂ ਰੀਯੂਜ਼ ਕਰ ਸਕਦੇ ਹੋ ਰਾਦਰ ਦੈਨ ਕਿ ਆਪਾਂ ਆਪਣੀਆਂ ਚੀਜ਼ਾਂ ਨੂੰ ਬਣਾਉਂਦੇ ਰਹੀਏ। ਲੇਕਿਨ ਜਿਹੜੀਆਂ ਚੀਜ਼ਾਂ ਆਲਰੇਡੀ ਬਣੀਆਂ ਨੇ ਉਹਨਾਂ ਨੂੰ ਵਰਤ ਕੇ ਤੇ ਆਪਣੇ ਇਨੋਵੇਸ਼ਨ ਨੂੰ ਵਰਤ ਕੇ ਆਪਾਂ ਕਿਵੇਂ ਕੋਈ ਨਵੀਂ ਚੀਜ਼ ਬੱਚਿਆਂ ਅੱਗੇ ਪੇਸ਼ ਕਰ ਸਕਦੇ ਹਾਂ, ਮੇਰੇ ਹਿਸਾਬ ਨਾਲ ਉਹ ਸਭ ਤੋਂ ਬੈਟਰ ਹੋਣੀ ਚਾਹੀਦੀ ਹੈ। ਉਹ ਚੀਜ਼ ਆਪਾਂ ਨੂੰ ਕਰਨੀ ਚਾਹੀਦੀ ਹੈ ਔਰ ਪੰਜਾਬ ਐਡੂਕੇਅਰ ਵੈਬਸਾਈਟ ਦੇ ਉੱਤੇ ਬਹੁਤ ਕੁਝ ਅਵੇਲੇਬਲ ਹੈ ਔਰ ਕਲਾਸਾਂ ਦੇ ਅਕੋਰਡਿੰਗਲੀ ਉੱਥੇ ਸਾਰਾ ਮਟੀਰੀਅਲ ਜਿਹੜਾ ਹੈ ਅਵੇਲੇਬਲ ਹੈ। ਸੋ ਬਹੁਤ ਵੱਡਾ ਰਿਸੋਰਸ ਹੈ ਪੰਜਾਬ ਐਡੂਕੇਅਰ ਔਰ ਮੈਨੂੰ ਲੱਗਦਾ ਕਾਫੀ ਟੀਚਰਸ ਜਿਹੜੇ ਇਸ ਨੂੰ ਯੂਜ਼ ਵੀ ਕਰ ਰਹੇ ਨੇ। learnpunjabi.org ਨੋ ਡਾਊਟ ਬਹੁਤ ਅੱਛੀ ਵੈਬਸਾਈਟ ਹੈ। ਜੇ ਮੁੱਢਲੀ ਜਾਣਕਾਰੀ ਪੰਜਾਬੀ ਦੀ ਤੁਸੀਂ ਲੈਣੀ ਹੋਵੇ, ਬੱਚਿਆਂ ਨੂੰ ਕੋਈ ਐਨੀਮੇਟਡ ਵੀਡੀਓਜ਼ ਦੇ ਥਰੂ ਤੁਸੀਂ ਕੁਝ ਐਕਸਪਲੇਨ ਕਰਨਾ ਚਾਹੁੰਦੇ ਹੋ ਤਾਂ ਲਰਨ ਪੰਜਾਬੀ ਬਹੁਤ ਅੱਛੀ ਵੈਬਸਾਈਟ ਹੈ। ਐਬਸੋਲੂਟ ਸਟੱਡੀ ਇੱਕ ਬਹੁਤ ਅੱਛੀ ਵੈਬਸਾਈਟ ਹੈ। ਲਰਨ ਪੰਜਾਬੀ ਜਿਹੜੀ ਕਿ ਪੰਜਾਬੀ ਯੂਨੀਵਰਸਿਟੀ ਨੇ ਪੰਜਾਬ ਸਕੂਲ ਆਫ ਐਜੂਕੇਸ਼ਨ ਬੋਰਡ ਵਾਸਤੇ ਬਣਾਈ ਹੈ, ਉਹ ਬਹੁਤ ਅੱਛੀ ਵੈਬਸਾਈਟ ਹੈ ਔਰ ਬਹੁਤ ਹੀ ਵਧੀਆ ਢੰਗ ਨਾਲ ਬਣਾਈ ਗਈ ਹੈ। ਲਰਨ ਪੰਜਾਬੀ ਆਨਲਾਈਨ ਵੀ ਅੱਛੀ ਵੈਬਸਾਈਟ ਹੈ। ਪੜ੍ਹੋ ਪੰਜਾਬ ਵਨ ਆਫ ਦਾ ਗੁੱਡ। ਔਰ ਜੇ ਤੁਸੀਂ ਈ ਬੁੱਕਸ ਦੀ ਗੱਲ ਕਰਦੇ ਹੋ ਤਾਂ PSEB ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮੋਹਾਲੀ ਦੀਆਂ ਸਾਰੀਆਂ ਜਿਹੜੀਆਂ ਈ ਬੁੱਕਸ ਨੇ ਉਹ PSEB.ac.in ਵੈਬਸਾਈਟ ਤੇ ਅਵੇਲੇਬਲ ਨੇ।
ਇਹ ਮੈਨੂੰ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਤੁਸੀਂ ਬੜਿਆਂ ਨੇ ਵੱਧ ਚੜ ਕੇ ਇਸ ਬਾਰੇ ਦੱਸਿਆ ਕਿ ਕਿਹੜੇ YouTube ਚੈਨਲ ਦੀ ਯੂਜ਼ ਕਰ ਰਹੇ ਹੋ। ਔਰ ਮੈਂ ਸਭ ਤੋਂ ਪਹਿਲੇ ਨੰਬਰ ਤੇ ਲਰਨ ਪੰਜਾਬੀ ਵਿੱਚ ਜਗਜੀਤ ਸਰ ਨੂੰ ਮੈਂ ਇਹਦੇ ਤੇ ਰੱਖਿਆ ਹੈ, ਕਿਉਂਕਿ ਜਿੰਨੀ ਮੈਂ ਦੇਖੇ ਹੈ ਕਿ ਮੋਸਟਲੀ ਇਸ ਨੂੰ ਯੂਜ਼ ਕਰ ਰਹੇ ਨੇ ਔਰ ਬਹੁਤ ਵਧੀਆ ਚੈਨਲ ਹੈ। ਮੈਂ ਵਧਾਈ ਦਿੰਦਾ ਜਗਜੀਤ ਜੀ ਨੂੰ ਕਿ ਉਹਨਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਹੈ ਔਰ ਸਭ ਨੂੰ ਬਹੁਤ ਬੈਨੀਫਿਟ ਹੋ ਰਿਹਾ ਹੈ। ਸੋ ਇਹ ਬਹੁਤ ਵਧੀਆ ਚੈਨਲ ਹੈ ਜਿਹਨੂੰ ਤੁਸੀਂ ਵਰਤ ਰਹੇ ਹੋ ਔਰ ਇਦਾਂ ਹੀ ਵਰਤੇ ਰਹੋ। ਅੱਗੇ ਇਹ ਪੂਰੀ ਲਿਸਟ ਜਿਹੜੀ ਹੈ ਮੈਂ ਇੱਕ ਕੰਪਾਈਲ ਕੀਤੀ ਹੈ ਜਿਹੜੇ ਕਿ ਤੁਸੀਂ ਯੂਜ਼ ਕਰ ਰਹੇ ਹੋ ਔਰ ਕੁਝ ਨਵੇਂ ਵੀ ਇਹਦੇ ਚ ਐਡੀਸ਼ਨਸ ਕੀਤੇ ਨੇ, ਜਿਵੇਂ ਪੜੋ ਪੰਜਾਬ ਹੈ। ਸੋ ਇਹਨਾਂ ਦਾ ਤੁਸੀਂ ਸਾਰੇ ਬਹੁਤ ਲਾਇਆ ਕਰ ਸਕਦੇ ਹੋ ਰਾਦਰ ਦੈਨ ਆਪਣੇ ਆਪਣੇ ਬਣਾਉਣ ਦੇ। ਜੋ ਚੀਜ਼ਾਂ ਨਹੀਂ ਅਵੇਲੇਬਲ ਸਾਨੂੰ ਉਹ ਚੀਜ਼ਾਂ ਲੱਭ ਕੇ ਬਣਾਉਣੀਆਂ ਚਾਹੀਦੀਆਂ ਨੇ ਤਾਂ ਕਿ ਆਪਾਂ ਪੰਜਾਬੀ ਵਾਸਤੇ ਜਿੰਨੇ ਰਿਸੋਰਸਿਸ ਜਨਰੇਟ ਕਰ ਸਕੀਏ ਉਨੇ ਘੱਟ ਹੈ। ਸੋ ਮੈਨੂੰ ਬਹੁਤ ਖੁਸ਼ੀ ਹੋਈ ਇਹ ਦੇਖ ਕੇ ਕਿ ਤੁਸੀਂ ਸਾਰੇ ਹੀ ਆਈਟੀ ਦੇ ਨਾਲ ਜੁੜ ਕੇ ਟੀਚਿੰਗ ਨੂੰ ਕਰ ਰਹੇ ਹੋ ਔਰ ਇਸ ਕਰੋਨਾ ਨੇ ਬਹੁਤ ਕੁਝ ਸਾਨੂੰ ਆਈਟੀ ਦੀਆਂ ਚੀਜ਼ਾਂ ਸਿਖਾਈਆਂ ਨੇ। ਟੀਚਿੰਗ ਮੈਥਡੋਲੋਜੀਜ਼ ਦੀ ਗੱਲ ਕਰੀਏ ਤਾਂ ਜਿਵੇਂ ਤੁਸੀਂ ਪਿਕਚਰਸ ਨੂੰ ਅਪਲੋਡ ਕਰਦੇ ਹੋ, ਐਕਟੀਵਿਟੀ ਬੇਸਡ ਸਟੋਰੀਜ਼ ਕਰਦੇ ਹੋ, ਰੋਲ ਪਲੇ ਕਰਦੇ ਹੋ, ਐਕਟੀਵਿਟੀ ਬੇਸਡ ਸਟੋਰੀਜ਼ ਯੂਜ਼ ਕਰ ਰਹੇ ਹੋ, ਪੀਪੀਟੀ ਮੇਕਿੰਗ, ਵੀਡੀਓਜ਼ ਮੇਕਿੰਗ, ਪੀਡੀਐਫ, YouTube ਲਿੰਕ ਸ਼ੇਅਰ ਕਰਦੇ ਹੋ, ਪਰਸਨਲ ਇੰਟਰੈਕਸ਼ਨ ਕਰਦੇ ਹੋ ਬੱਚਿਆਂ ਦੇ ਨਾਲ, ਬਲੌਗਸ ਦੇ ਥਰੂ ਐਕਸਪਲੇਨ ਕਰਦੇ ਹੋ, ਲੈਸਨ ਪਲਾਨ ਬਣਾਉਂਦੇ ਹੋ, ਅਸਾਈਨਮੈਂਟਸ ਬਣਾਉਂਦੇ ਹੋ, ਕੰਪੀਟੀਸ਼ਨ ਥਰੂ ਗੂਗਲ ਫਾਰਮਸ ਕਰਦੇ ਹੋ, ਰਾਈਟਿੰਗ ਪੈਡਸ ਨੂੰ ਯੂਜ਼ ਕਰਦੇ ਹੋ, ਪਲੇਇੰਗ ਕੁਇਜ਼ਸ ਕਰਦੇ ਹੋ, ਰਾਈਟ, ਪੰਜਾਬੀ ਦੀਆਂ ਬੁੱਕਸ ਸ਼ੇਅਰ ਕਰਦੇ ਹੋ ਬੱਚਿਆਂ ਨਾਲ, ਪੰਜਾਬੀ ਟੀਚਿੰਗ ਬਾਰੇ, ਟਾਈਪਿੰਗ ਬਾਰੇ ਦੱਸਦੇ ਹੋ, ਮਾਡਲ ਬਣਾ ਐਕਸਪਲੇਨ ਕਰਦੇ ਹੋ। ਸੋ ਬੜੀ ਇਨੋਵੇਟਿਵ ਆਈਡੀਆਜ਼ ਨੇ ਤੁਹਾਡੇ ਦਿਮਾਗ ਦੇ ਵਿੱਚ ਜਿਹੜੇ ਕਿ ਤੁਸੀਂ ਕੰਮ ਕਰ ਰਹੇ ਹੋ। ਸੋ ਇਹਦੇ ਨਾਲ ਹੀ ਮੈਂ ਐਡ ਕਰਨਾ ਚਾਹਾਂਗਾ ਕਿ ਅੱਜ ਕੱਲ ਇੱਕ ਫਲਿਪਡ ਕਲਾਸਰੂਮ ਦਾ ਕਨਸੈਪਟ ਆਇਆ ਹੈ ਔਰ ਇੱਕ ਇੰਟਰੈਕਟਿਵ ਵੀਡੀਓਜ਼ ਦਾ ਕਨਸੈਪਟ ਆਇਆ ਹੈ। ਸੋ ਫਲਿਪਡ ਕਲਾਸਰੂਮ ਜਸਟ ਮੈਂ ਬਹੁਤ ਟੱਚ ਹੀ ਕਰਾਂਗਾ ਇਹਨੂੰ, ਬਾਕੀ ਤੁਸੀਂ ਐਕਸਪਲੋਰ ਕਰ ਸਕਦੇ ਹੋ। ਫਲਿਪਡ ਕਲਾਸਰੂਮ ਦਾ ਮਤਲਬ ਇਹ ਹੈ ਕਿ ਜੋ ਅਸੀਂ ਕਲਾਸਰੂਮ 'ਚ ਪੜ੍ਹਾਉਂਦੇ ਸੀਗੇ ਉਹ ਬੱਚੇ ਘਰੇ ਆਪਣੇ ਆਪ ਪੜ੍ਹਨਗੇ, ਜੋ ਘਰੇ ਕਰਦੇ ਸੀਗੇ ਉਹਨੂੰ ਆਪਾਂ ਕਲਾਸਰੂਮ 'ਚ ਕਰਾਵਾਂਗੇ। ਮਤਲਬ ਕੀ ਹੈ ਕਿ ਜੋ ਅਸੀਂ ਟੀਚਿੰਗ ਕਰਨੀ ਸੀ ਉਹ ਬੱਚਿਆਂ ਨੂੰ ਆਪਾਂ ਪਹਿਲਾਂ ਹੀ YouTube ਲਿੰਕਸ ਵਗੈਰਾ ਦੇ ਰਹੇ ਨੇ, ਉਹ ਪੜ੍ਹ ਕੇ ਆਉਂਦੇ ਆ, ਲੇਕਿਨ ਜਿਹੜਾ ਹੋਮਵਰਕ ਦੇ ਰਹੇ ਆ ਉਹ ਹੋਮਵਰਕ ਆਪਾਂ ਨੂੰ ਜਿਹੜਾ ਹੈ ਉਹ ਆਪਾਂ ਨੂੰ ਕਲਾਸ ਦੇ ਵਿੱਚ ਬੱਚਿਆਂ ਨੂੰ ਕਰਵਾਉਣਾ ਚਾਹੀਦਾ ਹੈ, ਡਿਸਕਸ਼ਨ ਦੇ ਥਰੂ, ਉਹਨਾਂ ਦਾ ਇੰਟਰੈਕਸ਼ਨ ਦੇ ਥਰੂ, ਤਾਂ ਕਿ ਥੋੜਾ ਜਿਹਾ ਪੈਰੈਂਟਸ ਦੇ ਉੱਤੇ ਵੀ ਜਿਹੜਾ ਹੈ ਬੋਝ ਘਟ ਜਾਵੇ ਔਰ ਉਹਨਾਂ ਨੂੰ ਇਹ ਮਹਿਸੂਸ ਨਾ ਹੋਵੇ। ਕਈ ਆਪਣੇ ਕੋਲ ਕਈ ਪੇਰੈਂਟਸ ਨੇ ਜਿਹੜੇ ਇਲਿਟਰੇਟ ਨੇ, ਉਹਨਾਂ ਵਾਸਤੇ ਬਹੁਤ ਬੋਝ ਬਣ ਜਾਂਦਾ, ਉਹਨਾਂ ਨੂੰ ਟਿਊਸ਼ਨਾਂ ਰੱਖਣੀਆਂ ਪੈਂਦੀਆਂ ਨੇ। ਸੋ ਇਸ ਤਰ੍ਹਾਂ ਦੇ ਆਪਾਂ ਉਪਰਾਲੇ, ਨਵੇਂ ਇਨੋਵੇਸ਼ਨ ਆਈਡੀਆਜ਼ ਲੈ ਕੇ ਆ ਸਕਦੇ ਨੇ ਜਿਹਦੇ ਨਾਲ ਟੀਚਿੰਗ ਨੂੰ ਹੋਰ ਇੰਟਰਸਟਿੰਗ ਬਣਾਇਆ ਜਾ ਸਕਦਾ ਹੈ। ਇੰਟਰੈਕਟਿਵ ਵੀਡੀਓਜ਼ ਦੀ ਗੱਲ ਕਰ ਰਿਹਾ ਸੀ, ਜਦੋਂ ਆਪਾਂ YouTube ਵੀਡੀਓਜ਼ ਸਾਂਝੀ ਕਰਦੇ ਹਾਂ, ਰਾਈਟ, ਉਹਨਾਂ ਨੂੰ ਹੋਰ ਇੰਟਰੈਕਟਿਵ ਕਿਵੇਂ ਬਣਾਇਆ ਜਾ ਸਕਦਾ ਹੈ। ਮੰਨ ਲਓ ਤੁਸੀਂ ਕੋਈ ਡੈਫੀਨੇਸ਼ਨ ਪੜ੍ਹਾਈ ਜਾਂ ਤੁਸੀਂ ਮੰਨ ਲਓ ਊੜੇ ਬਾਰੇ ਸਮਝਾਇਆ ਜਾਂ ਇੱਕ ਸਟੋਰੀ ਨੂੰ ਸਮਝਾਇਆ, ਸਟੋਰੀ ਦੇ ਰੋਲ ਨੂੰ, ਸਟੋਰੀ ਦੇ ਵਿੱਚ ਐਕਟਰਸ ਨੂੰ ਸਮਝਾਇਆ, ਥੋੜੀ ਦੂਰ ਬਾਅਦ ਜਿਵੇਂ ਮੰਨ ਲਓ 2 ਮਿੰਟ ਦੀ ਵੀਡੀਓ ਦੇਖੀ ਉਹਨੇ, ਨਾਲੇ ਹੀ ਉਹਨੂੰ ਇੱਕ ਕੁਐਸਚਨ ਪੌਪ ਅਪ ਹੋ ਜੇ ਵੀ ਇਹ ਇਹਦਾ ਆਨਸਰ ਕੀ ਹੈ। ਜੇ ਤਾਂ ਉਹਨੇ ਸਹੀ ਆਨਸਰ ਦੇਤਾ ਤਾਂ ਅੱਗੇ ਵੀਡੀਓ ਨੂੰ ਦੇਖ ਸਕੇਗਾ, ਜੇ ਉਹ ਸਹੀ ਆਨਸਰ ਨਹੀਂ ਹੋਏਗਾ ਤਾਂ ਉਹਨੂੰ ਫਿਰ ਉੱਥੋਂ ਹੀ ਸਟਾਰਟ ਕਰਨਾ ਪਏਗਾ ਜਿੱਥੋਂ ਉਹਨੇ ਸ਼ੁਰੂ ਕੀਤਾ ਸੀ, ਤਾਂ ਕਿ ਉਹਨੂੰ ਆਨਸਰ ਜਦ ਤੱਕ ਕੋਈ ਜਵਾਬ ਨਹੀਂ ਦੇਗਾ ਉਹ ਅੱਗੇ ਨਹੀਂ ਵੱਧ ਸਕਦਾ। ਸੋ ਲੋਟ ਆਫ ਸੌਫਟਵੇਅਰ ਆਰ ਦੇਅਰ ਆਨਲਾਈਨ, ਆਪਣੇ ਕੋਲ ਵੈਬਸਾਈਟਸ ਨੇ ਜਿਨ੍ਹਾਂ ਦੇ ਥਰੂ ਜਿਹੜੀਆਂ ਐਗਜ਼ਿਸਟਿੰਗ ਵੀਡੀਓਜ਼ ਨੇ ਉਹਨਾਂ ਨੂੰ ਵੀ ਇੰਟਰੈਕਟਿਵ ਵੀਡੀਓਜ਼ ਬਣਾ ਸਕਦੇ ਹੋ, ਰਾਈਟ। ਸੋ ਸਾਡੇ ਪੰਜਾਬੀ ਯੂਨੀਵਰਸਿਟੀ ਦੇ ਚੈਨਲ ਦੇ ਉੱਤੇ ਸਾਰੀਆਂ ਵੀਡੀਓਜ਼ ਅਸੀਂ ਐਜ਼ ਅ ਟਿਊਟੋਰੀਅਲ ਪਾਈਆਂ ਹੋਈਆਂ ਨੇ ਵੀ ਤੁਸੀਂ ਕਿਵੇਂ ਇੰਟਰੈਕਟਿਵ ਵੀਡੀਓਜ਼ ਬਣਾਉਣੀਆਂ ਨੇ, ਕਿਵੇਂ ਤੁਸੀਂ ਸਾਰੀਆਂ ਐਕਟੀਵਿਟੀਜ਼ ਕਰ ਸਕਦੇ ਹੋ। ਸੋ ਯੂ ਕੈਨ ਗੋ ਥਰੂ ਦੈਟ। ਨੋ ਡਾਊਟ ਅੱਜ ਕੱਲ ਸਾਰੇ ਹੀ ਗੂਗਲ ਮੀਟ, ਜ਼ੂਮ ਐਪ, MS ਟੀਮਸ ਨੂੰ ਯੂਜ਼ ਕਰ ਰਹੇ ਨੇ ਟੀਚਿੰਗ ਵਾਸਤੇ। ਸੋ ਕਾਫੀ ਮੋਬਾਈਲ ਐਪਸ ਵੀ ਜਿਹੜੀਆਂ ਨੇ ਤੁਹਾਡੇ ਤੋਂ ਥੋੜਾ ਜਿਹਾ ਮੈਂ ਗਾਈਡੈਂਸ ਲੈ ਕੇ ਤੁਹਾਡੀ ਜਿਹੜੀ ਤੁਸੀਂ ਦਿੱਤੀ ਸੀ ਉਹਨਾਂ ਨੂੰ ਯੂਜ਼ ਕੀਤਾ। ਬਾਕੀ ਬਹੁਤ ਸਾਰੀਆਂ ਨੇ ਜਿਹੜੀਆਂ ਮੈਂ ਖੁਦ ਵੀ ਐਡ ਕੀਤੀਆਂ ਨੇ, ਜਿੰਨੀਆਂ ਕਿ ਮੈਨੂੰ ਗੂਗਲ ਸਰਚ ਦੇ ਥਰੂ ਮੈਂ ਫਾਈਂਡ ਆਊਟ ਕਰ ਸਕਿਆ। ਸੋ ਇਹ ਮੈਂ ਹੁਣ ਜ਼ਿਆਦਾ ਬਹੁਤ ਡਿਟੇਲ 'ਚ ਨਹੀਂ ਜਾਵਾਂਗਾ, ਬਟ ਇਹ ਹੈ ਕਿ ਇਹ ਜਦੋਂ ਮੈਂ ਇਹ ਸਲਾਈਡਸ ਆਪਣੀਆਂ ਸ਼ੇਅਰ ਕਰਾਂਗਾ ਤਾਂ ਤੁਸੀਂ 1 ਬਾਏ 1 ਸਾਰੀਆਂ ਮੋਬਾਈਲ ਐਪਸ ਨੂੰ ਯੂਜ਼ ਕਰਕੇ ਦੇ ਸਕਦੇ ਹੋ ਔਰ ਜਿਹੜੀ ਵੀ ਤੁਹਾਡੇ ਕੰਮ ਆ ਸਕਦੀ ਹੈ ਟੀਚਿੰਗ ਵਾਸਤੇ ਉਹਨਾਂ ਨੂੰ ਕਾਈਂਡਲੀ ਯੂਜ਼ ਕਰੋ। ਜਿੰਨੀਆਂ ਐਗਜ਼ਿਸਟਿੰਗ ਰਿਸੋਰਸਿਸ ਨੇ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਵਰਤ ਕੇ ਆਪਣੇ ਇਨੋਵੇਟਿਵ ਆਈਡੀਆਜ਼ ਨੂੰ ਐਡ ਕਰਕੇ ਟੀਚਿੰਗ ਕਰਨ ਦੀ ਕੋਸ਼ਿਸ਼ ਕਰੋ। ਸੋ ਇੱਕ ਕੁਐਸਚਨ ਸੀਗਾ ਕਿ ਟਾਈਪਿੰਗ ਕਰਨ ਲਈ ਕਿਹੜੇ ਫੌਂਟ ਦੀ ਵਰਤੋਂ ਕਰਦੇ ਹੋ। ਸੋ ਇਹ ਸਾਰਿਆਂ ਨੇ ਬੜਾ ਵੱਧ ਚੜ ਕੇ ਲਿਖਿਆ ਕਿ ਉਹ ਅਸੀਸ, ਗੁਰਬਾਨੀ, ਅਮਰ ਲਿਪੀ, ਅਨਮੋਲ ਲਿਪੀ, ਡਾਕਟਰ ਚਾਤਰਿਕ, ਅਨਮੋਲ ਕਲਮੀ, ਅਮਰ ਬੋਲੀ, ਅੰਮ੍ਰਿਤ ਲਿਪੀ, ਰਾਵੀ, ਨਿਰਮਲਾ, UI। ਸੋ ਇਹਨਾਂ ਵਿੱਚ ਕੁਝ ਯੂਨੀਕੋਡ ਨੇ, ਕੁਝ ਨਾਨ ਯੂਨੀਕੋਡ ਨੇ। ਸੋ ਤੁਸੀਂ ਦੋਨੋਂ ਤਰ੍ਹਾਂ ਦੇ, ਕੁਝ ਲੋਕ ਯੂਨੀਕੋਡ ਤੇ ਟਾਈਪਿੰਗ ਕਰ ਰਹੇ ਨੇ, ਕੁਝ ਨਾਨ ਯੂਨੀਕੋਡ ਤੇ ਟਾਈਪਿੰਗ ਕਰ ਰਹੇ ਨੇ। ਸੋ ਅੱਗੇ ਮੈਂ ਆਵਾਂਗਾ ਕਿ ਯੂਨੀਕੋਡ ਤੇ ਨਾਨ ਯੂਨੀਕੋਡ ਕੀ ਹੁੰਦੇ ਨੇ। ਫਿਰ ਫੌਂਟ ਕਨਵਰਟਰਸ, ਜੇ ਇੱਕ ਫੌਂਟ ਦੇ ਵਿੱਚ ਕੋਈ ਆਪਣੇ ਕੋਲ ਟੈਕਸਟ ਅਵੇਲੇਬਲ ਹੈ ਤਾਂ ਉਹਨੂੰ ਆਪਾਂ ਦੂਜੇ ਫੌਂਟ ਦੇ ਵਿੱਚ ਕਿਵੇਂ ਕਨਵਰਟ ਕਰਨਾ ਹੈ, ਜਾਂ ਇੱਕ ਫੌਂਟ ਦੇ ਵਿੱਚ ਅਵੇਲੇਬਲ ਹੈ ਤਾਂ ਆਪਾਂ ਯੂਨੀਕੋਡ ਦੇ ਵਿੱਚ ਕਿਵੇਂ ਉਹ ਕਨਵਰਟ ਕਰਨਾ ਹੈ। ਸੋ ਉਹਨਾਂ ਨੂੰ ਆਪਾਂ ਫੌਂਟ ਕਨਵਰਟਰਸ ਕਰਨੇ ਆ। ਸੋ ਕਈਆਂ ਨੇ ਦੱਸਿਆ ਕਿ ਉਹ ਅੱਖਰ ਵਰਤਦੇ ਨੇ, ਗੁਰਮੁਖੀ ਫੌਂਟ ਕਨਵਰਟਰ ਵਰਤਦੇ ਨੇ, fontconverter.in, punjabi.aglsoft.com ਕਰਦੇ ਨੇ। ਸੋ ਇਹ ਅੱਛੇ ਨੇ,
बहुत वधिया रिजल्ट्स ने इन्हां दे, सो मैं इन्हां बारे भी अगे डिटेल्स आवांगा। फिर पंजाबी टाइपिंग कीबोर्ड्स बारे पुछया सी तां तुसीं दस्सिया कि लिपिका पंजाबी कीबोर्ड, इंडिक लैंग्वेज कीबोर्ड, गूगल कीबोर्ड यूज़ कर रहे हो। सो एक बाहरा मैं अपने वालों ऐड किया, ये भी बहुत अच्छा है, तुसीं ट्राई करके देखना। इसकी वैबसाइट भी मैं इहदे नाल सांझी कीती है। फिर ट्रांसलिटरेशन का मतलब की है कि मान लो मेरा नाम हुण विशाल है, जो इंग्लिश लिखिया है तो उन्होंने मैं पंजाबी च विशाल लिखना है, उनके मतलब नूं समझे बिना, राइट। जे मैं कंप्यूटर कहना तो उन्होंने मैं कंप्यूटर लिखना चाहना पंजाबी दे विच या हिंदी विच, उन्होंने कहंदे ट्रांसलिटरेशन, उन्होंने ट्रांसलेट नहीं करना, ट्रांसलिटरेट करना है। सो गूगल का ट्रांसलिटरेशन टूल है, अखर दे विच भी ट्रांसलिटरेशन टूल है और बहुत सारे ने। जो आप ट्रांसलेशन की गल करते हैं तो आप ज़्यादातर गूगल ट्रांसलेशन की गल करते हैं, बट तुहानूं होर भी वैबसाइटां बारे मैं जानू करवावांगा जिन्हां दे थ्रू तुसीं ट्रांसलेशन कर सकते हो। कुछ क्वेश्चन सीगे कि तुहानूं कंप्यूटर ते पंजाबी टाइप करनी आती है, तो 34.4% एवें दे ने जिन्हां नूं नहीं आती, पर मेरी गुजारिश है कि पंजाबी टाइपिंग जरूर सीखो और पंजाबी टाइपिंग तुहाडे वास्ते बहुत जरूरी है, क्योंकि जो तुसीं इंटरनेट की वरतों करनी है, मोबाइल ऐप की वरतों करनी है, मोबाइल की वरतों करनी है, तो तुहानूं टाइपिंग जरूरी है आनी। कि तुसी यूनीकोड बारे जानते हो तो 27.4% नहीं पता, सो मैं दसांगा तुहानूं कि तुसी पंजाबी भाषा नाल संबंधित फोन कन्वर्टर बारे जानते हो और इसकी वरतों कीती है, जे कीती है तो उसका नाम। सो ज़्यादातर लोग मतलब टीचर्स ने नो किया है, कई ने आंसर दिता तो अखर, गुरमुखी फोन कन्वर्टर.in ते punjabi.agl.soft.com का नाम लिता। स्पैल चैकर बारे गल करिए पंजाबी दे तो मोस्टली ने नो की है, मैं उहदे बारे भी दसूंगा। ग्रामर चैकर मोस्टली ने नो की है, लेकिन अखर बड़ा प्रॉब्लम है। सो इत्थों की मेरी खुद की प्रेजेंटेशन स्टार्ट होंदी है। उस तो पहला मैं रिक्वेस्ट करांगा कि जेडे टीचर्स दे कोई क्वेश्चंस ने वो पहला आपां स्टार्टिंग दे विच लै लईए, उस तो बाद अगे मैं अपनी प्रेजेंटेशन ते वधांगा। सो हुण मैं 5 मिनट का एक सारिਆਂ ਨੂੰ रिक्वेस्ट करदा कि अपने अपने क्वेश्चन वन बाय वन ਜਿਹੜੇ है वो मैनू पुट अप कर सकते हैं या आप डिस्कशन कर सकते हैं। उस तो बाद मैं फिर अपनी प्रेजेंटेशन शुरू कर दांगा। हाँ जी, प्लीज, हाउस इज ओपन। सत श्री अकाल सर। हाँ जी, सत श्री अकाल हरमीत मैम। हाँ जी सर, मैं जेएनवी कानपुर देहात उत्तर प्रदेश तो। हाँ सर जी, मेरा क्वेश्चन है कि ਜਦੋਂ ਅਸੀਂ ਅਨਮੋਲ ਲਿਪੀ ਜਾਂ ਅਮਰ ਲਿਪੀ ਦੇ ਵਿੱਚ ਪੰਜਾਬੀ ਟਾਈਪ ਕਰਦੇ ਹਾਂ ਤੇ ਜਦੋਂ ਅਸੀਂ ਫਿਰ ਕਿਸੇ ਸਟੂਡੈਂਟ ਨੂੰ ਭੇਜਦੇ ਹਾਂ ਤੇ ਉਹਨਾਂ ਦੇ ਕੰਪਿਊਟਰ ਤੇ ਜੋ ਫੌਂਟ ਨਹੀਂ ਹੁੰਦਾ ਤਾਂ ਉਹਨਾਂ ਨੂੰ ਮਤਲਬ ਉਸ ਫੌਂਟ ਦੇ ਵਿੱਚ ਪੜਿਆ ਨਹੀਂ ਜਾਂਦਾ, ਉਹ ਚੇਂਜ ਹੋ ਜਾਂਦਾ ਇੰਗਲਿਸ਼ ਵਿੱਚ ਜਾਂ ਕਿਸੇ ਹੋਰ ਫੌਂਟ ਦੇ ਵਿੱਚ। ਬਿਲਕੁਲ। ਤੇ ਫਿਰ ਸਾਨੂੰ ਮਤਲਬ ਅਮਰ ਲਿਪੀ ਜਾਂ ਅਨਮੋਲ ਲਿਪੀ ਇਹਨਾਂ ਦੇ ਵਿੱਚ ਸਾਨੂੰ ਟਾਈਪਿੰਗ ਨਹੀਂ ਕਰਨੀ ਚਾਹੀਦੀ? मैडम ਆਪਾਂ ਨੂੰ वैसे जो हुण ਆਪਾਂ ਨੂੰ यूनीकोड ਤੇ मूव कर देना चाहिए। सो यूनीकोड टाइपिंग ही करनी चाहिए। बाई चांस फिर भी जे तुहाडे कोल ऑलरेडी एक मटीरियल पिया होया जिहड़ा कि नॉन यूनीकोड फॉन्ट दे विच है, तां बहुत सारे अपने कोल इस वेले बहुत वधिया फॉन्ट कन्वर्टर्स अवेलेबल ने, जिन्हां नूं पहलां यूनीकोड दे विच तुसीं कन्वर्ट कर लो, उस तो बाद बच्चिआं नाल साझा करो, तां फिर उहनां नूं दिक्कत नहीं आएगी खोलण दे विच। सो तुहानूं मैं फॉन्ट कन्वर्टर्स बारे दसांगा जिन्हां दे थ्रू जस्ट ऑन द क्लिक ऑफ द बटन तुसीं उहनां नूं कन्वर्ट कर लो, उस तो बाद यूज कर लो और बच्चिआं नूं भेज दिओ। अच्छा जी, थैंक यू सर। ओके जी। हाँ जी, होर कोई टीचर? हेलो। हाँ जी, हाँ जी, हाँ जी कुलवीर मैम, सत श्री अकाल जी। जेएनवी लोंगोवाल से बोल रही हूँ सर। क्या कंप्यूटर ਦੇ ਉੱਤੇ ਆਪਾਂ ਬੋਲ ਕੇ ਪੰਜਾਬੀ ਦੇ ਵਿੱਚ ਲਿਖ ਸਕਦੇ ਹਾਂ? हाँ जी मैम, मैं ਤੁਹਾਨੂੰ ਉਹਦੇ ਕੰਪਿਊਟਰ, अच्छा ਕੰਪਿਊਟਰਸ ਤੇ ਕਰਨਾ ਚਾਹੁੰਦੇ ਹੋ ਮੈਡਮ? ਉਹਦੇ ਵਿੱਚ ਦੇਖੋ ਗੂਗਲ ਡੌਕਸ ਹੈ, ਗੂਗਲ ਡੌਕਸ ਹੈ, ਆਪਾਂ ਆਨਲਾਈਨ ਕਰ ਸਕਦੇ ਹਾਂ ਜੀ। ਉਹਦੇ ਵਿੱਚ ਨਾ ਜਿਵੇਂ ਆਪਣੇ ਕੋਲ ਆਪਾਂ docs.google.com ਕਰਦੇ ਆ, ਠੀਕ ਹੈ ਜੀ, ਉੱਥੇ ਤੁਸੀਂ ਪੰਜਾਬੀ ਚ ਟਾਈਪਿੰਗ ਕਰ ਸਕਦੇ ਹੋ ਜੀ। ਦੂਸਰਾ ਜਿਹੜਾ ਹੈ ਹੋਰ ਤਰੀਕਾ ਅਪਣਾਉਣਾ ਹੈ ਤਾਂ ਜਿਵੇਂ ਜੇ ਤੁਹਾਡੇ ਕੋਲ ਐਂਡਰਾਇਡ ਦਾ, ਜੇ ਤੁਹਾਡਾ ਐਂਡਰਾਇਡ ਦਾ ਫੋਨ ਹੈ ਉਹਦੇ ਤੋਂ ਤੇ ਆਪਣੇ ਕੋਲ ਫੈਸਿਲਿਟੀ ਹੈਗੀ ਹੈ, ਵੈਸੇ ਤਾਂ ਉਹਦੇ ਵਿੱਚੋਂ ਵੀ ਤੁਸੀਂ ਬੋਲ ਕੇ ਟਾਈਪ ਕਰੋ, ਉਸ ਤੋਂ ਬਾਅਦ ਆਪਣੇ ਆਪ ਨੂੰ ਈਮੇਲ ਕਰ ਲਓ ਮੋਬਾਈਲ ਤੋਂ। ਫਿਰ ਵੀ ਤੁਸੀਂ ਜੇ ਕਰਨਾ ਚਾਹੁੰਦੇ ਹੋ ਤਾਂ ਇੱਕ ਆਪਣੇ ਕੋਲ ਬਲੂ ਸਟੈਕ ਕਰਕੇ ਆਉਂਦਾ ਜੀ, ਠੀਕ ਹੈ ਜੀ। ਉਹ ਕੀ ਹੈ ਕਿ ਜਿਹੜੇ ਵੀ ਐਂਡਰਾਇਡ ਦੇ ਜਿੰਨੇ ਵੀ ਮੋਬਾਈਲ ਐਪ ਨੇ ਉਹ ਤੁਸੀਂ ਆਪਣੇ ਲੈਪਟਾਪ ਤੇ ਇੰਸਟਾਲ ਕਰ ਸਕਦੇ ਹੋ, ਤੇ ਫਿਰ ਤਾਂ ਤੁਸੀਂ ਕੋਈ ਇਸ਼ੂ ਹੀ ਨਹੀਂ ਹੈ। ਫਿਰ ਤਾਂ ਤੁਸੀਂ ਜਿਹੜੇ ਵੀ ਆਪਣੇ ਕੋਲ ਸਪੀਕਿੰਗ ਟੂਲਸ ਨੇ ਉਹਨਾਂ ਨੂੰ ਯੂਜ਼ ਕਰਕੇ ਤੁਸੀਂ ਲੈਪਟਾਪ ਤੇ ਜਾਂ ਆਪਣੇ ਸਿਸਟਮ ਤੇ ਵੀ ਕਰ ਸਕਦੇ ਹੋ ਜੀ ਬੋਲ ਕੇ ਟਾਈਪ। ठीक है जी। हाँ जी, हाँ जी, और कोई साथी? जी सत श्री अकाल सर।
ਸਤਿ ਸ਼੍ਰੀ ਅਕਾਲ ਸਰ। ਸਰ ਹਾਂਜੀ ਮੈਂ ਸਤਿ ਸ਼੍ਰੀ ਅਕਾਲ JNV ਸੰਗਰੂਰ ਸਤਨਾਮ ਤੋਂ। ਸਿੰਘ ਜੀ। ਹਾਂਜੀ ਹਾਂਜੀ ਮੈਮ ਬੋਲੋ ਮਿਲੋ ਮੈਮ ਪਲੀਜ਼ ਬੋਲੋ ਤੁਸੀਂ। ਹਾਂਜੀ ਹਰਮਹਿੰਦਰ ਮੈਮ ਪਲੀਜ਼ ਬੋਲੀਏ। ਸਰ ਮੈਂ JNV ਸੰਗਰੂਰ ਤੋਂ। ਸਰ ਸਾਨੂੰ ਨਾ ਮਾਈਕਰੋਸਾਫਟ ਹਾਂਜੀ ਟੀਮ ਤੇ ਹੀ ਵਰਕ ਕਰਨ ਲਈ ਕਿਹਾ ਗਿਆ ਹੈ, ਪਰ ਮਾਈਕਰੋਸਾਫਟ ਟੀਮ ਤੇ ਓਕੇ ਟਾਈਪਿੰਗ ਨਹੀਂ ਹੁੰਦੀ। ਅਸੀਂ ਕਈ ਵਾਰ ਕੁਐਸਚਨ ਬੋਲ ਕੇ ਲਿਖਦੇ ਹਾਂ, ਤਾਂ ਕੁਐਸਚਨ ਬੋਲ ਕੇ ਜਦੋਂ ਅਸੀਂ ਲਿਖਦੇ ਹਾਂ ਦੁਬਾਰੇ ਉਸ ਨੂੰ ਲੈਪਟਾਪ ਤੇ ਖੋਲਦੇ ਹਾਂ ਤਾਂ ਉਹ ਕੁਐਸਚਨ ਪ੍ਰੋਪਰਲੀ ਨਹੀਂ ਹੁੰਦਾ। ਨਹੀਂ ਬੋਲ ਕੇ ਟਾਈਪ ਕਰਨਾ ਮਤਲਬ ਮੈਨੂੰ ਗੱਲ ਨਹੀਂ ਸਮਝ ਆਈ ਕਿ ਮਾਈਕਰੋਸਾਫਟ ਟੀਮਸ ਦੀ ਕੀ ਪ੍ਰੋਬਲਮ ਹੈ। ਹਾਂ, ਮਾਈਕਰੋਸਾਫਟ ਟੀਮ ਤੇ ਜਦੋਂ ਅਸੀਂ ਮਾਈਕਰੋਸਾਫਟ ਫਾਰਮ ਤੇ ਕੋਈ ਕੁਇਜ਼ ਸੈੱਟ ਕਰਨਾ ਹੈ, ਮਤਲਬ ਪੰਜਾਬੀ ਦਾ 10 ਮਾਰਕਸ ਦਾ, ਤਾਂ ਓਕੇ ਅਸੀਂ ਓਕੇ ਕੁਐਸਚਨ ਹਾਂਜੀ ਬੋਲ ਕੇ ਦੱਸ ਦਿੰਨੇ ਆ ਤੇ ਆਪਸ਼ਨ ਵੀ ਦੱਸ ਦਿੰਨੇ ਆ ਬੋਲ ਕੇ। ਲੇਕਿਨ ਜਦੋਂ ਅਸੀਂ ਠੀਕ ਹੈ ਉਹਨੂੰ ਓਪਨ ਕਰਦੇ ਆ, ਜਦੋਂ ਅਸੀਂ ਟੀਮ 'ਚ ਜਾ ਕੇ ਬੱਚਿਆਂ ਨੂੰ ਸੈਂਡ ਕਰਨਾ ਹੁੰਦਾ, ਤਾਂ ਕਈ ਵਾਰ ਉਹਦਾ ਫੌਂਟ ਜਿਹੜਾ ਹੈ ਚੇਂਜ ਹੋ ਜਾਂਦਾ, ਕੁਐਸਚਨ ਚੇਂਜ ਹੋ ਜਾਂਦਾ, ਤੇ ਜਿਹਦੇ ਕਰਕੇ ਸਾਨੂੰ ਬੜੀ ਸਮੱਸਿਆ ਆ ਜਾਂਦੀ ਹੈ। ਮੈਮ ਯੂਨੀਕੋਡ ਵਰਤੋ ਨਾ ਮੈਮ, ਯੂਨੀਕੋਡ 'ਚ ਕੋਈ ਸਮੱਸਿਆ ਨਹੀਂ ਆਉਂਦੀ। ਸਰ ਮਾਈਕਰੋਸਾਫਟ ਟੀਮ ਤੇ ਯੂਨੀਕੋਡ। ਮੈਮ ਯੂਨੀਕੋਡ ਤਾਂ ਤੁਹਾਡੇ ਕੰਪਿਊਟਰ ਨੇ ਟਾਈਪ ਕਰਨਾ ਹੈ ਨਾ, ਤੁਸੀਂ ਕੀਬੋਰਡ ਕਿਹੜਾ ਯੂਜ਼ ਕਰ ਰਹੇ ਹੋ। ਜਿਵੇਂ ਮੈਂ ਓਕੇ ਸਰ ਅੱਜ ਜੀ। ਇਨਸਕ੍ਰਿਪਟ ਕੀਬੋਰਡ ਬਾਰੇ ਦੱਸਾਂਗਾ ਤੁਹਾਨੂੰ। ਸੋ ਇਨਸਕ੍ਰਿਪਟ ਅੱਛਾ ਜੀ। ਕੀਬੋਰਡ ਨੂੰ ਯੂਜ਼ ਕਰੋ। ਹਫਤਾ ਕੁ ਲੱਗੇਗਾ ਮੈਡਮ ਟ੍ਰੇਨਿੰਗ ਨੂੰ ਤੁਹਾਨੂੰ, ਅਦਰਵਾਈਜ਼ ਓਕੇ ਮਤਲਬ ਸਰ। ਉਹਦੇ ਨਾਲ ਤੁਹਾਨੂੰ ਬਹੁਤ ਈਜ਼ੀ ਹੋ ਜਾਏਗਾ। ਓਕੇ ਸੋ ਸਰ, ਓਕੇ ਹਾਂਜੀ ਠੀਕ ਹੈ ਸਰ। ਹਾਂਜੀ 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 ਸਤਨਾਮ ਜੀ। ਹਾਂਜੀ ਸਰ, ਮੇਰਾ ਵੀ ਇਹੀ ਕੁਐਸਚਨ ਸੀ ਜਿਹੜਾ ਮੈਡਮ ਨੇ ਕੀਤਾ ਤੇ ਸੋਲਵ ਹੋ ਗਿਆ। ਦੱਸ ਦੋਗੇ ਤੁਸੀਂ ਬਾਅਦ ਵਿੱਚ ਨਾ। ਅੱਛਾ ਅੱਛਾ ਧੰਨਵਾਦ। ਠੀਕ ਹੈ ਜੀ, ਫਾਈਨ ਫਾਈਨ ਸਰ। ਹਾਂਜੀ ਕੋਈ ਹੋਰ ਟੀਚਰ ਕੁਝ ਗੱਲ ਕਰਨਾ ਚਾਹਣਗੇ, ਨਹੀਂ ਤਾਂ ਆਪਾਂ ਅੱਗੇ ਵੱਧ ਸਕਦੇ ਹਾਂ ਜੀ। ਓਕੇ ਸੋ ਹੁਣ ਮੈਂ ਪ੍ਰੈਜੈਂਟੇਸ਼ਨ ਵੱਲ ਆਪਣਾ ਮੂਵ ਕਰਾਂਗਾ। ਪੰਜਾਬੀ ਇਨਪੁਟ ਟੂਲਸ, ਬਿਕੋਜ਼ ਦੇਖੋ ਜਦੋਂ ਵੀ ਤੁਸੀਂ ਕੋਈ ਵੀ ਪੰਜਾਬੀ ਨੂੰ ਦੀ ਵਰਤੋਂ ਦੀ ਗੱਲ ਕਰਦੇ ਹੋ ਕੰਪਿਊਟਰ ਦੇ ਉੱਤੇ, ਇੱਕੋ ਹੀ ਚੀਜ਼ ਹੈ ਕਿ ਸਭ ਤੋਂ ਪਹਿਲਾਂ ਬੇਸਿਕ ਚੀਜ਼ ਹੈ ਤੁਹਾਨੂੰ ਪੰਜਾਬੀ ਦੀ ਟਾਈਪਿੰਗ ਕਰਨੀ ਆਣੀ। ਕੰਪਿਊਟਰ ਦੇ ਉੱਤੇ ਪੰਜਾਬੀ ਦੀ ਟਾਈਪਿੰਗ ਕਿਵੇਂ ਕਰਨੀ ਹੈ, ਬਿਕੋਜ਼ ਉਹੀ ਸਭ ਤੋਂ ਵੱਡਾ ਤੁਹਾਡਾ ਬੇਸ ਹੈ। ਤੁਸੀਂ ਪੰਜਾਬੀ ਦੀ ਟਾਈਪਿੰਗ ਕਿਵੇਂ ਕਰ ਸਕਦੇ ਹੋ, ਦੇਖੋ ਬਹੁਤ ਬਹੁਤ ਹੀ ਸਿੰਪਲ ਹੈ। ਜਦੋਂ ਜੇ ਤਾਂ ਤੁਸੀਂ ਇਨਸਕ੍ਰਿਪਟ ਕੀਬੋਰਡ ਦੀ ਯੂਜ਼ ਕਰੋਗੇ, ਹਫਤਾ 10 ਦਿਨ ਲਗਾ ਲਓ ਜੀ, ਤੁਹਾਨੂੰ ਸਭ ਕੁਝ ਆ ਜਾਏਗਾ ਟਾਈਪ ਕਰਨਾ। ਇੱਕ ਵਾਰੀ ਟਾਈਪ ਕਰਨਾ ਆ ਗਿਆ ਤੁਹਾਡੇ ਵਾਸਤੇ ਕੁਝ ਵੀ ਨਹੀਂ ਹੈ ਜੀ, ਬਾਕੀ ਮਤਲਬ ਸਭ ਕੁਝ ਈਜ਼ੀ ਹੈ, ਹਾਈਲੀ ਈਜ਼ੀ। ਬਟ ਯੂਨੀਕੋਡ ਟਾਈਪ ਕਰਨਾ ਆਪਾਂ, ਨॉन यूनिकोड फॉन्ट ਤੇ ਨਹੀਂ ਜਾਣਾ। ਹੁਣ ਆਪਾਂ ਯੂਨੀਕੋਡ ਟਾਈਪਿੰਗ ਹੀ ਸਿੱਖਣੀ ਹੈ ਔਰ ਬਹੁਤ ਈਜ਼ੀ ਹੈ ਉਹ ਸਿੱਖਣੀ। ਸੋ ਜਦੋਂ ਆਪਾਂ ਟਾਈਪਿੰਗ ਦੀ ਗੱਲ ਕਰਦੇ ਹਾਂ, ਆਪਾਂ ਕੀਬੋਰਡ ਦੇ ਥਰੂ ਵੀ ਟਾਈਪਿੰਗ ਕਰ ਸਕਦੇ ਹਾਂ, ਆਪਾਂ ਬੋਲ ਕੇ ਵੀ ਟਾਈਪਿੰਗ ਕਰ ਸਕਦੇ ਹਾਂ, ਈਵਨ ਹੱਥ ਨਾਲ ਲਿਖ ਕੇ ਵੀ ਟਾਈਪਿੰਗ ਕਰ ਸਕਦੇ ਹਾਂ, ਰਾਈਟ। ਸੋ ਜਦੋਂ ਆਪਾਂ ਟਾਈਪਿੰਗ ਦੀ ਗੱਲ ਕਰਦੇ ਹਾਂ, ਕੀਬੋਰਡਸ ਦੀ ਗੱਲ ਕਰਦੇ ਹਾਂ, ਤਾਂ ਆਪਣੇ ਕੋਲ 3 ਤਰ੍ਹਾਂ ਦੇ ਕੀਬੋਰਡ ਹੁੰਦੇ ਨੇ। ਇੱਕ ਰੈਮਿੰਗਟਨ ਕੀਬੋਰਡ, ਇੱਕ ਫੋਨੈਟਿਕ ਕੀਬੋਰਡ, ਇੱਕ ਇਨਸਕ੍ਰਿਪਟ ਕੀਬੋਰਡ। ਰਿਮਿੰਗਟਨ ਕੀਬੋਰਡ ਆਪਣੇ ਕੋਲ ਹੁੰਦੇ ਨੇ ਜਿਹੜੇ ਕਿ ਮੈਡਮ ਨੇ ਕਿਹਾ ਕਿ ਮੈਂ ਮੰਨ ਲਓ ਗੁਰਮੁਖੀ ਫੌਂਟ ਯੂਜ਼ ਕਰਦੇ ਆ, ਜਾਂ ਫਿਰ ਮੈਂ ਅਸੀਸ ਫੌਂਟ ਯੂਜ਼ ਕਰ ਰਹੇ ਹਾਂ। ਸੋ ਇਸ ਸਾਰੇ ਨॉन यूनिकोड ਫੌਂਟ ਨੇ ਜਿਨ੍ਹਾਂ ਨੂੰ ਵਰਤ ਕੇ ਆਪਾਂ ਟਾਈਪਿੰਗ ਕਰਦੇ ਹਾਂ। ਸੋ ਹੁਣ ਉਹ ਜ਼ਮਾਨਾ ਚਲਾ ਗਿਆ, ਹੁਣ ਆਪਾਂ ਨੂੰ ਮੂਵ ਕਰਨਾ ਚਾਹੀਦਾ ਹੈ ਕਿ ਆਪਾਂ ਯੂਨੀਕੋਡ ਟਾਈਪਿੰਗ ਕਰੀਏ, ਯੂਨੀਕੋਡ ਫੌਂਟ ਦੇ ਨਾਲ ਟਾਈਪਿੰਗ ਕਰੀਏ। ਸੋ ਨੈਕਸਟ ਆਪਣੇ ਕੋਲ ਕੀਬੋਰਡ ਹੈ ਫੋਨੈਟਿਕ ਕੀਬੋਰਡ। ਫੋਨੈਟਿਕ ਕੀਬੋਰਡ ਦੇ ਵਿੱਚ ਕੀ ਹੈ ਕਿ ਜਿਵੇਂ ਆਪਾਂ ਆਪਣੇ ਮੋਬਾਈਲ ਦੇ ਉੱਤੇ ਮੈਸੇਜ ਲਿਖਦੇ ਹਾਂ, ਤੁਹਾਡਾ ਕੀ ਹਾਲ ਹੈ, TUHADA ਤੁਹਾਡਾ, ਕੀ KEE ਕੀ, HAAL ਹਾਲ ਹੈ, HAI। ਸੋ ਇਹ ਫੋਨੈਟਿਕ ਹੋ ਗਿਆ, ਰਾਈਟ। ਤੀਸਰਾ ਆਪਣੇ ਕੋਲ ਹੈ ਇਨਸਕ੍ਰਿਪਟ ਕੀਬੋਰਡ, ਜਿਹੜੇ ਕਿ ਮਤਲਬ ਗਵਰਨਮੈਂਟ ਨੇ ਅਪਰੂਵ ਕੀਤਾ ਹੋਇਆ ਹੈ, ਔਰ ਕੋਈ ਵੀ ਟਾਈਪਿੰਗ ਟੈਸਟ ਹੁੰਦੇ ਨੇ ਉਹਦੇ ਵਿੱਚ ਇਨਸਕ੍ਰਿਪਟ ਕੀਬੋਰਡ ਦੀ ਹੀ ਵਰਤੋਂ ਕਰਨ ਲਈ ਕਿਹਾ ਜਾਂਦਾ ਹੈ, ਰਾਈਟ। ਸੋ ਇਹਨਾਂ ਤਿੰਨਾਂ ਦੀ ਜਸਟ ਮੈਂ ਤੁਹਾਨੂੰ ਇੱਕ ਰੂਪਰੇਖਾ ਦੱਸ ਦਾਂਗਾ। ਇਹ ਆਪਣੇ ਕੋਲ ਰੈਮਿੰਗਟਨ ਕੀਬੋਰਡ ਹੈ। ਇਹ ਜਿਹੜੀਆਂ ਕੀਜ਼ ਨੇ ਟਾਈਪਰਾਈਟਰ ਦੇ ਨਾਲ ਬਿਲਕੁਲ ਮੈਚ ਕਰਦੀਆਂ ਨੇ। ਸੋ ਸਾਰਿਆਂ ਨੇ ਟ੍ਰੈਡੀਸ਼ਨਲ ਟਾਈਪਰਾਈਟਰ ਦੇਖਿਆ ਹੋਣਾ ਹੈ, ਨੋ ਡਾਊਟ, ਕਿਉਂਕਿ ਕਈਆਂ ਦਾ ਹੱਥ ਹੈ ਜਿਹੜਾ ਉਹਦੇ ਤੇ ਹੀ ਭੱਜਦਾ ਹੈ, ਇਸ ਕਰਕੇ ਬਈ ਕਈਆਂ ਨੂੰ ਫਾਸਟ ਲੱਗਦਾ, ਈਜ਼ੀ ਵੀ ਇਹਨੂੰ। ਸੋ ਇਹਦੇ ਵਿੱਚ ਜਿਵੇਂ ਨॉन यूनिकोड ਕੀਬੋਰਡਸ ਨੇ, ਉਹਦੇ ਚ ਅਸੀਸ ਆ ਜਾਂਦਾ ਹੈ, ਗੁਰਮੁਖੀ ਆ ਜਾਂਦਾ ਹੈ। ਸੋ ਹਰੇਕ ਦੇ ਆਪਣੇ ਟਾਈਪਿੰਗ ਸਟਾਈਲਸ ਨੇ ਜਿਨ੍ਹਾਂ ਨੂੰ ਵਰਤ ਕੇ ਤੁਸੀਂ ਟਾਈਪ ਕਰ ਸਕਦੇ ਹੋ, ਪਰ ਇਹਨੂੰ ਹੁਣ ਅਬਸਲੀਟ ਕਰਤਾ ਆਪਾਂ, ਹੁਣ ਇਹਨੂੰ ਨਹੀਂ ਵਰਤਣਾ, ਤਾਂ ਕਿ ਆਪਾਂ ਨॉन यूनिकोड ਟਾਈਪਿੰਗ ਨਾ ਕਰੀਏ ਤੇ ਆਪਾਂ ਯੂਨੀਕੋਡ ਟਾਈਪਿੰਗ ਵੱਲ ਮੂਵ ਕਰੀਏ। ਫਿਰ ਆਪਣੇ ਕੋਲ ਆ ਜਾਂਦਾ ਫੋਨੈਟਿਕ ਕੀਵਰਡਸ। ਉਹਦੇ ਵਿੱਚ ਇਹ ਬਹੁਤ ਈਜ਼ੀ ਹੈ ਬਿਗਨਰਸ ਵਾਸਤੇ, ਜਿਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ, ਉਸ ਐਗਜ਼ਾਮਪਲ ਦੇ ਥਰੂ ਤੁਸੀਂ ਟਾਈਪਿੰਗ ਕਰ ਸਕਦੇ ਹੋ। ਤੇ ਇਹਨਾਂ ਦੀ ਤੁਸੀਂ ਦੇਖ ਵੀ ਸਕਦੇ ਹੋ ਕਿ ਏ ਐੜਾ, ਸਮਾਲ ਏ ਊੜਾ, ਸੋ ਸ ਕੈਪੀਟਲ ਐਸ ਪਾਉਂਗੇ ਸ਼ ਪਏਗਾ, ਸਮਾਲ ਐਸ ਪਾਉਂਗੇ ਸ। ਸੋ ਫੋਨੈਟਿਕਸ ਫੋਨੀਮਸ ਦੇ ਨਾਲ ਇਹਨੂੰ ਰਿਲੇਟ ਕੀਤਾ ਗਿਆ ਹੈ। ਇਹ ਹੈ ਇਨਸਕ੍ਰਿਪਟ। ਇਨਸਕ੍ਰਿਪਟ ਕੀਬੋਰਡ ਕੀ ਹੈ ਕਿ ਇਹ ਸਟੈਂਡਰਡਾਈਜ਼ ਕੀਤਾ ਗਿਆ ਇੰਡੀਅਨ ਗਵਰਨਮੈਂਟ ਦੁਆਰਾ ਟਾਈਪਿੰਗ ਵਾਸਤੇ। ਸੋ ਇਹਦੇ ਵਿੱਚ ਕੀ ਹੈ ਕਿ ਜਿਹੜੇ ਵੋਵਲਸ ਨੇ ਉਹ ਲੈਫਟ ਸਾਈਡ ਤੇ ਨੇ, ਔਰ ਜਿਹੜੇ ਕੰਸੋਨੈਂਟਸ ਨੇ ਉਹ ਰਾਈਟ ਸਾਈਡ ਤੇ ਨੇ। ਤੇ ਇਹ
ਆਪਣੇ ਕੋਲ ਜਦੋਂ ਵੀ ਟਾਈਪ ਕਰੋਗੇ ਇਨਸਕ੍ਰਿਪਟ ਕੀਬੋਰਡ ਨੂੰ ਯੂਜ਼ ਕਰਕੇ, ਉਦੋਂ ਤੁਹਾਡਾ ਰਾਵੀ ਮਤਲਬ ਯੂਨੀਕੋਡ ਦੇ ਵਿੱਚ ਹੀ ਟਾਈਪ ਹੋਏਗਾ। ਸੋ ਇਸ ਕਰਕੇ ਅੱਜ ਤੋਂ ਇਹ ਤੁਸੀਂ ਧਾਰ ਲਓ ਕਿ ਆਪਾਂ ਇਨਸਕ੍ਰਿਪਟ ਕੀਬੋਰਡ ਨੂੰ ਹੀ ਵਰਤਣਾ ਵਾ। ਜ਼ਰੂਰ ਥੋੜਾ ਸਮਾਂ ਲੱਗੇਗਾ, ਲੇਕਿਨ ਇੱਕ ਵਾਰੀ ਜਦੋਂ ਇਨਸਕ੍ਰਿਪਟ ਕੀਬੋਰਡ ਤੇ ਤੁਹਾਨੂੰ ਆਦਤ ਪੈ ਗਈ, ਬਹੁਤ ਸੌਖੇ ਹੋ ਜਾਓਗੇ। ਤੁਹਾਡੀ ਸਾਰੀ ਸਮੱਸਿਆ ਕੰਪਿਊਟਰ ਦੇ ਉੱਤੇ ਪੰਜਾਬੀ ਵਰਤੋਂ ਦੀ ਸਾਰੀ ਸਮੱਸਿਆ ਖਤਮ ਹੋ ਜਾਏਗੀ। ਸੋ ਇਹਦੇ ਤੇ ਜ਼ਿਆਦਾ ਟਾਈਮ ਨਹੀਂ ਲਵਾਂਗਾ, ਬਟ ਮੈਂ ਆਈਡੀਆ ਦਿੱਤਾ ਹੈ, ਐਕਸਪਲੋਰ ਕਰ ਸਕਦੇ ਹੋ, ਪ੍ਰੈਕਟਿਸ ਕਰ ਸਕਦੇ ਹੋ, ਔਰ ਅੱਗੇ ਤੋਂ ਪੰਜਾਬੀ ਇਨਸਕ੍ਰਿਪਟ ਕੀਬੋਰਡ ਨੂੰ ਹੀ ਫੋਲੋ ਕਰੋ। ਚਲੋ ਹੁਣ ਆਪਾਂ ਚੱਲਦੇ ਹਾਂ ਕਿ ਯੂਨੀਕੋਡ ਕੀ ਹੁੰਦਾ ਹੈ। ਜਿਵੇਂ ਕਿ ਮੈਮ ਨੇ ਸਟਾਰਟਿੰਗ ਦੇ ਵਿੱਚ ਕੁਐਸਚਨ ਪੁੱਛਿਆ ਸੀਗਾ ਕਿ ਜੇ ਮੈਂ ਮੰਨ ਲਓ ਅਸੀਸ ਦੇ ਵਿੱਚ ਟਾਈਪ ਕੀਤਾ ਹੋਇਆ ਉਹ ਮੈਂ ਬੱਚਿਆਂ ਨੂੰ ਭੇਜਦੀ ਹਾਂ ਤਾਂ ਉਹ ਉਹਨਾਂ ਨੂੰ ਨਹੀਂ ਦਿਖਦਾ ਜੇ ਉਹਨਾਂ ਦੇ ਲੈਪਟਾਪ ਦੇ ਉੱਤੇ ਅਸੀਸ ਫੌਂਟ ਇੰਸਟਾਲਡ ਨਹੀਂ ਹੁੰਦਾ। ਇਹਦਾ ਮਤਲਬ ਅਸੀਸ ਆਪਣੇ ਕੋਲ ਕੀ ਹੈ, ਇੱਕ ਨॉन यूनिकोड फॉन्ट है, ठीक है। और ओला फॉन्ट दूसरे दे सिस्टम ते भी होना जरूरी है, वो एक डिपेंडेंसी हो जाती है। उस चीज नूं खत्म करने वास्ते अपने कोल यूनिकोड आया, जिन्हों आपां कहने यूनिवर्सल करैक्टर एनकोडिंग। इहदे विच दुनिया दी हरेक लैंग्वेज दे करैक्टर दी मैपिंग अवेलेबल है, राइट। सो पंजाबी वास्ते भी हरेक करैक्टर दे कोरस्पोंडिंग एक मैपिंग है। जे आपां यूनिकोड दे विच टाइप कर लिया तां ओह ਜਿਹੜੇ ਮਰਜ਼ੀ ਸਿਸਟਮ ਤੇ ਲੈ ਜਾਓ, ਉਸ ਸਿਸਟਮ ਤੇ ਪੰਜਾਬੀ ਪ੍ਰੋਪਰਲੀ ਪੜ੍ਹੀ ਜਾਏਗੀ। ਆਪਾਂ ਨੂੰ ਕੋਈ ਸਪੈਸੀਫਿਕ ਐਕਸਟਰਾ ਫੌਂਟ ਇੰਸਟਾਲ ਕਰਨ ਦੀ ਲੋੜ ਨਹੀਂ ਪਏਗੀ। ਇਹ ਬਿਊਟੀ ਹੈ। ਔਰ ਪੰਜਾਬੀ ਦਾ ਜਿਹੜਾ ਯੂਨੀਕੋਡ ਫੌਂਟ ਦਾ ਨਾਮ ਹੈ, ਉਹਦਾ ਨਾਮ ਹੈ ਰਾਵੀ। ਜੇ ਤੁਸੀਂ MS ਵਰਡ ਓਪਨ ਕਰੋਗੇ, ਉਹਦੇ ਵਿੱਚ ਰਾਵੀ ਨੂੰ ਸਰਚ ਕਰ ਸਕਦੇ ਹੋ, ਰਾਵੀ ਤੁਹਾਨੂੰ ਅਵੇਲੇਬਲ ਹੋਏਗਾ। ਸੋ ਉਹ ਯੂਨੀਕੋਡ ਫੌਂਟ ਹੈ। ਯੂਨੀਕੋਡ ਦੂਸਰਿਆਂ ਨਾਲੋਂ ਕਿਵੇਂ ਡਿਫਰੈਂਟ ਹੈ, ਸੋ ਇਸ ਟੇਬਲ ਦੇ ਥਰੂ ਦੇਖੋ। ਜੇ ਤੁਸੀਂ ਮਤਲਬ ਜੇ ਟਾਈਮਸ ਨੂੰ ਰੋਮਨ ਦੇ ਵਿੱਚ ਆਪਾਂ ਇੰਗਲਿਸ਼ ਦੇ ਵਿੱਚ ਆ ਲੈਟਰਸ ਨੂੰ ਟਾਈਪ ਕਰ ਲਿਆ, ਅਸੀਸ ਦੇ ਵਿੱਚ ਇਹਨੂੰ ਇਸ ਤਰ੍ਹਾਂ ਆਪਣੀ ਮੈਪਿੰਗ ਹੈ, ਅੰਮ੍ਰਿਤ ਬੋਲੀ ਦੇ ਵਿੱਚ ਇਸ ਨੂੰ ਇਸ ਤਰ੍ਹਾਂ ਦੀ ਟਾਈਪਿੰਗ ਹੈ, ਅਨਮੋਲ ਹਿੰਦੀ ਵਿੱਚ ਇਸ ਤਰ੍ਹਾਂ ਟਾਈਪਿੰਗ ਹੈ। ਸੋ ਇਹ ਸਾਰੇ ਨॉन यूनिकोड ਫੌਂਟਸ ਨੇ, ਠੀਕ ਹੈ। ਸੋ ਕੀਬੋਰਡ ਲੇਆਊਟਸ ਦੀ ਆਪਾਂ ਆਲਰੇਡੀ ਗੱਲ ਕੀਤੀ ਹੈ, ਉਹਨੂੰ ਮੈਂ ਹੁਣ ਦੱਸਾਂਗਾ ਵੀ ਜੇ ਆਪਾਂ ਇਨਸਕ੍ਰਿਪਟ ਕੀਬੋਰਡ ਨੂੰ ਇੰਸਟਾਲ ਕਰਨਾ ਹੋਵੇ ਆਪਣੇ ਲੈਪਟਾਪ ਤੇ ਜਾਂ ਡੈਸਕਟਾਪ ਤੇ ਕਿਵੇਂ ਕਰਾਂਗੇ। ਆਪਣੇ ਕੋਲ ਵਿੰਡੋਜ਼ 7 ਦੇ ਵਿੱਚ ਕੰਟਰੋਲ ਪੈਨਲ ਹੁੰਦਾ ਹੈ। ਕੰਟਰੋਲ ਪੈਨਲ ਦੇ ਵਿੱਚ ਤੁਸੀਂ ਲੱਭ ਲੈਣਾ ਕਿ ਇੱਕ ਤੁਹਾਡੇ ਕੋਲ ਰੀਜਨ ਐਂਡ ਲੈਂਗੁਏजेस ਕਰਕੇ ਲੱਭੇਗਾ, ਉਹਦੇ ਵਿੱਚ ਤੁਹਾਡੇ ਕੋਲ ਕੀਬੋਰਡਸ ਐਂਡ ਲੈਂਗੁਏजेस ਲੱਭ ਜਾਏਗਾ, ਉਹਦੇ ਵਿੱਚ ਚੇਂਜ ਕੀਬੋਰਡਸ ਲੱਭੇਗਾ, ਤੇ ਫਿਰ ਤੁਸੀਂ ਉਹਦੇ ਵਿੱਚ ਪੰਜਾਬੀ ਲੈਂਗੁਏਜ ਨੂੰ ਐਡ ਕਰ ਲਓਗੇ। ਇਹਨੂੰ ਮੈਂ ਦੇਖੋ ਇਸ ਤਰ੍ਹਾਂ ਦਿਖਾਣਾ। ਤੁਸੀਂ ਕੰਟਰੋਲ ਪੈਨਲ 'ਚ ਜਾਣਾ ਹੈ, ਇਹ ਸਟੈਪ 1 ਹੈ ਜਿੰਦੇ ਵਿੱਚ ਆਪਣੇ ਕੋਲ ਰੀਜਨ ਐਂਡ ਲੈਂਗੁਏजेस ਆ ਰਹੇ ਆ। सर थोड़ी स्क्रीन नहीं शेयर हो रही। स्क्रीन नहीं शेयर हो रही? नहीं जी। ਹੁਣ ਆ ਰਹੀ ਹੈ ਮੈਮ? हो रही है सर, हो रही है जी, स्क्रीन आ रही है, हो रही है सर, हो रही है। ओके फाइन फाइन। मैम ਤੁਹਾਡੇ ਨੈਟ ਕਨੈਕਸ਼ਨ ਨੂੰ ਪਲੀਜ਼ ਚੈੱਕ ਕਰ ਲਓ, ਕਈ ਵਾਰ ਆਪਣੇ ਕੋਲ ਨੈਟ ਕਨੈਕਸ਼ਨ ਸਲੋ ਹੁੰਦਾ ਹੈ। ਆ ਦੇਖੋ ਜੀ, ਆਪਣੇ ਕੋਲ ਇਹ ਸਟੈਪ 1 ਹੈ ਜਿੰਦੇ ਵਿੱਚ ਆਪਾਂ ਕੰਟਰੋਲ ਪੈਨਲ ਦੇ ਵਿੱਚ ਆਪਾਂ ਰੀਜਨ ਐਂਡ ਲੈਂਗੁਏजेस ਨੂੰ ਦੇਖਿਆ। ਸਟੈਪ 2 ਦੇ ਵਿੱਚ ਦੇਖੋ ਜੀ, ਆਪਣੇ ਕੋਲ ਇੱਥੇ ਕੀਬੋਰਡਸ ਐਂਡ ਲੈਂਗੁਏजेस ਨੂੰ ਆਪਾਂ ਦੇਖ ਲਿਆ। ਸਟੈਪ 3 ਦੇ ਵਿੱਚ ਆਪਾਂ ਐਡ ਕਰ ਲਿਆ ਕੀਬੋਰਡ ਨੂੰ। ਫਿਰ ਸਟੈਪ 4 ਦੇ ਵਿੱਚ ਇੱਥੇ ਆਪਾਂ ਪੰਜਾਬੀ ਐਡ ਕਰ ਲਿਆ ਜੀ, ਤੇ ਸਟੈਪ 5 ਤੇ ਆਪਾਂ ਓਕੇ ਪ੍ਰੈਸ ਕੀਤਾ। ਇਹਦੇ ਨਾਲ ਆਪਣੇ ਕੋਲ ਕੀਬੋਰਡ ਆਪਾਂ ਐਡ ਕਰ ਸਕਦੇ ਹਾਂ। ਜੇ ਉਹ ਵਿੰਡੋਜ਼ 7 ਸੀ, ਵਿੰਡੋਜ਼ 10 ਦੀ ਗੱਲ ਕਰਦੇ ਹਾਂ ਤਾਂ ਆਪਾਂ ਸੈਟਿੰਗਸ ਤੇ ਜਾਵਾਂਗੇ, ਉਹਦੇ ਚ ਲੈਂਗੁਏਜ ਸੈਟਿੰਗਸ ਨੂੰ ਲੱਭ ਲਓਗੇ, ਐਡ ਲੈਂਗੁਏਜ ਕਰੋਗੇ, ਉਹਦੇ ਵਿੱਚ ਪੰਜਾਬੀ ਲੈਂਗੁਏਜ ਐਡ ਕਰ ਲੈਣਾ, ਤੇ ਫਿਰ ਤੁਸੀਂ ਪੰਜਾਬੀ ਨੂੰ ਐਡ ਕਰ ਲਓਗੇ। ਸੋ ਜੇ ਤੁਹਾਡੇ ਕੋਲ ਮਲਟੀਪਲ ਲੈਂਗੁਏजेस ਇੰਸਟਾਲਡ ਨੇ ਤੁਹਾਡੇ ਉਹਦੇ ਤੇ ਲੈਪਟਾਪ ਤੇ ਜਾਂ ਡੈਸਕਟਾਪ ਤੇ, ਤਾਂ ਤੁਸੀਂ ਵਿੰਡੋਜ਼ ਕੀ ਪਲੱਸ ਸਪੇਸ ਬਾਰ ਨੂੰ ਦਬੋਗੇ ਤਾਂ ਲੈਂਗੁਏਜ ਬਦਲਣੀ ਸ਼ੁਰੂ ਹੋ ਜਾਏਗੀ, ਜੇ ਮਤਲਬ ਜਿੰਨੀਆਂ ਵੀ ਲੈਂਗੁਏजेस ਤੁਹਾਡੇ ਕੋਲ ਇੰਸਟਾਲਡ ਨੇ। ਸੋ ਇਹ ਵਿੰਡੋਜ਼ 10 ਦਾ ਹੈ ਜਿੰਦੇ ਵਿੱਚ ਤੁਸੀਂ ਐਡ ਲੈਂਗੁਏਜ ਕਰ ਲਿਆ ਔਰ ਤੁਸੀਂ ਫਿਰ ਪੰਜਾਬੀ ਨੂੰ ਐਡ ਕਰ ਲਿਆ। ਪੰਜਾਬੀ ਤੋਂ ਬਾਅਦ ਤੁਸੀਂ ਇੰਸਟਾਲ ਨੂੰ ਕਲਿੱਕ ਕੀਤਾ ਔਰ ਇਸ ਤਰ੍ਹਾਂ ਤੁਹਾਡੇ ਕੋਲ ਇੰਸਟਾਲ ਹੋ ਗਿਆ। ਸੋ ਇਹ ਕੀਬੋਰਡ ਆ ਜਾਏਗਾ। ਫਿਰ ਫੋਨੈਟਿਕ ਕੀਬੋਰਡ ਐਡ ਕਰਨਾ ਹੈ ਤਾਂ ਉਹੀ ਸੇਮ ਪ੍ਰੋਸੀਜਰ ਕਰੋਗੇ। ਇਹਦੇ ਵਿੱਚ ਐਡ ਕੀਬੋਰਡ ਆਏਗਾ, ਉਹਦੇ ਵਿੱਚ ਪੰਜਾਬੀ ਫੋਨੈਟਿਕ ਕੀਬੋਰਡ ਤੁਸੀਂ ਉੱਥੇ ਸਿਲੈਕਟ ਕਰਨਾ ਹੈ, ਤਾਂ ਤੁਸੀਂ ਫੋਨੈਟਿਕ ਕੀਬੋਰਡ ਜਿਹੜਾ ਹੈ ਤੁਹਾਡਾ ਇੰਸਟਾਲ ਹੋ ਜਾਏਗਾ। ਪ੍ਰੋਸੈਸ ਉਹੀ ਹੈ, ਸਭ ਤੋਂ ਪਹਿਲਾਂ ਸੈਟਿੰਗਸ ਤੇ ਜਾਣਾ ਹੈ, ਫਿਰ ਲੈਂਗੁਏਜ ਸੈਟਿੰਗਸ ਤੇ ਜਾਣਾ ਹੈ, ਫਿਰ ਉਹਦੇ ਵਿੱਚ ਤੁਸੀਂ ਪੰਜਾਬੀ ਨੂੰ ਚੂਜ਼ ਕਰਨਾ ਹੈ, ਫਿਰ ਉਹਦੇ ਤੁਸੀਂ ਕਹੋਗੇ ਕੀਬੋਰਡ ਨੂੰ ਐਡ ਕਰਨਾ ਚਾਹੁੰਦੇ ਹੋ, ਪਰ ਕਿਹੜਾ ਕੀਬੋਰਡ ਐਡ ਕਰਨਾ ਹੈ, ਤੁਸੀਂ ਪੰਜਾਬੀ ਫੋਨੈਟਿਕ ਕੀ ਕਰਨਾ ਹੈ। ਸੋ ਇਸ ਤਰ੍ਹਾਂ ਪੰਜਾਬੀ ਫੋਨੈਟਿਕ ਕੀਬੋਰਡ ਹੈ ਜਿਹੜਾ ਉਹ ਲੈਂਗੁਏਜ ਬਾਰ ਦੇ ਉੱਤੇ ਡਿਸਪਲੇ ਹੋਣਾ ਸ਼ੁਰੂ ਹੋ ਜਾਏਗਾ। ਤੇ ਉਹੀ ਜੇ ਮਲਟੀਪਲ ਤੁਹਾਡੇ ਕੋਲ ਕੀਬੋਰਡ ਇੰਸਟਾਲ ਨੇ ਤਾਂ ਵਿੰਡੋਜ਼ ਪਲੱਸ ਸਪੇਸ ਕੀ ਦੇ ਨਾਲ ਤੁਸੀਂ ਆਪਣੀ ਲੈਂਗੁਏजेस ਨੂੰ ਸ਼ਿਫਟ ਕਰ ਸਕਦੇ ਹੋ। ਸੋ ਇਹ ਦੇਖੋ ਦਿਖਾਇਆ ਹੋਇਆ ਐਡ ਕੀਬੋਰਡ, ਤੇ ਉਹਦੇ ਵਿੱਚ ਪੰਜਾਬੀ ਫੋਨੈਟਿਕ ਕੀਬੋਰਡ, ਤੇ ਇਸ ਤਰ੍ਹਾਂ ਐਡ ਕਰ ਲਿਆ ਤੁਸੀਂ। ਪੰਜਾਬੀ ਫੋਨੈਟਿਕ ਕੀਬੋਰਡ ਜਿਹੜਾ ਐਕਟੀਵੇਟ ਹੋ ਗਿਆ ਤੁਹਾਡੇ ਕੀਬੋਰਡਸ ਦੇ ਵਿੱਚ।
ਸੋ ਜਦੋਂ ਪੰਜਾਬੀ ਫੋਨੈਟਿਕ ਕੀਬੋਰਡ ਦੀ ਗੱਲ ਕਰੋਗੇ, ਜੇ ਤੁਸੀਂ ਲਿਖੋਗੇ PATIALA ਪਟਿਆਲਾ ਤਾਂ ਆਪਣੇ ਆਪ ਹੀ ਉਹਨੇ ਪਟਿਆਲਾ ਤੁਹਾਨੂੰ ਲਿਖ ਦੇਣਾ। ਜੇ ਤੁਸੀਂ ਯੂਨੀਵਰਸਿਟੀ ਇਦਾਂ ਲਿਖੋਗੇ ਤਾਂ ਉਹਨੇ ਪੰਜਾਬੀ ਦੇ ਵਿੱਚ ਆਲਰੇਡੀ ਯੂਨੀਵਰਸਿਟੀ ਲਿਖ ਦੇਣਾ। ਸੋ ਇਹ ਦੇਖ ਸਕਦੇ ਹੋ ਕਿ ਤੁਹਾਡੇ ਕੋਲ ਮਲਟੀਪਲ ਕੀਵਰਡ ਜਿਹੜੇ ਨੇ ਅਵੇਲੇਬਲ ਨੇ। ਇਹ ਆਪਾਂ ਇਨਸਕ੍ਰਿਪਟ ਵਾਲਾ ਐਡ ਕੀਤਾ ਸੀਗਾ ਤੇ ਇਹ ਆਪਣੇ ਕੋਲ ਫੋਨੈਟਿਕਸ ਵਾਲਾ ਐਡ ਹੋ ਗਿਆ। ਸੋ ਦੋ ਤਰ੍ਹਾਂ ਦੇ ਨੇ। ਸੋ ਵਿੰਡੋਜ਼ ਪਲੱਸ ਸਪੇਸ ਕੀ ਦੇ ਨਾਲ ਤੁਸੀਂ ਮੂਵ ਕਰ ਸਕਦੇ ਹੋ, ਸ਼ਿਫਟ ਕਰ ਸਕਦੇ ਹੋ ਇੱਕ ਲੈਂਗੁਏਜ ਤੋਂ ਦੂਜੇ ਲੈਂਗੁਏਜ ਦੇ ਵਿੱਚ। ਫੌਂਟ ਬੇਸਡ ਕੀਬੋਰਡਸ, ਜਿਵੇਂ ਆਪਾਂ ਗੱਲ ਕਰ ਰਹੇ ਸੀ ਰੈਮਿੰਗਟਨ, ਰਾਈਟ। ਸੋ ਤੁਸੀਂ ਉਹ ਡਾਊਨਲੋਡ ਕਰ ਸਕਦੇ ਹੋ, ਕਿਉਂਕਿ ਆਪਾਂ ਨੂੰ ਉਹ ਵੀ ਆਪਾਂ ਨੂੰ ਇੰਸਟਾਲ ਕਰਨੇ ਪੈਣੇ ਨੇ ਕੀਬੋਰਡ ਛੋਟੇ ਜਿਹੇ ਆਪਾਂ ਕਹਿ ਸਕਦੇ ਹਾਂ ਸੌਫਟਵੇਅਰ ਟਾਈਪ ਦੇ ਹੁੰਦੇ ਨੇ, ਡਰਾਈਵਰ ਟਾਈਪ ਦੇ ਹੁੰਦੇ ਨੇ, ਜਿਨ੍ਹਾਂ ਨੂੰ ਆਪਾਂ ਇੰਸਟਾਲ ਕਰਨਾ ਪੈਂਦਾ ਹੈ। ਸੋ ਇਹ ਵੈਬਸਾਈਟਸ ਨੇ ਜਿਨ੍ਹਾਂ ਤੇ ਜਾ ਕੇ ਤੁਸੀਂ ਜਿਹੜੇ ਵੀ ਫੌਂਟ ਦੇ ਸਪੈਸੀਫਿਕ ਕੀਬੋਰਡ ਇੰਸਟਾਲ ਕਰਨਾ ਚਾਹੁੰਦੇ ਹੋ ਉਹ ਤੁਸੀਂ ਕਰ ਸਕਦੇ ਹੋ। ਸੋ ਤੁਹਾਨੂੰ ਜ਼ਿਪ ਫਾਈਲਾਂ ਮਿਲਣਗੀਆਂ, ਉਹਨਾਂ ਜ਼ਿਪ ਫਾਈਲਾਂ ਨੂੰ ਡਾਊਨਲੋਡ ਕਰਕੇ ਇੰਸਟਾਲ ਕਰ ਸਕਦੇ ਹੋ, ਰਾਈਟ। ਸੋ ਇਹ ਰੈਮਿੰਗਟਨ ਹੋ ਗਏ ਤੁਹਾਡੇ। ਸੋ ਇਹ ਅਸੀਸ ਦਾ ਕੀਬੋਰਡ ਹੈ। ਚਲੋ ਇਹ ਆਪਣੇ ਕੋਲ ਸੀਗਾ। ਜੇ ਤੁਸੀਂ ਲੈਪਟਾਪ ਜਾਂ ਡੈਸਕਟਾਪ ਯੂਜ਼ ਕਰ ਰਹੇ ਹੋ ਤਾਂ ਤੁਸੀਂ ਕਿਵੇਂ ਪੰਜਾਬੀ ਦੇ ਕੀਬੋਰਡ ਐਡ ਕਰਨੇ ਨੇ। ਜੇ ਹੁਣ ਤੁਸੀਂ ਮੋਬਾਈਲ ਫੋਨ ਦੀ ਗੱਲ ਕਰਦੇ ਹੋ ਤਾਂ ਕਿਵੇਂ ਕਰੋਗੇ। ਸਭ ਤੋਂ ਪਹਿਲਾਂ ਤੁਹਾਡੇ ਕੋਲ ਗੂਗਲ ਇੰਡਿਕ ਕੀਬੋਰਡ ਹੈ, ਆਈ ਥਿੰਕ ਕਾਫੀ ਜਣੇ ਤੁਸੀਂ ਯੂਜ਼ ਵੀ ਕਰ ਰਹੇ ਹੋ। ਜੀ ਬੋਰਡ ਹੈ, ਗੂਗਲ ਕੀਬੋਰਡ ਹੈ, ਤੁਸੀਂ ਕਾਫੀ ਯੂਜ਼ ਕਰ ਰਹੇ ਹੋ। ਔਰ ਲਿਪਿਕਾਰ ਆਪਣੇ ਕੋਲ ਪੰਜਾਬੀ ਕੀਬੋਰਡ ਹੈ, ਜਿਨ੍ਹਾਂ ਨੂੰ ਵੀ ਕਾਫੀ ਤੁਹਾਡੇ ਸਾਡੇ ਟੀਚਰਸ ਨੇ ਜੋ ਯੂਜ਼ ਕਰ ਰਹੇ ਨੇ। ਸੋ ਇਹ ਤਿੰਨਾਂ ਨੂੰ ਤੁਸੀਂ ਕਿਸੇ ਨੂੰ ਵੀ ਇੰਸਟਾਲ ਕਰਕੇ ਯੂਜ਼ ਕਰ ਸਕਦੇ ਹੋ, ਜਿੰਦੇ ਥਰੂ ਤੁਸੀਂ ਪੰਜਾਬੀ ਟਾਈਪ ਕਰ ਸਕਦੇ ਹੋ ਬੜੇ ਸੁਖਾਲੇ ਢੰਗ ਦੇ ਨਾਲ ਮੋਬਾਈਲ ਤੇ ਵੀ। ਜੇ ਗੂਗਲ ਇੰਡਿਕ ਕੀਬੋਰਡ ਨੂੰ ਇੰਸਟਾਲ ਕਰਨਾ ਹੈ ਤਾਂ ਤੁਸੀਂ ਪਹਿਲਾਂ ਤਾਂ ਨੋ ਡਾਊਟ ਉਹਨੂੰ ਡਾਊਨਲੋਡ ਕਰਨਾ ਪੈਣਾ ਹੈ, ਠੀਕ ਹੈ। ਫਿਰ ਉਸ ਤੋਂ ਬਾਅਦ ਤੁਸੀਂ ਅਨੇਬਲ ਇਨ ਸੈਟਿੰਗਸ ਕਰੋਗੇ, ਤੁਸੀਂ ਅਨੇਬਲ ਕਰੋਗੇ ਗੂਗਲ ਇੰਡਿਕ ਕੀਬੋਰਡ ਨੂੰ। ਸੋ ਉਹਦੇ ਵਿੱਚ ਤੁਸੀਂ ਸਿਲੈਕਟ ਇਨਪੁਟ ਮੈਥਡ ਕਰੋਗੇ ਤੇ ਇੰਗਲਿਸ਼ ਐਂਡ ਇੰਡਿਕ ਲੈਂਗੁਏਜਸ ਨੂੰ ਕਲਿੱਕ ਕਰ ਲਓਗੇ। ਸੋ ਇਹਦੇ ਵਿੱਚ ਇੰਗਲਿਸ਼ ਐਂਡ ਇੰਡਿਕ ਆ ਰਿਹਾ ਤਾਂ ਇੰਗਲਿਸ਼ ਐਂਡ ਇੰਡਿਕ ਨੂੰ ਤੁਸੀਂ ਇੱਥੇ ਸਿਲੈਕਟ ਕਰ ਲਓਗੇ। ਫਿਰ ਉਸ ਤੋਂ ਬਾਅਦ ਤੁਸੀਂ ਪਰਮਿਸ਼ਨਸ ਕਰ ਲਓਗੇ, ਆਪਣੀਆਂ ਪਰਮਿਸ਼ਨਸ ਨੂੰ ਸੈੱਟ ਕਰ ਲਿਆ। ਫਿਰ ਦੈਨ ਟਿਕਡ ਔਨ ਦਾ ਚੈੱਕ ਬਾਕਸ ਟੂ ਐਕਸੈਪਟ, ਤੁਸੀਂ ਐਕਸੈਪਟ ਉਹਨੇ ਵੈਸੇ ਹਰੇਕ ਮੋਬਾਈਲ ਐਪ ਨੂੰ ਕਰਦਾ। ਕਿਹੜੀ ਲੈਂਗੁਏਜ ਤੁਸੀਂ ਇਨਪੁਟ ਕਰਨੀ ਹੈ ਉਹ ਤੁਸੀਂ ਪੰਜਾਬੀ ਐਂਡ ਇੰਗਲਿਸ਼ ਨੂੰ ਚੂਜ਼ ਕਰ ਲਿਆ। ਸੋ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ। ਫਿਰ ਉਸ ਤੋਂ ਬਾਅਦ ਫੋਨੈਟਿਕ ਕੀਬੋਰਡ ਹੈ, ਪੰਜਾਬੀ ਕੀਬੋਰਡ ਹੈ, ਸੋ ਕੋਈ ਵੀ ਚੂਜ਼ ਕਰਕੇ ਤੁਸੀਂ ਕਰ ਸਕਦੇ ਹੋ। ਇਸੇ ਤਰ੍ਹਾਂ ਲਿਪਿਕਾਰ ਦੀ ਗੱਲ ਕਰਦੇ ਹਾਂ। ਲਿਪਿਕਾਰ ਇੱਕ ਹੋਰ ਆਪਣੇ ਕੋਲ ਫ੍ਰੀ ਫੋਨੈਟਿਕ ਕੀਬੋਰਡ ਹੈ। ਉਹਦੇ ਵਿੱਚ ਕੀ ਸੁਵਿਧਾਵਾਂ ਨੇ ਆਪਣੇ ਕੋਲ, ਤੁਸੀਂ ਇੰਗਲਿਸ਼ ਟਾਈਪਿੰਗ ਕਰ ਸਕਦੇ ਹੋ, ਵੌਇਸ ਟੂ ਇੰਗਲਿਸ਼ ਕਰ ਸਕਦੇ ਹੋ, ਫੋਨੈਟਿਕ ਪੰਜਾਬੀ ਇੰਗਲਿਸ਼ ਕਰ ਸਕਦੇ ਹੋ, ਵੌਇਸ ਟੂ ਪੰਜਾਬੀ ਵੀ ਕਰ ਸਕਦੇ ਹੋ। ਸੋ ਇਹ ਲਿਪਿਕਾਰ ਦੇ ਵਿੱਚ ਆਪਣੇ ਕੋਲ ਫੈਸਿਲਿਟੀਜ਼ ਅਵੇਲੇਬਲ ਨੇ। ਲਿਪਿਕਾਰ ਪੰਜਾਬੀ ਕੀਬੋਰਡ ਤੁਸੀਂ ਇੰਸਟਾਲ ਕਰਕੇ ਪੰਜਾਬੀ ਬਹੁਤ ਸੁਖਾਲੇ ਢੰਗ ਦੇ ਨਾਲ ਮੋਬਾਈਲ ਤੇ ਟਾਈਪ ਕਰ ਸਕਦੇ ਹੋ। ਸੋ ਇਹ ਆਪਣੇ ਕੋਲ ਪ੍ਰੋਸੀਜਰ ਨੇ ਜਿਨ੍ਹਾਂ ਦੇ ਥਰੂ ਆਪਾਂ ਲਿਪਿਕਾਰ ਪੰਜਾਬੀ ਕੀਬੋਰਡ, ਪਹਿਲਾਂ ਇੰਸਟਾਲ ਕੀਬੋਰਡ ਹੋ ਗਿਆ। ਲਿਪਿਕਾਰ ਪੰਜਾਬੀ ਕੀਬੋਰਡ ਨੂੰ ਤੁਸੀਂ ਅਨੇਬਲ ਕਰੋਗੇ, ਇਸ ਨੂੰ ਬਟਨ ਨੂੰ ਇੱਧਰ ਥੋੜਾ ਜਿਹਾ ਟਿਲਟ ਕਰਕੇ ਫਿਰ ਕੀਬੋਰਡ ਨੂੰ ਅਨੇਬਲ ਕਰ ਲਿਆ। ਫਿਰ ਆਪਣੇ ਕੋਲ ਲਿਪਿਕਾਰ ਪੰਜਾਬੀ ਕੀਬੋਰਡ ਅਨੇਬਲ ਹੋ ਗਿਆ ਆਪਣੇ ਕੋਲ। ਸੋ ਉਹਦੇ ਬੇਸਿਸ ਤੇ ਫਿਰ ਤੁਸੀਂ ਜੇ ਵੌਇਸ ਟਾਈਪਿੰਗ ਕਰਨੀ ਹੈ ਤਾਂ ਉਹਨੂੰ ਅਨੇਬਲ ਕਰਨਾ ਪਏਗਾ, ਅਨੇਬਲ ਵੌਇਸ ਟਾਈਪਿੰਗ, ਰਾਈਟ। ਸੋ ਜਦੋਂ ਵੌਇਸ ਟਾਈਪਿੰਗ ਨੂੰ ਅਨੇਬਲ ਕਰਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਕੀ ਹੈ ਆਪਣਾ ਮਾਈਕਰੋਫੋਨ ਅਲਾਉ ਕਰਨਾ ਪੈਂਦਾ ਹੈ ਤੇ ਤੁਸੀਂ ਆਪਣੇ ਮਾਈਕਰੋਫੋਨ ਨੂੰ ਅਲਾਉ ਕਰ ਦੋਗੇ। ਸੋ ਇਸ ਤਰ੍ਹਾਂ ਤੁਸੀਂ ਟਾਈਪਿੰਗ ਕਰ ਸਕਦੇ ਹੋ ਬੋਲ ਕੇ। ਸੋ ਇਸ ਮਾਈਕਰੋਫੋਨ ਦੇ ਥਰੂ ਤੁਸੀਂ ਬੋਲ ਕੇ ਵੀ ਟਾਈਪ ਕਰ ਸਕਦੇ ਹੋ। ਸੋ ਫੋਨੈਟਿਕ ਕੀਬੋਰਡ ਵੀ ਲਿਪਿਕਾਰ ਦੇ ਵਿੱਚ ਹੈ, ਜਿਨ੍ਹਾਂ ਨੂੰ ਯੂਜ਼ ਕਰਕੇ ਤੁਸੀਂ ਕਰ ਸਕਦੇ ਹੋ। ਸੋ ਇਸ ਤਰ੍ਹਾਂ ਤੁਸੀਂ ਫਿਰ ਜੀ ਬੋਰਡ ਤੇ ਆ ਜਾਂਦੇ ਆ। ਜੀ ਬੋਰਡ ਇੱਕ ਅਨਦਰ ਫ੍ਰੀ ਮਲਟੀਲਿੰਗੁਅਲ ਕੀਬੋਰਡ ਹੈ। ਸੋ ਇਹ ਮਲਟੀਲਿੰਗੁਅਲ ਫੋਨੈਟਿਕ ਟਾਈਪਿੰਗ ਹੈ, डायरेक्ट मल्टीलिंगुअल टाइपिंग कीबोर्ड है, वॉइस टू मल्टीलिंगुअल है, हैंड रिटन टू मल्टीलिंगुअल है और गूगल ट्रांसलेटर भी ਇਹਦੇ ਵਿੱਚ ਨਾਲ ਦੇ ਨਾਲ ਦਿੱਤਾ ਹੋਇਆ ਹੈ। ਸੋ ਕਾਫੀ ਫੀਚਰਸ ਨੇ ਜਿਹੜੇ ਕਿ ਆਪਾਂ ਨੂੰ ਜੀਬੋਰਡ ਨੂੰ ਇੰਸਟਾਲ ਕਰਨ ਤੇ ਮਿਲ ਜਾਂਦੇ ਆ। ਸੋ ਅਨੇਬਲ ਸੈਟਿੰਗਸ, ਫਿਰ ਤੁਹਾਡੇ ਕੋਲ ਜਦੋਂ ਆ ਜਾਏਗਾ ਜੀਬੋਰਡ ਮਲਟੀਲਿੰਗੁਅਲ ਟਾਈਪਿੰਗ ਨੂੰ ਇਹਨੂੰ ਅਨੇਬਲ ਕਰਨਾ ਪਏਗਾ ਤੁਹਾਨੂੰ ਜੀ। ਇਹਨੂੰ ਅਨੇਬਲ ਕਰ ਲਓ। ਅਨੇਬਲ ਕਰਨ ਤੋਂ ਬਾਅਦ ਤੁਸੀਂ ਸਿਲੈਕਟ ਇਨਪੁਟ ਮੈਥਡ ਕਿਹੜਾ ਯੂਜ਼ ਕਰਨਾ ਚਾਹੁੰਦੇ ਹੋ, ਤੁਸੀਂ ਜੀਬੋਰਡ ਨੂੰ ਇਹਦੇ ਵਿੱਚ ਕਲਿੱਕ ਕਰੋਗੇ। ਫਿਰ ਇਹ ਲੈਂਗੁਏਜਸ ਬਾਰੇ ਪੁੱਛੇਗਾ, ਤੁਸੀਂ ਇਹਦੇ ਵਿੱਚ ਕੀਬੋਰਡ ਐਡ ਕਰ ਸਕਦੇ ਹੋ। ਕੀਬੋਰਡ ਦੇ ਵਿੱਚ ਤੁਸੀਂ ਪੰਜਾਬੀ ਨੂੰ ਚੂਜ਼ ਕਰ ਲਓਗੇ। ਉਸ ਤੋਂ ਬਾਅਦ ਤੁਸੀਂ ਕੀਬੋਰਡ ਨੂੰ ਚੇਂਜ ਵੀ ਕਰ ਸਕਦੇ ਹੋ। ਸੋ ਪੰਜਾਬੀ ਫੋਨੈਟਿਕ ਕੀਬੋਰਡ ਆ ਗਿਆ ਤੁਹਾਡੇ ਕੋਲ। ਮਾਈਕ ਨੂੰ ਕਲਿੱਕ ਕਰਕੇ ਵੌਇਸ ਟਾਈਪਿੰਗ ਕਰ ਸਕਦੇ ਹੋ। ਮਾਈਕ ਨੂੰ ਯੂਜ਼ ਕਰਕੇ ਤੁਸੀਂ ਬੋਲ ਕੇ ਵੀ ਕਰ ਸਕਦੇ ਹੋ। हैंड रिटन ਦੇ ਕਰਨੇ ਹੋਵੇ ਤਾਂ हैंड रिटन ਵਾਸਤੇ ਇਹ ਦੇਖੋ ਊੜਾ ਐੜਾ ਤੁਸੀਂ ਇੱਥੇ ਟਾਈਪ ਹੱਥ ਨਾਲ ਲਿਖ ਸਕਦੇ ਹੋ। ਆਪਣੇ ਆਪ ਇਹ ਪਛਾਣ ਜਾਏਗਾ ਕਿ ਤੁਸੀਂ ਕੀ ਟੁੱਟੀ ਫੁੱਟੀ ਰਾਈਟਿੰਗ ਦੇ ਵਿੱਚ ਇੱਥੇ ਲਿਖ ਪਾਏ ਔਰ ਉਹਨੂੰ ਆਪਣੇ ਆਪ ਹੀ ਪਹਿਚਾਣ ਕੇ ਤੁਹਾਨੂੰ ਆਪਸ਼ਨਸ ਦੇ ਦੇਗਾ ਵੀ ਇਹ ਤੁਸੀਂ ਟਾਈਪ ਕਰਨਾ ਚਾਹੁੰਦੇ ਸੀ, ਕੀ ਇਹ ਠੀਕ ਹੈ। ਜੇ ਠੀਕ ਹੈ ਤੁਹਾਨੂੰ ਤੁਸੀਂ ਐਕਸੈਪਟ ਕਰ ਸਕਦੇ ਹੋ। ਸੋ हैंड राइटिंग पैड भी अवेलेबल है अपने को, राइट। सो इस के थ्रू
ट्रांसलेटर भी है ਇਹਦੇ ਵਿੱਚ, ਤੁਸੀਂ ਕੁਝ ਵੀ ਟਾਈਪ ਕਰੋਗੇ ਉਹਨੂੰ ਟਰਾਂਸਲੇਟ ਕਰ ਸਕਦੇ ਹੋ। ਆ ਦੇਖੋ ਇਹ ਆਪਸ਼ਨ ਆਪਣੇ ਕੋਲ ਟਰਾਂਸਲੇਟਰ ਦੀ ਅਵੇਲੇਬਲ ਹੈ। ਜਦੋਂ ਜੀ ਬੋਰਡ ਨੂੰ ਯੂਜ਼ ਕਰੋਗੇ ਤਾਂ ਇਹ ਟਰਾਂਸਲੇਟ ਵੀ ਕਰਕੇ ਦਿਖਾ ਦੇਗਾ। ਤੁਸੀਂ ਇਹਦੇ ਵਿੱਚ ਲੈਂਗੁਏਜਸ ਦੱਸ ਸਕਦੇ ਹੋ ਵੀ ਕਿਹੜੀ ਲੈਂਗੁਏਜ ਤੋਂ ਕਿਹੜੀ ਲੈਂਗੁਏਜ ਦੇ ਵਿੱਚ ਤੁਸੀਂ ਟਰਾਂਸਲੇਟ ਕਰਨਾ ਚਾਹੁੰਦੇ ਹੋ। ਸੋ ਫੌਂਟ ਬਾਰੇ ਆਪਾਂ ਨੂੰ ਪਤਾ ਚੱਲ ਗਿਆ, ਯੂਨੀਕੋਡ ਨਾਨ ਯੂਨੀਕੋਡ ਬਾਰੇ ਪਤਾ ਚੱਲ ਗਿਆ। ਸੋ ਇਹ ਪੰਜਾਬੀ ਦੇ ਯੂਨੀਕੋਡ ਫੌਂਟਸ ਨੇ ਜਿਨ੍ਹਾਂ ਨੂੰ ਆਪਾਂ ਵਰਤ ਸਕਦੇ ਆ। ਆਕਾਸ਼ ਹੈ, ਅਮਰ ਕਲਮੀ ਹੈ, ਅਨਮੋਲ ਯੂਨੀ ਬਾਣੀ ਹੈ, ਚਾਤਰਿਕ ਯੂਨੀ ਹੈ, ਗੁਰਮੁਖੀ UCSB ਯੂਨੀ ਹੈ, ਲੋਹਿਤ ਪੰਜਾਬੀ ਹੈ, ਸਾਬ ਹੈ, ਸਖਲ ਭਾਰਤੀ ਹੈ। ਬਾਕੀ ਬਹੁਤ ਸਾਰੇ ਗੁਰਮੁਖੀ ਫੌਂਟਸ ਅਵੇਲੇਬਲ ਨੇ ਇਸ ਵੈਬਸਾਈਟ ਤੇ ਜਿਨ੍ਹਾਂ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਕਹੋਗੇ ਤਾਂ ਇਹ ਫੌਂਟਸ ਅਸੀਂ ਡਾਊਨਲੋਡ ਵੀ ਕੀਤੇ ਹੋਏ ਆ, ਤੁਹਾਡੇ ਸਾਰਿਆਂ ਨਾਲ ਅਸੀਂ ਸਾਂਝੇ ਵੀ ਕਰ ਸਕਦੇ ਹਾਂ। ਸੋ ਇਹ ਜਿਹੜੀ ਨੀਚੇ ਤੁਸੀਂ ਵੇਖ ਰਹੇ ਹੋ ਵੈਬਸਾਈਟ ਬਿਲਕੁਲ ਬਾਟਮ ਤੇ ਦੇਖੋ, ਇੱਥੇ ਬਹੁਤ ਸਾਰੇ ਹੋਰ ਵੀ ਪੰਜਾਬੀ ਦੇ ਯੂਨੀਕੋਡ ਫੌਂਟਸ ਅਵੇਲੇਬਲ ਨੇ ਜਿਹੜੇ ਤੁਸੀਂ ਵਰਤ ਸਕਦੇ ਹੋ ਔਰ ਆਰਟਿਸਟਿਕ ਵੀ ਨੇ ਬਹੁਤ ਜ਼ਿਆਦਾ। ਸੋ ਬੜੇ ਜਲਦੀ ਮੈਂ ਤੁਹਾਨੂੰ ਦੱਸਾਂਗਾ। ਦੇਖੋ ਇੱਕ ਬੁਲਾਰਾ ਹੈ, ਇਹਦੀ ਸ਼ੇਪ ਤੋਂ ਤੁਸੀਂ ਪਹਿਚਾਨ ਸਕਦੇ ਹੋ ਕਿ ਤੁਸੀਂ ਇਹ ਫੌਂਟ ਅੱਜ ਕੱਲ ਆਪਾਂ ਜਿਵੇਂ ਆਪਣੇ ਕੋਲ MS ਵਰਡ ਦੇ ਵਿੱਚ ਇੰਗਲਿਸ਼ ਦੇ ਵਿੱਚ ਆਪਾਂ ਬਹੁਤ ਸਾਰੇ ਬੰਤਰ ਦੇ ਨਾਲ ਲਿਖ ਸਕਦੇ ਹਾਂ, ਉਵੇਂ ਇਹਦੇ ਵਿੱਚ ਵੀ ਆਪਾਂ ਕਾਫੀ ਜ਼ਿਆਦਾ ਸਟਾਈਲ ਦੇ ਨਾਲ ਲਿਖ ਸਕਦੇ ਹਾਂ ਪੰਜਾਬੀ ਨੂੰ। ਸੋ ਉਹਲੇ ਫੌਂਟ ਨੂੰ ਸਿਲੈਕਟ ਕਰਨਾ ਹੈ। ਸੋ ਇਹਦੇ ਵਿੱਚ ਦੇਖ ਸਕਦੇ ਹੋ ਕਿ ਇਹ ਨਵੀਂ ਤਰ੍ਹਾਂ ਦਾ ਇੱਕ ਫੌਂਟ ਉਹਨਾਂ ਨੇ ਦਿੱਤਾ ਹੈ ਜਿੰਦੀ ਕਿ ਇਸ ਤਰ੍ਹਾਂ ਦੀ ਰੂਪ ਰੇਖਾ ਹੈ। ਜੇ ਆਰਟਿਸਟਿਕ ਦੀ ਗੱਲ ਕਰਦੇ ਹੋ ਤਾਂ ਦੇਖੋ ਥੋੜੇ ਜਿਹੇ ਆਰਟਿਸਟਿਕ ਰੂਪ ਦੇਤਾ ਇਹਨਾਂ ਨੇ, ਦੇਣਾ ਚਾਹੋਗੇ। ਜੇ ਇਹ ਦੇਖੋ ਫੈਮਿਲੀ ਇੱਕ ਅਲੱਗ ਤਰ੍ਹਾਂ ਦਾ ਫੌਂਟ ਹੈ ਜਿੰਦੀ ਇੱਕ ਬੰਤਰ ਤੁਹਾਨੂੰ ਹੋਰ ਤਰ੍ਹਾਂ ਦੀ ਦਿਖ ਰਹੀ ਹੈ। ਜੇ ਤੁਸੀਂ ਹੋਰ ਸਟਾਈਲ ਦੇ ਨਾਲ ਦੇਖਣਾ ਚਾਹੁੰਦੇ ਹੋ ਤਾਂ ਆਹ ਦੇਖੋ ਆਪਣੇ ਕੋਲ ਬੜੇ ਸਟਾਈਲ ਦੇ ਨਾਲ ਦਵਾਰਕਾ ਵਾਲੇ ਦਿਖ ਰਹੇ ਨੇ। ਜੇ ਤੁਸੀਂ ਹੋਰ ਤਰ੍ਹਾਂ ਦੇ ਸਟਾਈਲ ਦੇਖਣੇ, ਮਗਜ਼ ਥਿਨ ਹੈ, ਇਹ ਹਰ ਤਰ੍ਹਾਂ ਦੇ ਨੇ, ਇਹ ਅਲੱਗ ਸਟਾਈਲ ਦੇ ਨੇ, ਆਰਟਿਸਟਿਕ ਨੇ। ਇਹ ਹੋਰ ਆਰਟਿਸਟਿਕ ਟਾਈਪ ਦੇ ਨੇ, ਇਹ ਵੀ ਇੱਕ ਆਰਟਿਸਟਿਕ ਟਾਈਪ ਦੇ ਨੇ, ਯੂਨੀਕੋਡ ਫੌਂਟ ਹੀ ਹੈ। ਸੋ ਇਹ ਵੀ ਆਰਟਿਸਟਿਕ ਫਾਈਂਡ ਹੈ। ਸੋ ਮੈਂ ਜਸਟ ਸਟਾਈਲਿਸ਼ ਦੇਖਣਾ ਚਾਹੁੰਦੇ ਹੋ, ਸਟਾਈਲਿਸ਼ ਪੰਜਾਬੀ ਯੂਨੀਕੋਡ ਫੌਂਟਸ ਨੇ, ਇਹ ਹੋਰ ਵੀ ਸਟਾਈਲਿਸ਼ ਨੇ। ਸੋ ਇਸ ਤਰ੍ਹਾਂ ਦੇਖ ਸਕਦੇ ਹੋ ਕਿ ਹੋਰ ਵੀ ਸਟਾਈਲਿਸ਼ ਫੌਂਟਸ ਤੁਸੀਂ ਯੂਨੀਕੋਡ ਤੇ ਦੇਖ ਸਕਦੇ ਹੋ। ਸੋ ਇਵਨ ਇਹ ਹੈਂਡ ਰਾਈਟਿੰਗ ਵਾਲਾ ਵੀ ਅਵੇਲੇਬਲ ਹੈ ਇਹਨਾਂ ਦਾ। ਸੋ ਜੇ ਤੁਸੀਂ ਆ ਦੇਖਣਾ ਚਾਹੋਗੇ ਤਾਂ ਦੁਕਾਨਦਾਰ ਇਹਨਾਂ ਨੇ ਨਾਮ ਰੱਖਿਆ ਜੀ, ਠੀਕ ਹੈ ਜੀ। ਸੋ ਇਹ ਅਲੱਗ ਤਰ੍ਹਾਂ ਦਾ ਜੋਤ ਪੰਜਾਬੀ ਹੈ, ਭੋਜਨਸ਼ਾਲਾ ਕਰਕੇ ਇੱਕ ਹੈ ਪੰਜਾਬੀ, GHP ਫੁੱਲ ਹੈ, PG ਮਾਨਸਾ ਪੰਜਾਬੀ ਯੂਨੀਕੋਡ ਹੈ, PG ਮੁਸਕਾਨ ਹੈ, 35 ਅੱਖਰੀ ਹੈ, ਪੁਰਾਣੀ ਪੰਜਾਬੀ ਹੈ। ਸੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਬਹੁਤ ਸਾਰੇ ਫੌਂਟਸ ਨੇ ਜਿਹੜੇ ਕਿ ਬਹੁਤ ਅਵੇਲੇਬਲ ਨੇ, ਜਿਨ੍ਹਾਂ ਨੂੰ ਤੁਸੀਂ ਡਾਊਨਲੋਡ ਕਰਕੇ ਆਪਣੇ ਸਿਸਟਮ ਤੇ ਇੰਸਟਾਲ ਕਰਕੇ ਜਦੋਂ ਵੀ ਜੇ ਮੰਨ ਲਓ ਕੋਈ ਲੇਖ ਲਿਖ ਰਹੇ ਹੋ ਜਾਂ ਕੋਈ ਵੀ ਆਪਾਂ ਕਈ ਵਾਰ ਸਜਾਵਟ ਲਈ ਆਪਾਂ ਕਿਤੇ ਕੋਈ ਪੋਸਟਰ ਲਗਾਉਣਾ ਹੈ ਤਾਂ ਫੌਂਟਸ ਨੂੰ ਚੂਜ਼ ਕਰਕੇ, ਜਿਵੇਂ ਆਪਾਂ MS ਵਰਡ ਦੇ ਵਿੱਚ ਇੰਗਲਿਸ਼ ਨੂੰ ਫੌਂਟਸ ਨੂੰ ਯੂਜ਼ ਕਰਦੇ ਹਾਂ, ਜਿੱਥੇ ਵੱਡਾ ਉਹਨੂੰ ਦਿਖਾਣਾ ਹੈ, ਕੋਈ ਸਟਾਈਲਿਸ਼ ਲਿਖਣਾ ਹੈ ਤਾਂ ਆਪਾਂ ਫੌਂਟਸ ਨੂੰ ਚੂਜ਼ ਕਰਕੇ ਸਿੰਪਲੀ ਲਿਖ ਸਕਦੇ ਹਾਂ। ਇਹਦੇ ਵਿੱਚ ਕੋਈ ਮੈਜਿਕ ਨਹੀਂ ਹੈ ਜਾਂ ਕੋਈ ਬਹੁਤ ਕੰਪਲੈਕਸਿਟੀ ਨਹੀਂ ਹੈ ਕਿ ਪੰਜਾਬੀ ਨੂੰ ਕਿਵੇਂ ਕੰਪਿਊਟਰ ਦੇ ਵਿੱਚ ਵਰਤਣਾ ਹੈ। ਸੋ ਮੇਨ ਕੀ ਹੈ, ਉਹੀ ਪੰਜਾਬੀ ਦੇ ਫੌਂਟਸ ਨੂੰ ਵੀ ਤੁਸੀਂ ਆਪਣੇ ਤਰੀਕੇ ਦੇ ਨਾਲ ਵਰਤਣਾ ਹੈ ਵੀ ਕਿਹੜੀ ਥਾਂ ਤੇ ਕਿਹੜਾ ਵਰਤਣਾ ਹੈ ਤਾਂ ਕਿ ਉਹ ਸੋਹਣਾ ਡਾਕੂਮੈਂਟ ਬਣ ਜੇ। ਸੋ ਤੁਹਾਡੇ ਕੋਲ ਫੌਂਟਸ ਹੋਣੇ ਚਾਹੀਦੇ ਨੇ ਜਿਹੜੇ ਕਿ ਮੈਂ ਤੁਹਾਨੂੰ ਲਿਸਟ ਪ੍ਰੋਵਾਈਡ ਕਰਤੀ ਹੈ, ਤੁਸੀਂ ਡਾਊਨਲੋਡ ਕਰ ਸਕਦੇ ਨੇ, ਉਹਨਾਂ ਨੂੰ ਯੂਜ਼ ਕਰਕੇ ਦੇਖ ਸਕਦੇ ਹੋ ਔਰ ਬਹੁਤ ਈਜ਼ੀ ਹੈ ਇਸ ਨੂੰ ਯੂਜ਼ ਕਰਨਾ, ਬਹੁਤ ਵੱਡੀ ਗੱਲ ਨਹੀਂ ਹੈ। ਸੋ MS ਆਫਿਸ ਤੋਂ ਸਾਰਿਆਂ ਨੇ ਵਰਤੇ ਹੈ। MS ਆਫਿਸ ਆਪਾਂ ਪੰਜਾਬੀ ਕਿਵੇਂ MS ਆਫਿਸ ਦੇ ਵਿੱਚ ਪੰਜਾਬੀ ਨੂੰ ਵਰਤ ਸਕਦੇ ਹਾਂ, ਉਵੇਂ ਹੀ ਸੇਮ ਜਿਵੇਂ ਕਿ ਆਪਾਂ ਇੰਗਲਿਸ਼ ਨੂੰ ਵਰਤਦੇ ਹਾਂ, ਬਸ ਤੁਹਾਨੂੰ ਪੰਜਾਬੀ ਟਾਈਪਿੰਗ ਕਰਨੀ ਆਣੀ ਜ਼ਰੂਰੀ ਹੈ, ਰਾਈਟ। ਸੋ ਕੀਬੋਰਡ ਨੂੰ ਸਵਿਚ ਕਿਵੇਂ ਕਰਨਾ ਹੈ ਉਹ ਆਪਾਂ ਆਲਰੇਡੀ ਦੇਖ ਸਕਦੇ ਹਾਂ, ਵਿੰਡੋਜ਼ ਪਲੱਸ ਸਪੇਸ ਬਾਰ ਨੂੰ ਯੂਜ਼ ਕਰਕੇ, ਠੀਕ ਹੈ। ਸੋ ਉਹਦੇ ਨਾਲ ਤੁਸੀਂ ਆਪਣੀ ਪੰਜਾਬੀ ਦੇ ਕੀਬੋਰਡਸ ਨੂੰ ਚੂਜ਼ ਕਰ ਲਓਗੇ ਔਰ ਪੰਜਾਬੀ ਨੂੰ ਟਾਈਪ ਕਰਨਾ ਸ਼ੁਰੂ ਕਰ ਦੋਗੇ। ਜਦੋਂ ਪੰਜਾਬੀ ਨੂੰ ਟਾਈਪ ਕਰ ਲਿਆ ਤਾਂ ਤੁਹਾਡੇ ਕੋਲ ਬਹੁਤ ਸਾਰੇ ਫੌਂਟਸ ਜਿਹੜੇ ਇੰਸਟਾਲਡ ਨੇ, ਤੁਸੀਂ ਆਪਣੇ ਸਟਾਈਲ ਦੇ ਫੌਂਟ ਯੂਜ਼ ਕਰ ਸਕਦੇ ਹੋ ਔਰ ਬਹੁਤ ਸੋਹਣਾ ਡਾਕੂਮੈਂਟ ਬਣਾ ਸਕਦੇ ਹੋ। ਸੋ ਇਹ ਇੰਗਲਿਸ਼ ਕੀਬੋਰਡ ਐਕਟੀਵੇਟ ਹੋ ਗਿਆ। ਫਿਰ ਆਪਾਂ ਪੰਜਾਬੀ ਗੁਰਮੁਖੀ ਸਪੇਸ ਵਿੰਡੋ ਸਪੇਸ ਕੀਬੋਰਡ ਨੂੰ ਜਦੋਂ ਕਲਿੱਕ ਕੀਤਾ ਤਾਂ ਤੁਸੀਂ ਦੇਖਦੇ ਹੋ ਕਿ ਆਪਣੇ ਕੋਲ ਪੰਜਾਬੀ ਦਾ ਕੀਬੋਰਡ ਆ ਗਿਆ, ਕਰ ਲਿਆ। ਆ ਟੌਪ ਤੇ ਦੇਖੋ ਆਪਣੇ ਕੋਲ ਫੌਂਟ ਆ ਗਿਆ ਤਾਂ ਰਾਵੀ ਫੌਂਟ ਹੈ। ਰਾਵੀ ਕੀ ਹੈ? ਯੂਨੀਕੋਡ ਫੌਂਟ ਹੈ ਆਪਣੇ ਕੋਲ। ਸੋ ਜੇ ਸੌਰਟਿੰਗ ਕਰਨੀ ਹੈ ਤਾਂ ਉਹੀ ਇੰਗਲਿਸ਼ ਜਿਵੇਂ ਆਪਾਂ ਸੌਰਟਿੰਗ ਕਰਦੇ ਹਾਂ ਉਵੇਂ ਇਹਦੇ ਸੌਰਟਿੰਗ ਕਰਨੀ ਹੈ। ਆਪਣੇ ਕੋਲ A ਤੇ Z ਹਾਈ ਸੌਰਟ ਵਾਲਾ ਆਪਸ਼ਨ ਹੁੰਦਾ ਹੈ ਉਹ ਟੌਪ ਤੇ। ਸੋ ਇਹਨੂੰ ਆਪਾਂ ਯੂਜ਼ ਕਰਕੇ ਆਪਾਂ ਸੌਰਟਿੰਗ ਕਰ ਸਕਦੇ ਹਾਂ। ਦੇਖੋ ਸੋ ਉਵੇਂ ਜਿਵੇਂ ਆਪਾਂ ਇੰਗਲਿਸ਼ ਦੇ ਟੈਕਸਟ ਨੂੰ ਪੈਰਾਗ੍ਰਾਫ ਕਰਦੇ ਹਾਂ ਉਵੇਂ ਇਹਨੂੰ ਵੀ ਆਪਾਂ ਉਵੇਂ ਕਰਨਾ ਹੈ, ਫਾਰਮੈਟਿੰਗ ਕਰਨੀ ਹੈ। ਸੋ ਇਹਦੇ ਵਿੱਚ ਕੋਈ ਡਿਫਰੈਂਟ ਨਹੀਂ ਹੈ। MS ਵਰਡ ਦੇ ਵਿੱਚ ਸਭ ਕੁਝ ਉਵੇਂ ਹੀ ਹੈ ਜਿਵੇਂ ਕਿ ਇੰਗਲਿਸ਼ ਨੂੰ ਆਪਾਂ ਯੂਜ਼ ਕਰਦੇ ਹਾਂ। ਇਹਦੇ ਚ ਇਹ ਹੈ ਕਿ ਬਸ ਇੱਕ ਟੈਕਸਟ ਪੰਜਾਬੀ ਚ ਹੈ, ਅਦਰਵਾਈਜ਼ ਜਿਹੜੇ ਫੀਚਰ ਤੁਸੀਂ MS ਵਰਡ ਦੇ ਵਿੱਚ ਇੰਗਲਿਸ਼ ਚ ਸਿੱਖੇ ਨੇ ਉਹੀ ਇਹ ਕਰ ਸਕਦੇ ਹੋ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ ਡਿਕਟੇਟ ਦੀ ਆਪਸ਼ਨ ਹੈ। ਸੋ ਇਹ ਡਿਕਟੇਟ ਆਪਸ਼ਨ ਯੂਜ਼ ਕਰ ਸਕਦੇ ਹੋ ਟਾਈਪਿੰਗ ਲਈ ਬੋਲ ਕੇ। ਹਾਊ ਟੂ ਸਰਚ ਪੰਜਾਬੀ ਟੈਕਸਟ ਇਨ ਦਾ ਟੈਕਸਟ। ਸੋ ਆਪਾਂ ਨੂੰ ਇਹ ਪਤਾ ਹੀ ਹੈ ਕਿ ਪੰਜਾਬੀ ਟੈਕਸਟ ਆਪਾਂ ਸਰਚ ਕਰਨਾ ਹੋਵੇ ਤਾਂ ਫਾਈਂਡ ਐਂਡ ਰਿਪਲੇਸ ਹੈ। ਜਿੱਥੇ ਤੁਸੀਂ ਇੰਗਲਿਸ਼ ਦਾ ਅੱਖਰ ਲੱਭਣ ਵਾਸਤੇ ਇੰਗਲਿਸ਼ ਟਾਈਪ ਕਰਦੇ ਸੀ, ਉੱਥੇ ਹੁਣ ਪੰਜਾਬੀ ਨੂੰ ਟਾਈਪ ਕਰਨ ਲੱਭਣ ਵਾਸਤੇ ਅੱਖਰ
ਸੋ ਇਹਦੇ ਵਿੱਚ ਆਪਾਂ ਗੰਗਾ ਟਾਈਪ ਕੀਤਾ ਤਾਂ ਗੰਗਾ ਵਾਲੇ ਉਹਨੇ ਸ਼ੋ ਕਰਤੇ ਸਾਰੇ। ਸੋ ਸੇਮ ਪ੍ਰੋਸੀਜਰ ਹੈ ਜਿਵੇਂ ਆਪਾਂ ਇੰਗਲਿਸ਼ ਨੂੰ ਵਰਤਦੇ ਹਾਂ। ਸੋ ਉਹੀ ਫਾਈਂਡ ਐਂਡ ਰਿਪਲੇਸ ਵਾਲਾ ਵੀ ਸੇਮ ਪ੍ਰੋਸੀਜਰ ਹੈ ਜਿਹੜਾ ਕਿ ਆਪਾਂ ਇੰਗਲਿਸ਼ ਵਰਤਦੇ ਹਾਂ। ਸੋ ਐਵੇਂ ਐਕਸਲ ਦੇ ਵਿੱਚ ਜਦੋਂ ਪੰਜਾਬੀ ਨੂੰ ਵਰਤਣਾ ਹੈ ਤੇ ਪਾਵਰ ਪੁਆਇੰਟ 'ਚ ਵਰਤਣਾ, ਉਹਦੇ ਵਿੱਚ ਵੀ ਕੋਈ ਵੱਡੀ ਗੱਲ ਨਹੀਂ ਹੈ। ਜਿੱਥੇ ਤੁਸੀਂ ਪੰਜਾਬੀ ਟਾਈਪ ਕਰਨਾ ਚਾਹੁੰਦੇ ਹੋ, ਆਣਾ ਕੀ ਚੀਜ਼ ਹੈ ਤੁਹਾਨੂੰ? ਪੰਜਾਬੀ ਟਾਈਪਿੰਗ ਕਰਨੀ। ਕੀਬੋਰਡ ਕੀ ਹੈ ਆਪਣਾ? ਪੰਜਾਬੀ ਦਾ ਕੀਬੋਰਡ ਵਰਤਣਾ ਹੈ। ਟਾਈਪਿੰਗ ਕਰ ਲਓ ਪੰਜਾਬੀ ਦੇ ਵਿੱਚ, ਤੁਹਾਡੀ ਐਕਸਲ ਦੇ ਵਿੱਚ ਪੰਜਾਬੀ ਟਾਈਪ ਕਰ ਪਾਓਗੇ, ਕੋਈ ਵੱਡੀ ਗੱਲ ਤਾਂ ਹੈ ਨਹੀਂ। ਐਕਸਲ ਯੂਜ਼ ਕੀਤੀ ਹੋਈ ਹੈ ਜੇ ਤੁਸੀਂ, ਤੇ ਜਿਵੇਂ ਇੰਗਲਿਸ਼ 'ਚ ਟਾਈਪ ਕਰਦੇ ਹੋ ਬਸ ਟਾਈਪਿੰਗ ਪੰਜਾਬੀ 'ਚ ਕਰਨੀ ਹੈ, ਬਾਕੀ ਕੰਮ ਤਾਂ ਸਾਰਾ ਸੇਮ ਐਕਸਲ ਦਾ ਵੀ ਰਹਿਣਾ। ਇੱਦਾਂ ਹੀ ਜਦੋਂ ਤੁਸੀਂ ਆਪਣੀ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਬਣਾ ਰਹੇ ਹੋ ਤਾਂ ਉਹਦੇ ਵਿੱਚ ਵੀ ਤੁਸੀਂ ਕੀ ਕਰਨਾ ਹੈ? ਆਪਣੀ ਟਾਈਪਿੰਗ ਪੰਜਾਬੀ 'ਚ ਕਰਨੀ ਹੈ। ਬਾਕੀ ਹੋਰ ਤਾਂ ਸਾਰੀਆਂ ਗੱਲਾਂ ਉਹੀ ਨੇ ਜਿਹੜੀਆਂ ਕਿ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦੇ ਵਿੱਚ ਆਪਾਂ ਇੰਗਲਿਸ਼ ਦੇ ਟਾਈਪਿੰਗ ਦੇ ਵਿੱਚ ਵਰਤਦੇ ਹਾਂ, ਸਲਾਈਡਸ ਨੂੰ ਬਣਾਉਣ ਵਾਸਤੇ ਕਰਦੇ ਹਾਂ, ਪਰ ਤੁਹਾਨੂੰ ਪੰਜਾਬੀ ਦੀ ਟਾਈਪਿੰਗ ਆਣੀ ਜ਼ਰੂਰੀ ਹੈ। ਜੇ ਤੁਸੀਂ ਪੰਜਾਬੀ ਦੇ ਵਿੱਚ ਆਪਣੀ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਬਣਾਉਣੀ ਹੈ ਤਾਂ ਪੰਜਾਬੀ ਦੇ ਵਿੱਚ ਤੁਸੀਂ ਟਾਈਪ ਕਰਨਾ ਜਾਣਦੇ ਹੋਣਾ ਜ਼ਰੂਰੀ ਹੈ। ਇਹ ਬਹੁਤ ਇੱਕ ਪਾਵਰਫੁਲ ਟੂਲ ਹੈ ਜਿਹੜਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਦੇਣ ਹੈ। ਅੱਖਰ ਫ੍ਰੀ ਆਫ ਕਾਸਟ ਹੈ। ਜਿਵੇਂ MS ਵਰਡ ਹੈ ਉਵੇਂ ਹੀ ਇੱਕ ਅੱਖਰ ਇੰਡਿਕ ਵਰਡ ਪ੍ਰੋਸੈਸਰ ਹੈ। ਤੁਸੀਂ ਇਹਨੂੰ ਸਿੰਪਲੀ ਡਾਊਨਲੋਡ ਕਰ ਲਓ ਅੱਖਰ iwp.com ਤੇ ਜਾ ਕੇ, ਠੀਕ ਹੈ। ਉਹ ਕੀ ਹੈ? ਅੱਖਰ AKHAR ਅੱਖਰ iwp.com ਇਸ ਵੈਬਸਾਈਟ ਤੇ ਜਾ ਕੇ ਜਦ ਤੁਸੀਂ ਅੱਖਰ ਨੂੰ ਡਾਊਨਲੋਡ ਕਰੋ, ਇਹ ਫ੍ਰੀ ਆਫ ਕਾਸਟ ਹੈ, ਇਹਨੂੰ ਤੁਸੀਂ ਵਰਤ ਸਕਦੇ ਹੋ। ਔਰ ਮੈਂ ਫੀਚਰਸ ਦੇਖੋ ਇਹਦੇ 'ਚ ਕੀ ਹੈ। ਪਹਿਲਾਂ ਤਾਂ ਉੱਪਰ ਤੁਹਾਨੂੰ ਬਿਲਕੁਲ MS ਵਰਡ ਦੀ ਤਰ੍ਹਾਂ ਹੀ ਲੱਗੇਗਾ ਸਾਰਾ ਕੁਝ ਜੋ ਵੀ ਤੁਸੀਂ ਆਏ। ਇਹਦੇ ਵਿੱਚ ਨਵੀਂ ਚੀਜ਼ ਜਿਹੜੀ ਤੁਹਾਨੂੰ ਦਿਖੇਗੀ ਹੈ ਲੈਂਗੁਏਜ ਟੂਲਸ। ਲੈਂਗੁਏਜ ਟੂਲਸ ਦੇ ਵਿੱਚ ਕੀ ਹੈ ਕਿ ਜਦੋਂ ਤੁਸੀਂ ਟਾਈਪਿੰਗ ਕਰਨੀ ਹੈ, ਟਾਈਪਿੰਗ ਤੁਸੀਂ ਫੋਨੇਟਿਕ ਵੀ ਕਰ ਸਕਦੇ ਹੋ। ਉੱਪਰ ਦੇਖੋ ਤੁਹਾਡੇ ਕੋਲ ਰੋਮਨਾਈਜ਼ਡ ਟਾਈਪਿੰਗ ਆ ਰਹੀ ਹੈ, ਤੁਸੀਂ ਚੂਜ਼ ਕੀਤਾ ਗੁਰਮੁਖੀ। ਜੇ ਪੰਜਾਬੀ ਦੇ ਵਿੱਚ ਕੁਝ ਟਾਈਪ ਕਰਨਾ ਤਾਂ ਬਹੁਤ ਸੌਖੇ ਤਰੀਕੇ ਦੇ ਨਾਲ ਟਾਈਪ ਕਰ ਸਕਦੇ ਹੋ, ਜਿਵੇਂ ਕਿ ਆਪਾਂ ਮੈਸੇਜ ਟਾਈਪ ਕਰਦੇ ਹਾਂ, ਰਾਈਟ। ਸੋ ਇਹਦੇ ਵਿੱਚ ਜੇ ਮੈਂ ਲੈਂਗੁਏਜ ਟੂਲਸ ਨੂੰ ਸਿਲੈਕਟ ਕੀਤਾ ਤਾਂ ਆ ਦੇਖੋ ਫੌਂਟ ਕਨਵਰਟਰ ਤੁਹਾਡੇ ਕੋਲ ਇੱਥੇ ਹੀ ਅਵੇਲੇਬਲ ਹੈ। ਜੇ ਤੁਹਾਡੇ ਕੋਲ ਨਾਨ ਯੂਨੀਕੋਡ ਫੌਂਟ ਦੇ ਵਿੱਚ ਕੋਈ ਮੈਟਰ ਅਵੇਲੇਬਲ ਹੈ, ਇੱਥੇ ਕਾਪੀ ਕਰੋ, ਇਹਨੂੰ ਕਲਿੱਕ ਕਰੋ, ਇਹ ਆਪਣੇ ਆਪ ਹੀ ਉਹਨੂੰ ਯੂਨੀਕੋਡ 'ਚ ਕਨਵਰਟ ਕਰਕੇ ਦੇ ਦੇਗਾ। ਟਾਈਪਿੰਗ ਕਰਨੀ ਹੈ ਇੱਥੋਂ ਦੀ ਸਿੰਪਲੀ ਇਹ ਗੁਰਮੁਖੀ ਪੰਜਾਬੀ 'ਚ ਟਾਈਪਿੰਗ ਕਰਨੀ ਹੈ, ਰੋਮਨਾਈਜ਼ਡ ਟਾਈਪਿੰਗ ਕਰਨੀ ਹੈ। ਟਾਈਪਿੰਗ ਕਰਨਾ ਸ਼ੁਰੂ ਕਰ ਦਿਓ, ਇਹ ਟਾਈਪਿੰਗ ਕਰ ਦੇਗਾ। ਫਿਰ ਗ੍ਰਾਮਰ ਚੈਕਰ, ਇਹਦੇ ਵਿੱਚ ਸਪੈਲ ਚੈਕਰ ਅਵੇਲੇਬਲ ਹੈ। ਜਦੋਂ ਤੁਹਾਡੇ ਕੋਲ ਕੋਈ ਪੰਜਾਬੀ ਦਾ ਡਾਕੂਮੈਂਟ ਹੈ ਉਹਨੂੰ ਜਦੋਂ ਸਪੈਲ ਚੈਕਰ ਕਰੋਗੇ ਤਾਂ ਗਲਤੀਆਂ ਦੱਸ ਦੂਗਾ ਵੀ ਜਿੱਥੇ ਗਲਤੀਆਂ ਨੇ, ਨਾਲ ਸੁਜੈਸ਼ਨ ਵੀ ਦੱਸੇਗਾ ਵੀ ਇਹ ਗਲਤੀਆਂ ਨੇ, ਇਹਦੀ ਇਹ ਕਰੈਕਸ਼ਨ ਬਣਦੀ ਹੈ, ਇਹਨੂੰ ਠੀਕ ਕਰ ਲਓ। ਜੇ ਕੋਈ ਇੰਗਲਿਸ਼ ਦੇ ਨੰਬਰ ਨੇ ਜਾਂ ਜਿਵੇਂ 1 2 3 ਲਿਖਿਆ ਹੋਇਆ ਉਹਨਾਂ ਨੂੰ ਤੁਸੀਂ ਵਰਡਸ ਕਰਨਾ ਚਾਹੁੰਦੇ ਹੋ ਤਾਂ ਇਹ ਵਰਡਸ ਦੇ ਵਿੱਚ ਵੀ ਨਾਲ ਹੀ ਕਰ ਦੂਗਾ। ਇੱਥੇ ਟਰਾਂਸਲਿਟਰੇਸ਼ਨ ਦੀ ਆਪਸ਼ਨ ਵੀ ਹੈਗੀ ਹੈ, ਸਾਰੇ ਡਾਕੂਮੈਂਟ ਨੂੰ ਟਰਾਂਸਲਿਟਰੇਟ ਕਰ ਦੇਗਾ। OCR ਆਪਟੀਕਲ ਕਰੈਕਟਰ ਰੈਕਗਨੀਸ਼ਨ, ਮੰਨ ਲਓ ਕੋਈ ਤੁਹਾਡੇ ਕੋਲ ਇੱਕ ਇਮੇਜ ਹੈ, ਪੰਜਾਬੀ ਦੀ ਕੋਈ ਕਿਤਾਬ ਮਿਲ ਗਈ, ਉਹ ਕਿਤਾਬ ਨੂੰ ਇਹ ਡਿਜੀਟਾਈਜ਼ਡ ਕਨਵਰਟ ਕਰ ਦੇਗਾ, ਉਹਨਾਂ ਚੋਂ ਮੈਟਰ ਨੂੰ ਐਕਸਟਰੈਕਟ ਕਰਕੇ ਵਰਡ ਦੀ ਫਾਈਲ ਬਣਾ ਕੇ ਦੇ ਦੇਗਾ ਤੁਹਾਨੂੰ। ਡਿਕਸ਼ਨਰੀ ਅਵੇਲੇਬਲ ਹੈ, ਕੋਈ ਤੁਸੀਂ ਡਿਕਸ਼ਨਰੀ ਲੱਭਣਾ ਚਾਹੁੰਦੇ ਹੋ, ਕੋਈ ਅਕਸ਼ਰ ਲੱਭਣਾ ਚਾਹੁੰਦੇ ਹੋ ਪੰਜਾਬੀ ਦੇ, ਇੰਗਲਿਸ਼ ਟੂ ਪੰਜਾਬੀ ਡਿਕਸ਼ਨਰੀ ਅਵੇਲੇਬਲ ਹੈ, ਤੁਸੀਂ ਯੂਜ਼ ਕਰ ਸਕਦੇ ਹੋ। ਔਨ ਸਕਰੀਨ ਕੀਬੋਰਡ, ਜੇ ਤੁਹਾਨੂੰ ਟਾਈਪ ਕਰਨਾ ਔਖਾ ਲੱਗਦਾ ਤਾਂ ਕੀਬੋਰਡ ਇਹ ਸਾਹਮਣੇ ਦੇ ਦੂਗਾ, ਤੁਸੀਂ ਉਹਨੂੰ ਕਲਿੱਕ ਕਰਕੇ ਕਰ ਸਕਦੇ ਹੋ। ਸੋ ਇਸ ਤਰ੍ਹਾਂ ਬਹੁਤ ਸਾਰੇ ਫੀਚਰਸ ਨੇ, ਬਹੁਤ ਹੀ ਸੁਖਾਲੇ ਢੰਗ ਦੇ ਨਾਲ ਤੁਸੀਂ ਪੰਜਾਬੀ ਦੀ ਪ੍ਰੋਸੈਸਿੰਗ ਜਿਹੜੀ ਹੈ ਇਸ ਅੱਖਰ ਸੌਫਟਵੇਅਰ ਦੇ ਥਰੂ ਕਰ ਸਕਦੇ ਹੋ। ਸੋ ਇੰਟੈਲੀਜੈਂਟ ਫੌਂਟ ਕਨਵਰਟਰ ਹੈ ਇਹਦੇ ਵਿੱਚ, ਯੂਨੀਕੋਡ ਟਾਈਪਿੰਗ ਬਹੁਤ ਸੁਖੇਲੇ ਤਰੀਕੇ ਦੇ ਨਾਲ ਕਰ ਸਕਦੇ ਹੋ, ਰੋਮਨਾਈਜ਼ਡ ਟਾਈਪਿੰਗ, ਗ੍ਰਾਮਰ ਚੈਕਰ, ਸਪੈਲ ਚੈਕਰ, ਟਰਾਂਸਲਿਟਰੇਸ਼ਨ, ਟਰਾਂਸਲੇਸ਼ਨ, OCR ਮਤਲਬ ਇਮੇਜ ਦੇ ਵਿੱਚੋਂ ਟੈਕਸਟ ਨੂੰ ਐਕਸਟਰੈਕਟ ਕਰਨਾ, ਡਿਕਸ਼ਨਰੀਜ਼ ਨੂੰ ਯੂਜ਼ ਕਰਨਾ, ਇਹ ਸਾਰਾ ਕੁਝ ਤੁਸੀਂ ਇਹਦੇ ਵਿੱਚ ਬਹੁਤ ਸੌਖੇ ਤਰੀਕੇ ਦੇ ਨਾਲ ਕਰ ਸਕਦੇ ਹੋ। ਸੋ ਇਹ ਪੰਜਾਬੀ ਯੂਨੀਕੋਡ ਟਾਈਪਿੰਗ ਫੈਸਿਲਿਟੀ ਹੈ ਅੱਖਰ ਦੇ ਵਿੱਚ। ਇਹ ਰੋਮਨਾਈਜ਼ਡ ਪੰਜਾਬੀ ਟਾਈਪਿੰਗ ਫੈਸਿਲਿਟੀ ਹੈ। ਇਹਦੇ ਚ ਇੰਟੈਲੀਜੈਂਟ ਕਿਉਂ ਆ? ਦੇਖੋ ਸਲਮਾਨ ਖਾਨ ਨੇ ਖਾਣਾ ਖਾਨ, ਸੋ ਆਪਣੇ ਆਪ ਹੀ ਤੁਹਾਨੂੰ ਆਪਸ਼ਨ ਦੇਗਾ ਕਿ ਇਹ ਖਾਣ ਇਹਲਾ ਖਾਣ ਆਣਾ ਚਾਹੀਦਾ ਹੈ। ਸੋ ਇਹ ਔਨ ਸਕਰੀਨ ਪੰਜਾਬੀ ਦੇ ਕੀਬੋਰਡਸ ਨੇ ਜਿਹੜੇ ਕਿ ਆਪਣੇ ਕੋਲ ਅੱਖਰ ਦੇ ਵਿੱਚ ਅਵੇਲੇਬਲ ਨੇ। ਪੰਜਾਬੀ ਦੇ ਫੌਂਟ ਕਨਵਰਟਰ ਨੇ, ਤੁਸੀਂ ਟੈਕਸਟ ਪਾਓਗੇ ਇਹ ਆਪਣੇ ਆਪ ਫੌਂਟ ਨੂੰ ਵੀ ਆਇਡੈਂਟੀਫਾਈ ਕਰ ਲੇਗਾ ਵੀ ਕਿਹੜੇ ਫੌਂਟ ਦੇ ਵਿੱਚ ਤੁਸੀਂ ਤੁਹਾਡਾ ਮੈਟਰ ਹੈ ਤੇ ਤੁਸੀਂ ਕਿਵੇਂ ਇਹਨੂੰ ਟਰਾਂਸਲੇਟ ਫੌਂਟ ਦੇ ਵਿੱਚ ਯੂਨੀਕੋਡ 'ਚ ਕਨਵਰਟ ਕਰਨਾ ਚਾਹੁੰਦੇ ਹੋ। ਸੋ ਸਪੈਲ ਚੈਕਰ ਇਹ ਬਹੁਤ ਵਧੀਆ ਦੱਸੇਗਾ। ਦੇਖੋ ਲਾਸਟ ਦੇ ਵਿੱਚ ਸਿਫਾਰਿਸ਼ ਇੱਕ ਗਲਤੀ ਸੀਗੀ, ਇਹਨੇ ਤੁਹਾਨੂੰ ਦੱਸਿਆ ਵੀ ਆਹ ਸਿਫਾਰਿਸ਼ ਦੇ ਹੋਣੇ ਚਾਹੀਦੇ ਨੇ, ਤੁਸੀਂ ਚੂਜ਼ ਕਰਕੇ ਆਪਣਾ ਠੀਕ ਕਰ ਸਕਦੇ ਹੋ। ਸੋ ਗ੍ਰਾਮਰ ਚੈਕਰ ਵੀ ਇਹ ਠੀਕ ਕਰਕੇ ਦੱਸ ਦਿੰਦਾ ਹੈ। ਨੰਬਰਾਂ ਨੂੰ ਵਰਡਸ ਦੇ ਵਿੱਚ ਕਨਵਰਟ ਕਰਨਾ ਹੋਵੇ, ਵਰਡ ਨੂੰ ਨੰਬਰਾਂ 'ਚ ਕਨਵਰਟ ਕਰਨਾ ਹੋਵੇ, ਕਨਵਰਟ ਕਰਕੇ ਤੁਹਾਨੂੰ ਦੇ ਦੇਗਾ। ਟੂਲ ਟਿਪ ਡਿਕਸ਼ਨਰੀ, ਕਿਸੇ ਵੀ ਵਰਡ ਦੇ ਉੱਤੇ ਤੁਸੀਂ ਆਪਣਾ ਮਾਊਸ ਨੂੰ ਲੈ ਕੇ ਜਾਓਗੇ ਤਾਂ ਉਹਦਾ ਮਤਲਬ ਦੱਸੇਗਾ ਸਾਰਾ ਇਹ। ਫਿਰ ਗੁਰਮੁਖੀ ਟੂ ਸ਼ਾਹਮੁਖੀ ਤੁਸੀਂ ਟਰਾਂਸਲਿਟਰੇਟ ਕਰਨਾ ਚਾਹੁੰਦੇ ਹੋ ਤਾਂ ਇੱਕ ਕਲਿੱਕ ਬਟਨ ਤੇ ਇਹ ਪੰਜਾਬੀ ਦੇ ਪੂਰੇ ਟੈਕਸਟ ਨੂੰ
ਇਹ ਸ਼ਾਹਮੁਖੀ ਦੇ ਵਿੱਚ ਦੇਖੋ ਟ੍ਰਾਂਸਲਿਟਰੇਟ ਕਰਕੇ ਦੇ ਦੇਗਾ। ਗੁਰਮੁਖੀ ਟੂ ਦੇਵਨਾਗਰੀ, ਜੇ ਤੁਹਾਡੇ ਕੋਲ ਕੋਈ ਗੁਰਮੁਖੀ ਦਾ ਟੈਕਸਟ ਹੈ ਉਹਨੂੰ ਤੁਸੀਂ ਟ੍ਰਾਂਸਲਿਟਰੇਟ ਕਰਨਾ ਚਾਹੁੰਦੇ ਹੋ ਦੇਵਨਾਗਰੀ ਦੇ ਵਿੱਚ, ਤਾਂ ਕਲਿੱਕ ਆਫ ਦ ਬਟਨ ਤੇ ਨੇ ਦੇਵਨਾਗਰੀ ਦੇ ਵਿੱਚ ਇਹਨੂੰ ਟ੍ਰਾਂਸਲਿਟਰੇਟ ਕਰਤਾ। ਫਿਰ ਤੁਹਾਡੇ ਕੋਲ ਕੋਈ ਹਿੰਦੀ ਦਾ ਟੈਕਸਟ ਹੈ ਉਹਨੂੰ ਪੰਜਾਬੀ ਦੇ ਵਿੱਚ ਟ੍ਰਾਂਸਲੇਸ਼ਨ ਕਰਨਾ ਹੈ। ਪਹਿਲਾਂ ਮੈਂ ਟ੍ਰਾਂਸਲਿਟਰੇਸ਼ਨ ਵਰਡ ਯੂਜ਼ ਕਰ ਰਿਹਾ ਸੀ, ਹੁਣ ਟ੍ਰਾਂਸਲੇਸ਼ਨ ਵਰਡ ਯੂਜ਼ ਕਰ ਰਿਹਾ। ਸੋ ਔਨ ਦਾ ਕਲਿੱਕ ਆਫ ਦ ਬਟਨ ਇਹਨੇ ਟ੍ਰਾਂਸਲੇਟ ਕਰਕੇ ਤੁਹਾਨੂੰ ਰਿਟਰਨ ਕਰ ਦੇਣਾ। ਸੋ ਅਪਰੋਕਸੀਮੇਟਲੀ 95% ਇਹਦੀ ਐਕੂਰੇਸੀ ਹੈ ਟ੍ਰਾਂਸਲੇਸ਼ਨ ਦੀ। ਫਿਰ ਗੁਰਮੁਖੀ ਟੂ ਰੋਮਨ ਕਰਨਾ ਹੈ ਤੁਸੀਂ, ਤਾਂ ਗੁਰਮੁਖੀ ਟੂ ਰੋਮਨ ਵੀ ਕਰਕੇ ਦੇ ਦੇਗਾ ਇਹ ਤੁਹਾਨੂੰ। ਫਿਰ ਪੰਜਾਬੀ ਟੂ ਹਿੰਦੀ ਟ੍ਰਾਂਸਲੇਸ਼ਨ ਕਰਨੀ ਹੈ ਤਾਂ ਕਿਸੇ ਵੀ ਪੰਜਾਬੀ ਟੈਕਸਟ ਨੂੰ ਦੇ ਦਿਓ, ਇਹ ਉਹਨੂੰ ਟ੍ਰਾਂਸਲੇਟ ਕਰ ਦੇਗਾ ਹਿੰਦੀ 'ਚ ਔਨ ਦਾ ਕਲਿੱਕ ਆਫ ਦ ਬਟਨ। ਪੰਜਾਬੀ ਦਾ ਬਹੁਤ ਵੱਡਾ ਮੈਟਰ ਹੈ, ਉਹਨੂੰ ਸਮਰਾਈਜ਼ ਕਰਨਾ ਚਾਹੁੰਦੇ ਹੋ ਤਾਂ ਇਹ ਸਮਰਾਈਜ਼ ਵੀ ਤੁਹਾਨੂੰ ਕਰਕੇ ਦੇ ਦੇਗਾ। ਔਰ ਤੁਸੀਂ ਇਸ ਵੈਬਸਾਈਟ ਤੇ ਜਾਣਾ ਪਏਗਾ ਪੰਜਾਬੀ ਟੈਕਸਟ ਸਮਰਾਈਜ਼ੇਸ਼ਨ pts.learnpunjabi.org। ਪੰਜਾਬੀ ਟੈਕਸਟ ਸਮਰਾਈਜ਼ੇਸ਼ਨ ਦਾ ਅਗਲਾ ਰੂਪ ਹੈ। ਇਹਦੇ ਚ ਮੰਨ ਲਓ ਇਹ ਇੱਕ ਟੈਕਸਟ ਅਸੀਂ ਪ੍ਰੋਵਾਈਡ ਕੀਤਾ OCR ਨੂੰ, ਯਾਨੀ ਉਹਦੇ ਵਿੱਚ ਵੇਖੋ ਕਿ ਇਹ ਮੈਟਰ ਜਿਹੜਾ ਹੈ ਉਹ ਵਰਡ ਦੇ ਫਾਰਮ ਦੇ ਵਿੱਚ ਕਨਵਰਟ ਕਰਕੇ ਸਾਨੂੰ ਦੇਤਾ, ਜਿਹਨੂੰ ਕਿ ਤੁਸੀਂ ਅੱਗੇ ਵਰਤ ਸਕਦੇ ਹੋ। ਬਹੁਤ ਸਾਰੀ ਡਿਕਸ਼ਨਰੀਜ਼ ਅਵੇਲੇਬਲ ਨੇ, ਜਿਵੇਂ ਕਿ ਆਪਾਂ ਕਹਿੰਦੇ ਆ ਕਿ ਆਪਣੇ ਕੋਲ ਗੁਰਮੁਖੀ, ਸ਼ਾਹਮੁਖੀ, ਇੰਗਲਿਸ਼ ਡਿਕਸ਼ਨਰੀ ਅਵੇਲੇਬਲ ਹੈ। ਆਨਲਾਈਨ ਟੌਪਿਕ ਡਿਕਸ਼ਨਰੀ ਅਵੇਲੇਬਲ ਹੈ, ਜਿਹੜੇ ਕਿ ਤੁਸੀਂ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਵਰਤ ਸਕਦੇ ਹੋ, ਰਾਈਟ, ਜਿੰਦੇ ਵਿੱਚ ਇਹਨੇ ਜਿਵੇਂ ਪਿਕਚਰ ਦੇ ਨਾਲ ਹੀ ਐਕਸਪਲੇਨੇਸ਼ਨ ਸਾਰੀ ਦਿੱਤੀ ਹੋਈ ਹੈ। ਫਿਰ ਤੁਸੀਂ ਟੂਲ ਟਿਪ ਡਿਕਸ਼ਨਰੀ ਆਲਰੇਡੀ ਮੈਂ ਦੱਸ ਚੁੱਕਿਆ ਕਿ ਕੋਈ ਮੈਟਰ ਹੈ ਉਹਦੇ ਉੱਤੇ ਜੇ ਤੁਸੀਂ ਆਪਣਾ ਮਾਊਸ ਲੈ ਕੇ ਜਾਓਗੇ ਤਾਂ ਇਹ ਉਹਦੇ ਬਾਰੇ ਰੂਟ ਵਰਡ ਦੱਸੇਗਾ, ਉਹਦੀ ਗ੍ਰਾਮੈਟੀਕਲ ਇਨਫੋਰਮੇਸ਼ਨ ਦੱਸੇਗਾ, ਉਹਦਾ ਮਤਲਬ ਦੱਸੇਗਾ। ਸੋ ਇਹ ਸਾਰੀਆਂ ਇਹਨੂੰ ਕਹਿੰਦੇ ਟੂਲ ਟਿਪ। ਇੰਗਲਿਸ਼ ਟੂ ਪੰਜਾਬੀ ਡਿਕਸ਼ਨਰੀ ਅਵੇਲੇਬਲ ਹੈ, ਪੰਜਾਬੀ ਇੰਗਲਿਸ਼ ਡਿਕਸ਼ਨਰੀ ਅਵੇਲੇਬਲ ਹੈ, ਪੰਜਾਬੀ ਦੇ ਐਡਮਿਨਿਸਟ੍ਰੇਟਿਵ ਟਰਮਸ ਦੀ ਡਿਕਸ਼ਨਰੀ ਅਵੇਲੇਬਲ ਹੈ। ਫਿਰ ਮਸ਼ੀਨ ਟ੍ਰਾਂਸਲਿਟਰੇਸ਼ਨ ਬਾਰੇ ਗੱਲ ਕਰ ਚੁੱਕੇ ਹਾਂ, ਜਿਵੇਂ ਗੁਰਮੁਖੀ ਟੂ ਰੋਮਨ ਹੈ ਆਪਣੇ ਕੋਲ, ਸੰਗਮ ਲਾਈਕ ਗੁਰਮੁਖੀ ਟੂ ਸ਼ਾਹਮੁਖੀ ਟ੍ਰਾਂਸਲਿਟਰੇਸ਼ਨ ਸੌਫਟਵੇਅਰ ਅਵੇਲੇਬਲ ਹੈ ਆਪਣੇ ਕੋਲ। ਸੰਗਮ ਕਹਿੰਦੇ ਇਹਨੂੰ ਆਪਾਂ, ਪੰਜਾਬੀ ਟੂ ਸ਼ਾਹਮੁਖੀ, ਸ਼ਾਹਮੁਖੀ ਟੂ ਗੁਰਮੁਖੀ। then machine translation ਦੇ ਵਿੱਚ ਹਿੰਦੀ ਟੂ ਪੰਜਾਬੀ ਐਂਡ ਪੰਜਾਬੀ ਟੂ ਹਿੰਦੀ ਮਸ਼ੀਨ ਟ੍ਰਾਂਸਲੇਸ਼ਨ ਸਿਸਟਮ ਅਵੇਲੇਬਲ ਹੈ। ਸੋ ਇਹ ਇੱਕ ਝਲਕ ਹੈ ਹਿੰਦੀ ਟੂ ਪੰਜਾਬੀ ਮਸ਼ੀਨ ਟ੍ਰਾਂਸਲੇਸ਼ਨ ਸਿਸਟਮ ਵੈਬਸਾਈਟ ਦੀ। ਸੋ ਇਹ ਵੈਬਸਾਈਟ ਹੈ ਜਿੰਦੇ ਤੇ ਜਾ ਕੇ ਤੁਸੀਂ ਹਿੰਦੀ ਦੇ ਮੈਟਰ ਨੂੰ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰ ਸਕਦੇ ਹੋ। ਪੰਜਾਬੀ ਟੂ ਹਿੰਦੀ, ਤੁਸੀਂ ਕੋਈ ਵੀ ਮੈਟਰ ਪੰਜਾਬੀ ਦੇ ਵਿੱਚ ਹੈ ਤੁਹਾਡਾ ਤਾਂ ਉਹਨੂੰ ਹਿੰਦੀ ਦੇ ਵਿੱਚ ਔਨ ਦਾ ਕਲਿੱਕ ਆਫ ਦ ਬਟਨ ਟ੍ਰਾਂਸਲੇਟ ਜਾਂ ਟ੍ਰਾਂਸਲਿਟਰੇਟ ਵੀ ਕਰ ਸਕਦੇ ਹੋ। ਫੌਂਟ ਕਨਵਰਟ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਆਨਲਾਈਨ ਫੌਂਟ ਕਨਵਰਟਰ ਵੀ ਅਵੇਲੇਬਲ ਹੈ, ਜਿੰਦੇ ਵਿੱਚ FC ਮਤਲਬ ਫੌਂਟ ਕਨਵਰਟਰ, fc.learnpunjabi.org ਤੇ ਜਾ ਕੇ ਤੁਸੀਂ ਫੌਂਟ ਨੂੰ ਕਨਵਰਸ਼ਨ ਕਰ ਸਕਦੇ ਹੋ। ਸਪੈਲ ਚੈਕਰ ਆਲਰੇਡੀ ਗੱਲ ਚੁੱਕੇ, ਓਮਨੀ ਫੌਂਟ ਪੰਜਾਬੀ ਸਪੈਲ ਚੈਕਰ ਜਿਹਨੂੰ ਸੋਧਕ ਦਾ ਨਾਮ ਦਿੱਤਾ ਗਿਆ ਹੈ। ਪੰਜਾਬੀ ਗ੍ਰਾਮਰ ਚੈਕਰ ਵੀ ਅਵੇਲੇਬਲ ਹੈ ਆਪਣੇ ਕੋਲ, ਜਿਹਨੂੰ ਤੁਸੀਂ ਯੂਜ਼ ਕਰ ਸਕਦੇ ਹੋ। ਮਲਟੀਲਿੰਗੁਅਲ ਈਮੇਲ ਹੈ, ਜੇ ਤੁਸੀਂ ਮੰਨ ਲਓ ਕਿਸੇ ਨੂੰ ਈਮੇਲ ਭੇਜਣੀ ਹੈ, ਤੁਸੀਂ ਹਿੰਦੀ 'ਚ ਲਿਖਣਾ ਚਾਹੁੰਦੇ ਹੋ ਤੁਹਾਨੂੰ, ਪਰ ਤੁਸੀਂ ਸਿਸਟਮ ਨੂੰ ਕਹਿ ਸਕਦੇ ਹੋ ਭੇਜ ਪੰਜਾਬੀ ਦੇ ਵਿੱਚ ਈਮੇਲ, ਸੋ ਬੈਕਗ੍ਰਾਉਂਡ ਤੇ ਪੰਜਾਬੀ 'ਚ ਟ੍ਰਾਂਸਲੇਟ ਕਰਕੇ ਈਮੇਲ ਨੂੰ ਪੰਜਾਬੀ 'ਚ ਭੇਜੇਗਾ। ਸਰਚ ਇੰਜਨ ਵੀ ਅਵੇਲੇਬਲ ਹੈ, ਤੁਸੀਂ ਪੰਜਾਬੀ 'ਚ ਟਾਈਪ ਕਰਨਾ ਚਾਹੁੰਦੇ ਹੋ, ਸ਼ਾਹਮੁਖੀ 'ਚ ਕਰਨਾ ਚਾਹੁੰਦੇ ਹੋ, ਦੇਵਨਾਗਰੀ 'ਚ ਕਰਨਾ ਚਾਹੁੰਦੇ ਹੋ, ਸੋ ਟਾਈਪ ਕਰੋ, ਨੀਚੇ ਰਿਜ਼ਲਟਸ ਤੁਹਾਨੂੰ ਸ਼ਾਹਮੁਖੀ, ਗੁਰਮੁਖੀ ਦੇ ਵਿੱਚ ਆ ਜਾਣਗੇ ਸਾਰੇ। ਉਹਦਾ ਆਪਣੇ ਕੋਲ ਵੈਬਸਾਈਟ ਕੀ ਹੈ, ਪੰਜਾਬੀ ਖੋਜ.com। ਗੁਰੂ ਗ੍ਰੰਥ ਸਾਹਿਬ ਵਾਸਤੇ ਵੀ ਤੁਸੀਂ ਸਰਚ ਕਰ ਸਕਦੇ ਹੋ, ਸਰਚ ਇੰਜਨ ਬਣਾਇਆ ਟੈਕਸਟ ਸਮਰਾਈਜ਼ੇਸ਼ਨ। ਸੋ ਸਪੀਚ ਟੂ ਟੈਕਸਟ ਵੀ ਹੈ, ਆਈ ਥਿੰਕ ਇਹ ਨਹੀਂ ਹਲੇ ਅਵੇਲੇਬਲ ਕਰਾਇਆ ਗਿਆ ਨੈਟ ਤੇ। ਆਨਲਾਈਨ ਪੰਜਾਬੀ ਲਰਨਿੰਗ ਜਿਵੇਂ learnpunjabi.org ਬਹੁਤ ਸਾਰੇ ਲੋਕ ਯੂਜ਼ ਕਰ ਰਹੇ ਨੇ, ਮਲਟੀਮੀਡੀਆ ਬੇਸਡ ਇੰਟਰੈਕਟਿਵ ਵੈਬਸਾਈਟ ਹੈ ਪੰਜਾਬੀ ਲਰਨਿੰਗ ਵਾਸਤੇ। ਜੇ ਬੱਚਿਆਂ ਨੂੰ ਆਪਾਂ ਊੜਾ ਐੜਾ ਸਿਖਾਉਣਾ ਚਾਹੁੰਦੇ ਹਾਂ ਤਾਂ ਆਪਣੇ ਕੋਲ ਇਹ ਪੂਰਾ ਐਨੀਮੇਸ਼ਨ ਦੇ ਨਾਲ ਦੱਸੇਗਾ ਕਿ ਆਪਾਂ ਪੈਨ ਨੂੰ ਕਿਵੇਂ ਚਲਾਉਣਾ ਹੈ। ਸੋ ਊੜਾ ਐੜਾ ਬਾਰੇ ਐਕਸਪਲੇਨ ਕਰ ਸਕਦੇ ਹਾਂ। ਨੀਚੇ ਤੁਸੀਂ ਦੇਖ ਸਕਦੇ ਹੋ ਕਿ ਪੈਨ ਨੂੰ ਆਪਾਂ ਕਿਸ ਡਾਇਰੈਕਸ਼ਨ ਦੇ ਵਿੱਚ ਕਿੰਨਵੇਂ ਨੰਬਰ ਤੇ, ਜਿਵੇਂ ਇਹ ਪਹਿਲੇ ਨੰਬਰ ਤੇ ਹੈ, ਫਿਰ ਦੂਜਾ ਨੰਬਰ ਐਰੋ ਹੈ, ਤੀਜਾ ਨੰਬਰ ਐਰੋ ਹੈ, ਚੌਥਾ ਨੰਬਰ ਐਰੋ ਹੈ। ਸੋ ਇਹਨਾਂ ਨੇ ਡਾਇਰੈਕਸ਼ਨਸ ਵੀ ਦੱਸੀਆਂ ਹੋਈਆਂ ਨੇ। ਸੋ ਈਵਨ ਆਪਣੇ ਕੋਲ ਕੁਇਜ਼ਿਸ ਵੀ ਨੇ, ਜੇ ਬੱਚੇ ਨੇ ਕੁਝ ਸਿੱਖ ਲਿਆ ਤਾਂ ਉਹ ਆਪਣੇ ਆਪ ਨੂੰ ਕੁਇਜ਼ ਦੇ ਥਰੂ ਟੈਸਟ ਕਰ ਸਕਦਾ ਹੈ ਕਿ ਮੈਂ ਕਿੰਨਾ ਕੁ ਊੜਾ ਐੜਾ ਸਿੱਖ ਗਿਆ ਹਾਂ। ਫਿਰ ਆਪਾਂ ਇੱਕ ਹੋਰ ਗੇਮ ਹੈ ਪਿਕਚਰ ਆਇਡੈਂਟੀਫਿਕੇਸ਼ਨ ਦੀ, ਇਹ ਹੈਂਗਿੰਗ ਮੈਨ ਪ੍ਰੋਬਲਮ ਹੈ, ਜਿੰਦੇ 'ਚ ਊੜਾ ਐੜਾ ਵਗੈਰਾ ਆਪਾਂ ਸਿੱਖ ਸਕਦੇ ਹਾਂ। ਫਿਰ ਤੁਸੀਂ ਮਲਟੀਮੀਡੀਆ ਬੇਸਡ ਆਪਾਂ ਪੋਇਮਸ ਜਿਹੜੀਆਂ ਨੇ ਉਹ ਬੱਚਿਆਂ ਨੂੰ ਇਹਦੇ ਥਰੂ ਸਿਖਾ ਸਕਦੇ ਹਾਂ, ਜਿਵੇਂ ਪਿਆਸਾ ਕਾਂ ਹੈ। ਫਿਰ ਇਹ ਆਪਣੇ ਕੋਲ ਮਾਨੋ ਬਿੱਲੀ ਹੈ, ਉਹਨੂੰ ਸਿਖਾ ਸਕਦੇ ਹਾਂ, ਬਹੁਤ ਅੱਛੀ ਪੋਇਮ ਹੈ। ਸੋ ਈ ਬੁੱਕਸ ਨੇ ਅਵੇਲੇਬਲ ਨੇ। ਪੰਜਾਬੀ ਲਰਨਿੰਗ ਵਾਸਤੇ ਵੀਡੀਓ ਲੈਕਚਰਸ ਵੀ ਬੈਕਬੋਰਡ ਰਾਹੀਂ ਸਟੋਰ ਕੀਤੇ ਗਏ ਨੇ, ਰਿਕਾਰਡ ਕੀਤੇ ਗਏ ਨੇ, ਜਿਹੜੇ ਕਿ ਨੈਟ ਤੇ ਅਵੇਲੇਬਲ ਨੇ। ਫਿਰ ਆਪਣੇ ਕੋਲ ਕਈ ਤਰ੍ਹਾਂ ਦੇ ਸੋ ਮੈਂ 2 ਮਿੰਟ ਵਾਸਤੇ ਬ੍ਰੇਕ ਲਵਾਂਗਾ ਔਰ ਤੁਹਾਡੇ ਤੋਂ ਕੁਐਸਚਨ ਆਨਸਰਿੰਗ ਲੈਣਾ ਚਾਹਾਂਗਾ ਕਿ ਕਿਸੇ ਦੇ ਕੋਈ ਕੁਐਸਚਨਸ ਹੋਣ ਇੱਥੋਂ ਤੱਕ ਤਾਂ ਆਪਾਂ ਮੈਂ ਲੈਣਾ ਚਾਹਾਂਗਾ। ਹਾਂ ਸਰ, ਇਹ ਪੰਜਾਬੀ ਲਰਨਿੰਗ ਵੈਬਸਾਈਟ ਸੀ ਜਿਹੜੀ ਹੁਣੇ ਦੱਸੀ ਸੀ ਨਾ? ਹਾਂਜੀ ਹਾਂਜੀ, ਜਿਹਦੇ ਤੋਂ ਆਪਾਂ ਬੱਚਿਆਂ ਨੂੰ ਕਿੱਦਾਂ ਗੁਰਮੁਖੀ ਨੂੰ ਲਿਖਣਾ ਹੈ ਮੰਨ ਲਓ,
ਪੰਜਾਬੀ ਜੀ, ਜੀ, ਲਰਨਿੰਗ ਜੀ। ਵੈਬਸਾਈਟ learnpunjabi.org learnpunjabi.org ਹੈ ਨਾ? ਹਾਂਜੀ, ਹਾਂਜੀ, ਹਾਂਜੀ। ਹਾਂ, ਇਹ ਸਾਡੇ ਲਈ, ਅਸੀਂ ਆਊਟ ਆਫ ਸਟੇਟ ਜਿਹੜੇ ਬੈਠੇ ਉਹਨਾਂ ਨੂੰ ਬੜੀ ਹੈਲਪਫੁਲ ਹੋਏਗੀ। ਨਹੀਂ ਨਹੀਂ, ਬਹੁਤ ਅੱਛੀ ਵੈਬਸਾਈਟ ਹੈ। ਠੀਕ ਹੈ ਜੀ, ਠੀਕ ਹੈ, ਚਲੋ ਬਹੁਤ ਵਧੀਆ। ਥੋੜੀ ਜਿਹੀ ਸਰ ਸਪੀਡ ਥੋੜੀ ਜੀ ਨਾ ਹੌਲੀ ਰੱਖੋ, ਜਿੰਨੀ ਦੇਰ ਨੂੰ ਅਸੀਂ ਲਿਖਦੇ ਲੁਖਦੇ ਆ ਤੁਸੀਂ ਨਹੀਂ, ਲੰਘ ਤੁਹਾਨੂੰ ਜਾਂਦੇ ਲਿਖਣ ਪਹਾੜੀ। ਦੀ ਸਰ, ਤੁਹਾਨੂੰ ਲਿਖਣ ਦੀ ਲੋੜ ਨਹੀਂ ਹੈ। ਇਹ ਸਾਰੀ ਪ੍ਰੈਜੈਂਟੇਸ਼ਨ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਜੀ। ਹਾਂ ਠੀਕ ਹੈ, ਚਲੋ ਬਹੁਤ ਕਿਉਂਕਿ ਵਧੀਆ। ਇਸ ਹਾਂ ਕਰਕੇ ਮੈਂ ਫਾਸਟ ਕਰ ਰਿਹਾ, ਕਿਉਂਕਿ ਮੇਰੇ ਕੋਲ ਸਮਾਂ ਘੱਟ ਦਿੱਤਾ ਗਿਆ ਹੈ ਔਰ ਮੈਂ ਕਵਰ ਠੀਕ ਹੈ। ਚੀਜ਼ਾਂ ਬਹੁਤ ਕਰਨੀਆਂ ਨੇ। ਤੇ ਤੁਹਾਨੂੰ ਮੈਂ ਠੀਕ ਜਸਟ, ਹੈ। ਕਿਉਂਕਿ ਸਾਰੇ ਤੁਸੀਂ ਟੀਚਰ ਹੋ, ਤੁਸੀਂ ਹਾਂਜੀ ਹਾਂਜੀ। ਮਾੜਾ ਜਿਹਾ ਤੁਹਾਨੂੰ ਦੱਸ ਦਾਂਗਾ, ਤੁਸੀਂ ਬਹੁਤ ਕੁਝ ਸਿੱਖ ਲਓਗੇ ਜੀ। ਹਾਂ ਨਹੀਂ, ਮੈਂ ਹੁਣੇ ਹੀ ਰਾਵੀ ਕਰ ਵੀ ਲਿਆ ਉਹਦੇ ਤੇ ਨਾ, ਲੈਪਟਾਪ ਤੇ ਰਾਵੀ ਦੇ ਵਿੱਚ ਮੈਂ ਕਦੇ ਨਹੀਂ ਸੀ ਟਾਈਪ ਕੀਤਾ, ਤੇ ਹੁਣੇ ਨਾਲ ਦੀ ਨਾਲ ਫਿਰ ਕਿਆ ਬੱਚੇ ਨੂੰ ਬਾਤ ਕੋਲ ਹੈ, ਬਿਠਾ ਕਿਆ ਕੇ ਨਾ ਬਾਤ ਹੈ, ਕਰਿਆ, ਕਿਆ ਕਰਕੇ ਬਾਤ ਹੈ। ਦੇਖਿਆ, ਮਤਲਬ ਥੋੜਾ ਜਿਹਾ, ਤੇ ਬੜਾ ਮਜ਼ਾ ਆ ਰਿਹਾ ਉਹਦੇ ਤੇ। ਨਹੀਂ ਚਲੋ ਨਹੀਂ ਨਹੀਂ, ਯੂਨੀਕੋਡ ਪ੍ਰੈਕਟਿਸ ਦੀ ਦੀ ਲੋੜ ਸਮੱਸਿਆ ਹੈ, ਦਾ ਹੱਲ ਹੋ ਜਾਏਗਾ। ਪ੍ਰੈਕਟਿਸ ਦੀ ਲੋੜ ਹੈ, ਬਸ ਹੋਰ ਕੁਝ ਨਹੀਂ ਹਾਂ ਹੈ। ਬਸ ਚੱਲ ਗਿਆ, ਚਲੋ ਨਾਲ ਦੀ ਨਾਲ ਹੀ ਕਰੀ ਜਾਂਦੇ ਆ। ਗ੍ਰੇਟ ਠੀਕ ਗ੍ਰੇਟ ਹੈ ਜੀ, ਗ੍ਰੇਟ। ਨਹੀਂ, ਤੁਹਾਨੂੰ ਮੈਂ ਓਕੇ, ਪ੍ਰੈਜੈਂਟੇਸ਼ਨ ਸਾਂਝੀ ਕਰਾਂਗਾ, ਯੂ ਕੈਨ ਲਰਨ ਅ ਲੋਟ ਫਰਮ ਇਟ। ਠੀਕ ਹੈ, ਬਹੁਤ ਵਧੀਆ, ਠੀਕ ਹੈ, ਓਕੇ, ਥੈਂਕ ਯੂ, ਬਹੁਤ ਓਕੇ ਵਧੀਆ। ਜੀ, ਓਕੇ। ਹਾਂਜੀ, ਹੋਰ ਕਿਸੇ ਦਾ ਜੀ ਕੋਈ ਕੁਐਸਚਨ? ਸਰ ਸੀਪੀ ਕੰਬੋਜ ਜੀ ਨਹੀਂ ਆਏ, ਉਹਨਾਂ ਦਾ ਲਿਖਿਆ ਹੋਇਆ ਸੀ, ਸ਼ਿੰਦਰਪਾਲ ਜੀ ਨਹੀਂ ਆਏ। ਇਹ ਤੁਸੀਂ ਪਵਨ ਜੀ ਤੋਂ ਪੁੱਛ ਸਕਦੇ ਹੋ ਜਿਹਦੇ ਬਾਰੇ। ਅੱਛਾ ਠੀਕ ਹੈ ਜੀ, ਓਕੇ। ਸ਼ਡਿਊਲ। ਹਾਂਜੀ ਪਵਨ ਜੀ, ਕੁਝ ਕਹਿ ਰਹੇ ਸੀ? ਓਕੇ ਓਕੇ, ਫਾਈਨ। ਸੋ ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਪੰਜਾਬੀ ਲੈਂਗੁਏਜ ਪ੍ਰੋਸੈਸਿੰਗ ਟੂਲਸ ਨੇ। ਇਹ ਇੱਕ ਅਲੱਗ ਤਰ੍ਹਾਂ ਦੇ ਟੂਲਸ ਨੇ। ਇਹ ਮਤਲਬ ਇੱਕ ਐਡਵਾਂਸ ਟੌਪਿਕ ਨੇ, ਸਾਡੇ ਰਿਸਰਚ ਚੋਂ ਨਿਕਲ ਕੇ ਆਏ ਨੇ ਬਾਹਰ, ਜਿਹੜੇ ਕਿ ਤੁਹਾਡੇ ਵਾਸਤੇ ਹੋ ਸਕਦਾ ਹੈ ਕਿ ਤੁਸੀਂ ਪੰਜਾਬੀ ਟੀਚਿੰਗ ਦੇ ਵਿੱਚ ਕਿਤੇ ਨਾ ਕਿਤੇ ਇਸ ਨੂੰ ਵਰਤ ਸਕੋਗੇ ਔਰ ਯੂਜ਼ ਕਰ ਸਕੋਗੇ। ਇਹ ਜਿਹੜੀ ਵੀ ਅੱਜ ਤੱਕ ਮੇਰੇ ਪੰਜਾਬੀ ਦੇ ਸਟੂਡੈਂਟਸ ਨੇ, ਮੇਰੇ PhD ਦੇ ਸਟੂਡੈਂਟਸ ਨੇ ਰਿਸਰਚ ਕੀਤੀ ਹੈ, ਮੈਂ ਉਹਦੀ ਸਮਰੀ ਤੁਹਾਡੇ ਸਾਹਮਣੇ ਸਾਰਿਆਂ ਸਾਹਮਣੇ ਪੇਸ਼ ਕਰ ਰਿਹਾ, ਜਿਹੜਾ ਕਿ ਕੱਲ ਨੂੰ ਤੁਹਾਡੇ ਕੰਮ ਆ ਸਕਦੀ ਹੈ। ਤੁਸੀਂ ਇਹ ਦੇਖਣਾ ਹੈ ਵੀ ਤੁਸੀਂ ਇਹਨੂੰ ਕਿਵੇਂ ਵਰਤ ਸਕਦੇ ਹੋ। ਜ਼ਰੂਰੀ ਨਹੀਂ ਹੈ ਕਿ ਉਹ ਸਿਰਫ ਤੁਸੀਂ ਆਪਣੇ ਪੜ੍ਹਾਉਣ ਵਾਸਤੇ ਵਰਤੋਗੇ, ਹੋ ਸਕਦਾ ਹੈ ਕਿ ਰੋਜ਼ਮर्रा ਦੀ ਤੁਹਾਡੀ ਕਿਤੇ ਰਿਸਰਚ ਦੇ ਵਿੱਚ ਜਾਂ ਹੋਰ ਕਿਸੇ ਗਤੀਵਿਧੀਆਂ ਦੇ ਵਿੱਚ ਇਹ ਕੰਮ ਆ ਸਕੇ, ਜਿਹੜੀ ਕਿ ਤੁਹਾਨੂੰ ਕਾਫੀ ਫਾਇਦਾ ਦੇ ਸਕਦੀ ਹੈ। ਕੋਈ ਮੈਨੂੰ ਦੱਸ ਸਕਦਾ ਹੈ ਕਿ ਕਾਰਪਸ ਦਾ ਮਤਲਬ ਕੀ ਹੈ? ਪੰਜਾਬੀ ਕਾਰਪਸ। ਹਾਂਜੀ, ਕੋਈ ਟੀਚਰ ਦੱਸ ਸਕਦੇ ਨੇ ਕਿ ਪੰਜਾਬੀ ਕਾਰਪਸ ਕੀ ਹੁੰਦਾ ਜੀ? ਓਕੇ, ਸੋ ਪੰਜਾਬੀ ਕਾਰਪਸ ਕੀ ਹੈ ਕਿ ਮੰਨ ਲਓ ਆਪਾਂ ਜਦੋਂ ਕੰਪਿਊਟਰਸ ਦੇ ਵਿੱਚ ਇੱਕ ਫੋਲਡਰ ਰੱਖਿਆ ਹੋਇਆ ਸਪੋਜ਼, ਠੀਕ ਹੈ, ਉਹ ਫੋਲਡਰ ਦੇ ਵਿੱਚ ਬਹੁਤ ਸਾਰੀਆਂ ਆਪਣੀਆਂ ਟੈਕਸਟ ਫਾਈਲਸ ਨੇ। ਹੁਣ ਉਹ ਜੇ ਟੈਕਸਟ ਫਾਈਲਸ ਦੇ ਵਿੱਚ ਆਪਾਂ ਪੰਜਾਬੀ ਦਾ ਮੈਟਰ ਸਟੋਰ ਕੀਤਾ ਹੋਇਆ ਹੈ, ਹਰੇਕ ਫਾਈਲ ਦੇ ਵਿੱਚ ਪੰਜਾਬੀ ਦਾ ਮੈਟਰ ਸਟੋਰ ਕੀਤਾ ਹੋਇਆ ਹੈ, ਸੋ ਉਸ ਫੋਲਡਰ ਦੇ ਵਿੱਚ ਤੁਹਾਡੇ ਕੋਲ ਪੰਜਾਬੀ ਦੀਆਂ ਫਾਈਲਾਂ ਹੀ ਪਈਆਂ ਸਾਰੀਆਂ, ਰਾਈਟ? ਸੋ ਇਹਦਾ ਮਤਲਬ ਉਹ ਪੰਜਾਬੀ ਦਾ ਇੱਕ ਕਾਰਪਸ ਹੈ। ਫੋਲਡਰ ਦੇ ਵਿੱਚ ਪੰਜਾਬੀ ਕਾਰਪਸ ਤੁਸੀਂ ਸਟੋਰ ਕੀਤਾ ਹੋਇਆ ਹੈ, ਠੀਕ ਹੈ। ਬਹੁਤ ਸਾਰੀਆਂ ਫਾਈਲਾਂ ਨੇ ਜਿੰਦੇ ਵਿੱਚ ਹਰੇਕ ਫਾਈਲ ਦੇ ਵਿੱਚ ਪੰਜਾਬੀ ਦਾ ਮੈਟਰ ਟਾਈਪ ਕੀਤਾ ਹੋਇਆ ਹੈ, ਸੋ ਉਹ ਤੁਹਾਡੇ ਕੋਲ ਪੰਜਾਬੀ ਦਾ ਕਾਰਪਸ ਬਣ ਗਿਆ, ਠੀਕ ਹੈ। ਇੱਕ ਆਪਣੇ ਕੋਲ ਹੁੰਦਾ ਮੋਨੋਲਿੰਗੁਅਲ ਕਾਰਪਸ, ਜਿੰਦੇ ਵਿੱਚ ਇਕੱਲਾ ਪੰਜਾਬੀ ਦਾ ਕਾਰਪਸ ਹੈ। ਇੱਕ ਆਪਣੇ ਕੋਲ ਹੁੰਦਾ ਹੈ ਪੈਰਲਲ ਕਾਰਪਸ। ਪੈਰਲਲ ਕਾਰਪਸ ਦਾ ਮਤਲਬ ਕੀ ਹੈ ਕਿ ਮੰਨ ਲਓ ਇੱਕ ਤੁਹਾਡੇ ਕੋਲ ਇੰਗਲਿਸ਼ ਦਾ ਕੋਈ ਪੈਰਾ ਹੈ, ਉਹਦੀ ਟਰਾਂਸਲੇਸ਼ਨ ਹੀ ਤੁਹਾਡੇ ਕੋਲ ਪਈ ਹੈ ਪੰਜਾਬੀ ਦੇ ਵਿੱਚ। ਸੋ ਇੱਕ ਫਾਈਲ ਦੇ ਵਿੱਚ ਤੁਹਾਡੇ ਕੋਲ ਇੰਗਲਿਸ਼ ਦਾ ਮੈਟਰ ਹੈ, ਉਹਦੇ ਪੈਰਲਲ ਟਰਾਂਸਲੇਟਡ ਤੁਹਾਡੇ ਕੋਲ ਪੰਜਾਬੀ ਦਾ ਮੈਟਰ ਹੈ। ਸੋ ਇਹ ਤੁਹਾਡੇ ਕੋਲ ਪੈਰਲਲ ਕਾਰਪਰਾ ਹੋ ਗਿਆ। ਉਹਨੂੰ ਕੀ ਕਹਾਂਗੇ? ਇੰਗਲਿਸ਼ ਪੰਜਾਬੀ ਪੈਰਲਲ ਕਾਰਪਰਾ, ਠੀਕ ਹੈ। ਸੋ ਹੁਣ ਕੀ ਕਰਦੇ ਆ ਕਿ ਆਪਾਂ ਕਈ ਵਾਰ ਬਹੁਤ ਸਾਰਾ ਮੈਟਰ ਇੰਟਰਨੈਟ ਤੋਂ ਡਾਊਨਲੋਡ ਕਰ ਲੈਂਦੇ ਆ, ਲੇਕਿਨ ਉਹਦੇ ਵਿੱਚ ਬਹੁਤ ਜੰਕ ਕਰੈਕਟਰਸ ਹੁੰਦੇ ਨੇ ਜਿਨ੍ਹਾਂ ਦੀ ਰਿਫਾਈਨਮੈਂਟ ਦੀ ਲੋੜ ਪੈਂਦੀ ਹੈ। ਜਾਂ ਤਾਂ ਉਹਨੂੰ ਆਪਾਂ ਮੈਨੂਅਲੀ ਰਿਫਾਈਨ ਕਰਾਂਗੇ ਜਾਂ ਫਿਰ ਆਪਾਂ ਕਿਸੇ ਟੂਲ ਦੇ ਥਰੂ ਰਿਫਾਈਨਮੈਂਟ ਕਰ ਲਈਏ। ਸੋ ਅਸੀਂ ਇੱਕ ਟੂਲ ਬਣਾਇਆ ਹੈ ਜਿੰਦੇ ਵਿੱਚ ਤੁਸੀਂ ਜਦੋਂ ਕਾਰਪਸ ਨੂੰ ਪਾਓਗੇ, ਕੋਈ ਵੀ ਮੈਟਰ ਤੁਸੀਂ ਨੈਟ ਤੋਂ ਡਾਊਨਲੋਡ ਕੀਤਾ ਪੰਜਾਬੀ ਦਾ, ਤਾਂ ਉਹਨੂੰ ਤੁਸੀਂ ਰਿਫਾਈਨ ਕਰ ਸਕਦੇ ਹੋ। ਜੋ ਉਹਦੇ ਵਿੱਚ ਜੰਕ ਕਰੈਕਟਰਸ ਨੇ ਉਹ ਸਭ ਕੁਝ ਕਲੀਨ ਕਰਕੇ ਤੁਹਾਨੂੰ ਵਾਪਸ ਦੇ ਦੇਗਾ, ਰਾਈਟ? ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਪੰਜਾਬੀ ਕਾਰਪਸ ਰਿਫਾਈਨਮੈਂਟ ਦਾ ਸਾਡੇ ਕੋਲ ਇੱਕ ਅਸੀਂ ਇਹਨੂੰ ਆ ਪੰਜਾਬੀ ਦਾ ਟੈਕਸਟ ਪ੍ਰੋਵਾਈਡ ਕੀਤਾ ਸੀਗਾ, ਰਾਈਟ? ਜਦੋਂ ਇਹਨੂੰ ਅਸੀਂ ਕਿਹਾ ਕਿ ਇਹਨੂੰ ਰਿਫਾਈਨ ਕਰ ਦਿਓ, ਰਿਫਾਈਨ ਕਰਨ ਤੋਂ ਬਾਅਦ ਇਹਨੇ ਆਪਾਂ ਨੂੰ ਕਲੀਨ ਕਰਕੇ ਇਸ ਕਾਰਪਸ ਨੂੰ ਇੱਧਰ ਦੇ ਦਿੱਤਾ। ਸੋ ਇਹਦੇ ਵਿੱਚ ਕਾਫੀ ਮਿਸਟੇਕ ਸੀਗੀਆਂ, ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਮਾਤਰਾਵਾਂ ਵਗੈਰਾ ਸੀਗੀਆਂ ਜਿਹੜੀਆਂ ਉਹ ਸਹੀ ਢੰਗ ਨਾਲ ਨਹੀਂ ਲੱਗੀਆਂ ਸੀ, ਜਾਂ ਇਹਦੇ ਵਿੱਚ ਫਾਲਤੂ ਦੇ ਕਰੈਕਟਰਸ ਅਵੇਲੇਬਲ ਸੀ, ਉਹ ਸਾਰਿਆਂ ਨੂੰ ਕਲੀਨ ਕਰਕੇ ਇਹਨੇ ਠੀਕ ਕਰਕੇ ਆਪਾਂ ਨੂੰ ਜਿਹੜਾ ਹੈ ਇਸ ਵਾਲੇ ਬਾਕਸ ਦੇ ਵਿੱਚ ਸਾਨੂੰ ਰਿਫਾਈਨ ਕਰਕੇ ਕਾਰਪਸ ਨੂੰ ਦੇਤਾ, ਜਿਹਨੂੰ ਕਿ ਅਸੀਂ ਹੋਰ ਪਰਪਸਿਸ ਲੈ ਕੇ ਵਰਤ ਸਕਦੇ ਹਾਂ,
ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਇਨਕਰੈਕਟ ਸੀਕੁਐਂਸ ਆਫ ਮਾਤਰਾਜ਼, ਮਲਟੀਪਲ ਮਾਤਰਾ ਕਿਤੇ ਪਈਆਂ ਨੇ। ਸੋ ਇਸ ਕਰਕੇ ਇਹਨਾਂ ਦੀ ਰਿਫਾਈਨਮੈਂਟ ਅਸੀਂ ਬਹੁਤ ਸਲਾਹਲੇ ਤਰੀਕੇ ਦੇ ਨਾਲ ਵਿਦਆਊਟ ਮੈਨੂਅਲ ਆਨਲਾਈਨ ਹੀ ਕਰ ਸਕਦੇ ਹਾਂ, ਜਸਟ ਔਨ ਦਾ ਕਲਿਕ ਆਫ ਦਾ ਬਟਨ। ਸੋ ਇਸ ਤਰ੍ਹਾਂ ਦੀਆਂ ਐਗਜ਼ਾਮਪਲਸ ਨੇ ਜਿਹੜੀਆਂ ਕਿ ਅਸੀਂ ਇਸ ਰਿਫਾਈਨਮੈਂਟ ਦੇ ਵਿੱਚ ਕੀਤੀਆਂ ਹੋਈਆਂ ਨੇ, ਜਿੰਦੇ ਵਿੱਚ ਲਗਾ ਮਾਤਰਾ ਜਿਹੜੀਆਂ ਨੇ ਗਲਤ ਤਰੀਕੇ ਨਾਲ ਲੱਗੀਆਂ ਨੇ, ਜਿਨ੍ਹਾਂ ਨੂੰ ਇਹਨਾਂ ਨੇ ਠੀਕ ਕਰਕੇ ਰਿਜ਼ਲਟਸ ਵਾਪਸ ਆ ਜਾਂਦੇ ਨੇ। ਸੋ ਸੈਗਮੈਂਟੇਸ਼ਨ ਦਾ ਮਤਲਬ ਇਹ ਹੈ ਕਿ ਮੰਨ ਲਓ ਜੇ ਆਪਾਂ ਪੈਰਾਗ੍ਰਾਫ ਹੈ, ਪੈਰਾਗ੍ਰਾਫ ਨੂੰ ਆਪਾਂ ਅਲੱਗ-ਅਲੱਗ ਲਾਈਨ ਦੇ ਵਿੱਚ ਉਹਨੂੰ ਕਨਵਰਟ ਕਰਨਾ ਹੈ। ਸੋ ਇਹ ਸਿੰਪਲ ਜਿਹਾ ਇੱਕ ਛੋਟਾ ਜਿਹਾ ਪ੍ਰੋਗਰਾਮ ਹੈ ਜਿਹੜਾ ਕਿ ਸਾਡੇ ਵਾਸਤੇ ਬਹੁਤ ਜ਼ਿਆਦਾ ਯੂਜ਼ਫੁਲ ਰਹਿੰਦਾ ਹੈ, ਸਾਡੇ ਕੰਮ ਵੀ ਆਇਆ ਬਹੁਤ ਜ਼ਿਆਦਾ। ਮੰਨ ਲਓ ਇੱਕ ਪੈਰਾਗ੍ਰਾਫ ਉਹਨੂੰ ਦੇਤਾ, ਪੈਰਾਗ੍ਰਾਫ ਦੇ ਵਿੱਚ ਉਹਨੇ ਲਾਈਨ ਬਾਈ ਲਾਈਨ ਸਾਨੂੰ ਅਲੱਗ-ਅਲੱਗ ਕੱਢ ਕੇ ਲਾਈਨਾਂ ਉਹਦੇ ਵਿੱਚੋਂ ਹਰੇਕ ਲਾਈਨ ਨੂੰ ਵੱਖਰੀ ਲਾਈਨ ਦੇ ਵਿੱਚ ਕਾਪੀ ਕਰਕੇ ਦੇਤਾ। ਉਹਨਾਂ ਨੂੰ ਕਹਿੰਦੇ ਪੰਜਾਬੀ ਸੈਂਟੈਂਸ ਸੈਗਮੈਂਟੇਸ਼ਨ। ਫਿਰ ਪੰਜਾਬੀ ਐਨਗ੍ਰਾਮ। ਐਨਗ੍ਰਾਮ ਦਾ ਮਤਲਬ ਕੀ ਹੈ ਕਿ ਜੇ ਆਪਾਂ ਯੂਨੀਗ੍ਰਾਮ ਕਰਨੇ ਆ ਤਾਂ ਸਿੰਗਲ ਵਰਡ ਕੱਢ ਕੇ ਦੇ ਦੇਗਾ। ਬਾਈਗ੍ਰਾਮ ਮਤਲਬ ਕੀ ਹੈ ਕਿ ਦੋ ਨਾਲ ਜੁੜਵੇਂ ਅਕਸ਼ਰ, ਫਿਰ ਅਗਲੇ ਦੋ ਨਾਲ ਜੁੜਵੇਂ ਅਕਸ਼ਰ। ਟ੍ਰਾਈਗ੍ਰਾਮ 3 ਅੱਖਰਾਂ ਦਾ ਸੀਕੁਐਂਸ। ਮੰਨ ਲਓ ਇਹ ਆਪਾਂ ਇੱਕ ਪੈਰਾਗ੍ਰਾਫ ਐਜ਼ ਅ ਇਨਪੁਟ ਦਿੱਤਾ ਆਪਣੇ ਸਿਸਟਮ ਨੂੰ, ਉਹਨੇ ਆ ਦੇਖੋ ਆ ਯੂਨੀਗ੍ਰਾਮ ਬਣਾ ਕੇ ਦਿੱਤਾ ਔਰ ਇਹਨੇ ਦੱਸਿਆ ਵੀ ਇਹ ਹੈ ਜਿਹੜਾ ਹੈ ਉਹ ਕਿੰਨੀ ਵਾਰੀ ਇਸ ਪੈਰਾਗ੍ਰਾਫ ਦੇ ਵਿੱਚ ਆ ਰਿਹਾ ਹੈ। ਸੋ ਉਹ 6 ਵਾਰੀ ਆ ਰਿਹਾ ਤੇ ਇੰਨੇ ਵਾਰੀ ਆ ਰਿਹਾ। ਸੋ ਇਸ ਤਰ੍ਹਾਂ ਉਹਨੇ ਆਪਾਂ ਨੂੰ ਜਿਹੜੇ ਯੂਨੀਕ ਵਰਡਸ ਨੇ ਉਸ ਪੈਰਾਗ੍ਰਾਫ ਦੇ ਵਿੱਚ ਫ੍ਰੀਕੁਐਂਸੀ ਵਾਈਜ਼ ਕੱਢ ਕੇ ਦੇਤੇ। ਜੇ ਆਪਾਂ ਕਈ ਵਾਰ ਦੇਖਣਾ ਹੋਵੇ ਵੀ ਇਸ ਵਿੱਚ ਸਭ ਤੋਂ ਜ਼ਿਆਦਾ ਵਾਰ ਕਿਹੜਾ ਵਰਤਿਆ ਗਿਆ ਵਰਡ, ਉਸ ਵਰਤ ਨੂੰ ਕੱਢਣਾ ਹੋਵੇ ਤਾਂ ਬਹੁਤ ਈਜ਼ੀ ਤਰੀਕੇ ਦੇ ਨਾਲ ਆਪਾਂ ਇਹਨੂੰ ਕੱਢ ਸਕਦੇ ਹਾਂ। ਬਾਈਗ੍ਰਾਮ ਦਾ ਮਤਲਬ ਕੀ ਹੈ ਕਿ ਨਾਲ ਜੁੜਵੇਂ ਦੋ ਅੱਖਰ, ਜਿਵੇਂ ਕੰਮ ਕਰਦਾ, ਖੁਸ਼ ਹਾਂ, ਖੜਾ ਸੀ, ਗਿਆ ਸੀ, ਨਾਲ ਦੋ ਅਕਸ਼ਰ ਲੱਗੇ ਹੋਣ। ਸੋ ਉਹ ਆਪਾਂ ਨੂੰ ਉਹਦੀ ਫ੍ਰੀਕੁਐਂਸੀ ਵੀ ਦੱਸ ਦੇਗਾ ਵੀ ਇਹ ਜਿਹੜਾ ਫਰੇਜ਼ ਹੈ ਇਹ ਕਿੰਨੀ ਵਾਰੀ ਆ ਰਿਹਾ। ਦੈਨ ਆਪਣੇ ਕੋਲ ਆ ਗਿਆ ਪੰਜਾਬੀ ਫੌਂਟ ਕਨਵਰਟਰ। ਇਹਦੇ ਵਿੱਚ ਆਪਣੇ ਕੋਲ ਪੰਜਾਬੀ ਫੌਂਟ ਕਨਵਰਟਰ ਵੀ ਹੈ। ਤੁਸੀਂ ਆਪਣਾ ਟੈਕਸਟ ਇੱਥੇ ਆਪਣਾ ਐਂਟਰ ਕਰੋਗੇ ਤਾਂ ਇਹਨੇ ਕੀ ਕਰਨਾ ਹੈ, ਆਪਾਂ ਫੌਂਟ ਸਿਲੈਕਟ ਕਰ ਸਕਦੇ ਵੀ ਕਿਹੜਾ ਫੌਂਟ ਹੈ, ਉਹਨੂੰ ਕਲਿੱਕ ਕਰੋਗੇ ਫੌਂਟ ਕਨਵਰਟਰ ਤੇ ਇਹ ਤੁਹਾਨੂੰ ਯੂਨੀਕੋਡ ਦੇ ਵਿੱਚ ਕਨਵਰਟ ਕਰਕੇ ਵਾਪਸ ਕਰ ਦੇਗਾ। ਟ੍ਰਾਂਸਲਿਟਰੇਸ਼ਨ ਦਾ ਮਤਲਬ ਕੀ ਹੈ ਕਿ ਮੈਂ ਜਿਵੇਂ ਪਹਿਲਾਂ ਵੀ ਗੱਲ ਕਰ ਚੁੱਕਿਆ ਕਿ ਮੰਨ ਲਓ ਆਪਾਂ ਉਹਦਾ ਮਤਲਬ ਨਹੀਂ ਸਮਝਣਾ, ਬਸ ਉਹਨੂੰ ਦੂਸਰੇ ਲੈਂਗੁਏਜ ਦੇ ਵਿੱਚ ਟ੍ਰਾਂਸਲੇਟ ਕਰ ਦੇਣਾ। ਜਿਵੇਂ ਇੰਗਲਿਸ਼ 'ਚ ਕਪਿਲ ਲਿਖਿਆ, ਇੱਥੇ ਪੰਜਾਬੀ 'ਚ ਕਪਿਲ ਲਿਖਤਾ, ਇੱਥੇ ਪੰਜਾਬੀ 'ਚ ਪਟਿਆਲਾ ਲਿਖਤਾ, ਫਿਰ ਵਿਸ਼ਾਲ ਨੂੰ ਪੰਜਾਬੀ 'ਚ ਲਿਖਤਾ, ਪੰਜਾਬ ਨੂੰ ਲਿਖਤਾ, ਅੰਮ੍ਰਿਤਸਰ ਨੂੰ। ਸੋ ਕੋਈ ਵੀ ਇਹਨੂੰ ਇੰਗਲਿਸ਼ ਦਾ ਟੈਕਸਟ ਦਿਓਗੇ ਇਹਨੇ ਉਸਨੂੰ ਇੰਗਲਿਸ਼ ਦੇ ਵਿੱਚ ਤੁਹਾਨੂੰ ਲਿਖ ਕੇ ਦੇ ਦੇਣਾ ਹੈ। ਕੋਈ ਵੀ ਪੰਜਾਬੀ 'ਚ ਦਿਓਗੇ ਉਹਨੂੰ ਇੰਗਲਿਸ਼ 'ਚ ਕਰ ਦੇਣਾ, ਇੰਗਲਿਸ਼ 'ਚ ਦਿਓਗੇ ਪੰਜਾਬੀ 'ਚ ਦੇ ਦੇਗਾ। ਸੋ ਇਹ ਆਪਣੇ ਕੋਲ ਛੋਟਾ ਜਿਹਾ ਪ੍ਰੋਗਰਾਮ ਹੈ ਜਿਹਦੇ ਵਿੱਚ ਇੱਧਰਲੇ ਪਾਸੇ ਤੁਸੀਂ ਕੋਈ ਇੰਗਲਿਸ਼ ਦਾ ਟੈਕਸਟ ਇਹਨੂੰ ਦੇ ਦਿਓ ਤੇ ਇਹਨੇ ਉਹਨੂੰ ਪੰਜਾਬੀ ਦੇ ਵਿੱਚ ਤੁਹਾਨੂੰ ਟ੍ਰਾਂਸਲਿਟਰੇਟ ਕਰਕੇ ਦੇ ਦੇਣਾ ਹੈ, ਰਾਈਟ। ਅੱਛਾ, ਪਾਰਟ ਆਫ ਸਪੀਚ ਟੈਗਰ ਕੀ ਹੁੰਦਾ? ਇਹ ਥੋੜਾ ਜਿਹਾ ਰਿਸਰਚ ਦਾ ਟੌਪਿਕ ਹੈ ਜਿਹਦੇ ਵਿੱਚ ਮੰਨ ਲਓ ਇੱਕ ਆਲਾ ਪੈਰਾਗ੍ਰਾਫ ਅਸੀਂ ਇਹਨੂੰ ਦੇ ਰਹੇ ਹਾਂ। ਇਸ ਪੈਰਾਗ੍ਰਾਫ ਦੇ ਵਿੱਚ ਅਸੀਂ ਗ੍ਰਾਮੈਟੀਕਲ ਇਨਫੋਰਮੇਸ਼ਨ ਐਡ ਕਰਨਾ ਚਾਹੁੰਦੇ ਹਾਂ ਵੀ ਆ ਜਿਹੜਾ ਜੇ ਹੈ ਉਹ ਕੀ ਹੈ, ਲਾਈਕ CC_CCS ਹੈ। ਦੋ ਨੂੰ ਆਪਾਂ ਕੁਆਂਟੀਫਾਇਰ ਕਰਨੇ ਆ, ਠੀਕ ਹੈ। ਜੇ ਕਿ ਕੋਈ ਲਿੰਗੁਇਸਟ ਦਾ ਬੰਦਾ ਹੋਵੇ ਤਾਂ ਉਹਨੂੰ ਕਹਿ ਸਕਦੇ ਹਾਂ ਵੀ ਕੁਆਂਟੀਫਾਇਰ ਹੈ। ਫਿਰ ਆਪਣੇ ਕੋਲ ਇੰਟਰਜੈਂਕਸ਼ਨਸ ਹੁੰਦੇ ਨੇ, ਰਾਈਟ। ਫਿਰ ਆਪਣੇ ਕੋਲ ਵਰਬ ਹੈ, ਨਾਊਨ ਹੈ, ਐਗਜ਼ੈਲਰੀ ਵਰਬ ਹੈ। ਸੋ ਇਹ ਐਡਜੈਕਟਿਵਸ ਹੈ। ਸੋ ਇਹ ਹਰੇਕ ਵਰਡ ਦੇ ਨਾਲ ਗ੍ਰਾਮੈਟੀਕਲ ਇਨਫੋਰਮੇਸ਼ਨ ਐਡ ਕਰਕੇ ਤੁਹਾਨੂੰ ਆਊਟਪੁੱਟ ਦੇ ਦੇਗਾ। ਸੋ ਇਹਨੂੰ ਕਹਿੰਦੇ ਆ ਪਾਰਟ ਆਫ ਸਪੀਚ ਟੈਗਰ। ਪੰਜਾਬੀ ਦੇ ਹਰੇਕ ਅੱਖਰ ਦੇ ਨਾਲ ਉਹ ਗ੍ਰਾਮੈਟੀਕਲ ਇਨਫੋਰਮੇਸ਼ਨ ਨੂੰ ਐਡ ਕਰਕੇ ਤੁਹਾਨੂੰ ਆਊਟਪੁੱਟ ਦੇ ਦੇਗਾ। ਸਟੈਮਰ, ਤੁਸੀਂ ਕੋਈ ਸਟੈਮਰ ਹੈ, ਤੁਹਾਡੇ ਕੋਲ ਕੋਈ ਇਨਪੁਟ ਟੈਕਸਟ ਹੈ, ਉਹਨੂੰ ਤੁਸੀਂ ਸਟੈਮਿੰਗ ਕਰਨਾ ਚਾਹੁੰਦੇ ਹੋ। ਸਟੈਮਰ ਮਤਲਬ ਰੂਟ ਵਰਡ ਫਾਈਂਡ ਆਊਟ ਕਰਨਾ ਹੈ। ਸੋ ਇਹ ਰੂਟ ਵਰਡ ਇਹਨੂੰ ਪੂਰੇ ਨੂੰ ਰੂਟ ਫਾਰਮ ਦੇ ਵਿੱਚ ਕਨਵਰਟ ਕਰ ਦੇਗਾ। ਕੋਈ ਵੀ ਇਨਪੁਟ ਟੈਕਸਟ ਹੋਣਗੇ ਇਹਨੇ ਉਹਦੇ ਰੂਟ ਵਰਡਸ ਦੇ ਵਿੱਚ ਉਹਨੂੰ ਕਨਵਰਟ ਕਰ ਦੇਣਾ। ਸੋ ਮਸ਼ੀਨ ਟ੍ਰਾਂਸਲੇਸ਼ਨ ਸਿਸਟਮ ਹੈ, ਤੁਸੀਂ ਇਸ ਵੈਬਸਾਈਟ ਤੇ ਜਾ ਸਕਦੇ ਹੋ। ਔਰ ਮੈਨੂੰ ਖੁਸ਼ੀ ਹੈ ਇਹ ਦੱਸਦੇ ਹੋਏ ਕਿ ਇਹ ਮੇਰਾ PhD ਦਾ ਟੌਪਿਕ ਸੀ ਜਿਹੜਾ ਕਿ ਮੈਂ ਬਣਾਇਆ ਸੀ h2p.learnpunjabi.org। ਔਰ ਪ੍ਰੋਫੈਸਰ ਗੁਰਪ੍ਰੀਤ ਸਿੰਘ ਲਹਿਲ ਮੇਰੇ ਗੁਰੂ ਸਨ ਔਰ ਗੁਰੂ ਹੈ ਵੀ ਹੁਣ ਵੀ, ਔਰ ਉਹਨਾਂ ਤੋਂ ਬਹੁਤ ਚੀਜ਼ਾਂ ਸਿੱਖ ਰਹੇ ਹਾਂ ਅਸੀਂ। ਸੋ ਇਹਦੇ ਵਿੱਚ ਦੋ ਚੀਜ਼ਾਂ ਨੇ, ਸਟੈਂਡਰਡ ਪੰਜਾਬੀ ਦੇ ਵਿੱਚ ਤੁਸੀਂ ਟ੍ਰਾਂਸਲੇਟ ਕਰਨਾ ਹੈ ਕਿ ਮਲਵਈ ਡਾਇਲੈਕਟ ਦੇ ਵਿੱਚ ਟ੍ਰਾਂਸਲੇਟ ਕਰਨਾ ਹੈ। ਸੋ ਮਲਵਈ ਦੇ ਵਿੱਚ ਵੀ ਇਹ ਟ੍ਰਾਂਸਲੇਟ ਕਰਨ ਨੂੰ ਸਮਰਥ ਹੈ। ਸੋ ਬਹੁਤ ਜਰਨਲਿਸਟ ਵਰਲਡ ਵਾਈਡ ਇਹਨੂੰ ਯੂਜ਼ ਕਰ ਰਹੇ ਨੇ, ਤੁਸੀਂ ਵੀ ਕਿਰਪਾ ਕਰਕੇ ਇਹਨੂੰ ਯੂਜ਼ ਕਰਕੇ ਦੇਖੋ। ਆਈ ਹੋਪ ਕਿ ਤੁਹਾਨੂੰ ਪਸੰਦ ਆਏਗਾ। ਸੋ ਇਹ ਇੱਕ ਇੰਟਰਫੇਸ ਹੈ ਹਿੰਦੀ ਟੂ ਪੰਜਾਬੀ ਮਸ਼ੀਨ ਟ੍ਰਾਂਸਲੇਸ਼ਨ ਸਿਸਟਮ ਦਾ। ਇਸ ਤਰ੍ਹਾਂ ਉਰਦੂ ਟੂ ਪੰਜਾਬੀ ਮਸ਼ੀਨ ਟ੍ਰਾਂਸਲੇਸ਼ਨ ਸਿਸਟਮ ਹੈ ਸਾਡੇ ਕੋਲ ਜਿਹੜਾ ਤੁਸੀਂ ਵਰਤ ਸਕਦੇ ਹੋ। ਅੱਗੇ ਇਹ ਤੁਹਾਡੇ ਵਾਸਤੇ ਵੀ ਕੰਮ ਆ ਸਕਦਾ ਮਲਟੀ ਵਰਡ ਐਕਸਪ੍ਰੈਸ਼ਨ। ਜਿਵੇਂ ਆਪਾਂ ਕਹਿੰਦੇ ਆ ਕਿ ਨਾਗ ਪੰਚਮੀ, ਦੈਨਿਕ ਭਾਸਕਰ, ਉੱਤਰ ਭਾਰਤ, ਇਹ ਸਾਰੇ ਮਲਟੀ ਵਰਡ ਐਕਸਪ੍ਰੈਸ਼ਨਸ ਨੇ। ਫਰੇਜ਼ਿਸ ਕੱਢਣੇ ਹੋਣ ਪੰਜਾਬੀ ਦੇ ਟੈਕਸਟ ਦੇ ਵਿੱਚੋਂ, ਇੰਗਲਿਸ਼ ਦੇ ਟੈਕਸਟ ਦੇ ਵਿੱਚੋਂ, ਇੰਗਲਿਸ਼ ਪੰਜਾਬੀ ਦੇ ਪੈਰਲਲ ਫਰੇਜ਼ਿਸ ਕੱਢਣੇ ਹੋਣ
ਤਾਂ ਇਹ ਵੈਬਸਾਈਟ ਤੇ ਚਲੇ ਜਾਓ, ਉੱਥੇ ਤੁਹਾਨੂੰ ਕਾਫੀ ਮਟੀਰੀਅਲ ਜਿਹੜਾ ਹੈ ਤੁਹਾਨੂੰ ਕਾਫੀ ਕਾਮਯਾਬ ਹੋ ਜਾਓਗੇ ਇਹਦੇ ਚ। ਮਲਟੀ ਵਰਡ ਐਕਸਪ੍ਰੈਸ਼ਨ mwe.vishalpup.in ਵੈਬਸਾਈਟ ਤੇ ਜਾਓਗੇ ਤਾਂ ਤੁਸੀਂ ਜਿਹੜਾ ਹੈ ਇਸ ਨੂੰ ਕਰ ਸਕਦੇ ਹੋ। ਇੱਕ ਤੁਸੀਂ ਕਰ ਜਿਵੇਂ ਆਪਾਂ ਵਿਕੀਪੀਡੀਆ ਯੂਜ਼ ਕਰਦੇ ਹਾਂ, ਵਿਕੀਪੀਡੀਆ ਦੇ ਉੱਤੇ ਬਹੁਤ ਸਾਰਾ ਟੈਕਸਟ ਅਵੇਲੇਬਲ ਹੈ ਲੇਕਿਨ ਪੈਰਲਲ ਕਾਰਪੋਰਾ ਅਵੇਲੇਬਲ ਨਹੀਂ ਹੈ। ਜੇ ਤੁਸੀਂ ਇਸ ਵੈਬਸਾਈਟ ਤੇ ਜਾ ਕੇ ਕੋਈ ਵੀ ਕੰਪੇਅਰੇਬਲ ਕਾਰਪੋਰਾ ਇਹਨੂੰ ਦੇ ਦਿੰਦੇ ਹੋ ਤੇ ਉਹਦੇ ਵਿੱਚੋਂ ਇਹ ਪੈਰਲਲ ਕਾਰਪਸ ਕੱਢ ਕੇ ਤੁਹਾਨੂੰ ਦੇ ਦੇਗਾ। ਮੰਨ ਲਓ ਪੰਜਾਬੀ ਦਾ ਕੋਈ ਵੀ ਜੰਕ ਟੈਕਸਟ ਤੁਸੀਂ ਦੇਤਾ, ਨਾਲੇ ਇੰਗਲਿਸ਼ ਦਾ ਵੀ ਉਹਨੂੰ ਦੇਤਾ, ਉਹਨੇ ਆਪਣੇ ਆਪ ਹੀ ਪੈਰਲਲ ਟ੍ਰਾਂਸਲੇਸ਼ਨਸ ਜਾਂ ਕੱਢ ਕੇ ਤੁਹਾਨੂੰ ਆਮਣੇ ਸਾਹਮਣੇ ਲਿਆ ਕੇ ਸਾਹਮਣੇ ਰੱਖ ਦੇਣੀ ਹੈ। ਸੋ ਇਹਦੇ ਵਿੱਚ ਤੁਸੀਂ ਪੰਜਾਬੀ ਦਾ ਟੈਕਸਟ ਇੱਥੇ ਦੋਗੇ, ਰਾਈਟ, ਇੱਥੇ ਪੰਜਾਬੀ ਦਾ ਟੈਕਸਟ ਦੇ ਦੋਗੇ, ਇੱਥੇ ਇੰਗਲਿਸ਼ ਦਾ ਟੈਕਸਟ ਦੇ ਦੋਗੇ, ਇਹਨੇ ਇੱਥੇ ਤੁਹਾਨੂੰ ਅਲਾਈਨ ਕਰਕੇ ਇੰਗਲਿਸ਼ ਪੰਜਾਬੀ ਦਾ ਡਾਟਾ ਜਿਹੜਾ ਹੈ ਕੱਢ ਕੇ ਦੇ ਦੇਣਾ। ਸੋ ਇਹ ਵੈਸੇ ਬੜਾ ਇੱਕ ਨਵਿਖਲਾ ਜਿਹਾ ਸਿਸਟਮ ਹੈ ਜਿਹੜਾ ਅਸੀਂ ਬਣਾ ਰਹੇ ਹਾਂ। ਨੋ ਡਾਊਟ ਹੈ ਪੰਜਾਬੀ ਦੇ ਨਾਲ ਅਗਲੇ ਪੜਾਅ ਦੇ ਵਿੱਚ ਅਸੀਂ ਜੋੜਨ ਜਾ ਰਹੇ ਹਾਂ ਨੂੰ, ਪਰ ਹਾਲੇ ਇੰਗਲਿਸ਼ ਹੈ। ਔਰ ਹਾਲ ਦੀ ਘੜੀ ਅਸੀਂ ਇੱਕ ਪ੍ਰੋਜੈਕਟ ਬਣਾ ਰਹੇ ਹਾਂ, ਜਿਵੇਂ ਰੇਲਵੇ ਸਟੇਸ਼ਨਸ ਤੇ ਤੁਸੀਂ ਜਾਂਦੇ ਹੋ ਤਾਂ ਜਿਹੜੇ ਡੈਫ ਬੰਦੇ ਨੇ ਉਹਨਾਂ ਨੂੰ ਨਹੀਂ ਪਤਾ ਚੱਲਦਾ ਵੀ ਅਨਾਉਂਸਮੈਂਟ ਕੀ ਹੋ ਰਹੀ ਹੈ। ਸੋ ਅਸੀਂ ਉਹਨਾਂ ਵਾਸਤੇ ਅਨਾਉਂਸਮੈਂਟ ਸਿਸਟਮ ਬਣਾ ਰਹੇ ਹਾਂ ਉਹਨਾਂ ਦੀ ਲੈਂਗੁਏਜ ਦੇ ਵਿੱਚ, ਜੈਸਚਰ ਬੇਸਡ। ਮਤਲਬ ਕੋਈ ਵੀ ਅਨਾਉਂਸਮੈਂਟ ਹੋ ਰਹੀ ਹੋਏਗੀ ਤਾਂ ਉਹਨਾਂ ਦੀ ਜੈਸਚਰ ਦੇ ਵਿੱਚ ਜਿਹੜੀ ਹੈ ਉਹ ਅਨਾਉਂਸਮੈਂਟ ਹੋਏਗੀ, ਸਕਰੀਨ ਦੇ ਉੱਤੇ ਆਇਆ ਕਰੇਗੀ। ਸੋ ਕੋਈ ਵੀ ਇੰਗਲਿਸ਼ ਦਾ ਮੈਟਰ ਹੈ ਉਹਨੂੰ ਅਸੀਂ ਆਟੋਮੈਟਿਕਲੀ ਉਹਨਾਂ ਦੀ ਲੈਂਗੁਏਜ ਦੇ ਵਿੱਚ ਟਰਾਂਸਲੇਟ ਕਰ ਪਾ ਰਹੇ ਹਾਂ। ਸੋ ਇਹ ਕਾਰਟੂਨ ਦੇ ਥਰੂ ਇਸ ਨੂੰ ਟਰਾਂਸਲੇਸ਼ਨ ਹੁੰਦੀ ਹੈ ਸਾਰੀ। ਸੋ ਤੁਸੀਂ ਸਾਰਿਆਂ ਨੇ ਪਲੇਜ਼ਮ ਡਿਟੈਕਸ਼ਨ ਟੂਲ ਪੜ੍ਹਿਆ ਹੋਏਗਾ, ਕੁਝ ਟੀਚਰਸ ਨੇ ਜਿਹੜੇ ਰਿਸਰਚ ਵੀ ਕਰ ਰਹੇ ਹੋਣਗੇ। ਸੋ ਤੁਹਾਨੂੰ ਪਤਾ ਹੋਣਾ ਹੈ ਕਿ ਅਸੀਂ ਉਰਕੁੰਡ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵਰਤਦੇ ਹਾਂ, ਜਿੰਨੇ ਥਰੂ ਆਪਾਂ ਸਾਹਿਤਕ ਚੋਰੀ ਨੂੰ ਫੜ ਲੈਂਦੇ ਹਾਂ। ਸੋ ਉਹ ਪੰਜਾਬੀ ਵਾਸਤੇ ਬਹੁਤ ਜ਼ਿਆਦਾ ਵਧੀਆ ਵਰਤਦਾ ਨਹੀਂ ਹੈ, ਯੂਜ਼ ਨਹੀਂ ਹੁੰਦਾ, ਠੀਕ ਨਹੀਂ ਰਿਜ਼ਲਟ ਦਿੰਦਾ। ਉਹਦੇ ਵਾਸਤੇ ਹੀ ਸਾਨੂੰ ਮਿਨਿਸਟਰੀ ਵੱਲੋਂ 20 ਲੱਖ ਰੁਪਏ ਦਿੱਤੇ ਗਏ ਸੀ ਪ੍ਰੋਜੈਕਟ ਬਣਾਉਣ ਨੂੰ। ਅਸੀਂ shodhmapak.co.in ਇੱਕ ਵੈਬਸਾਈਟ ਬਣਾਈ ਹੈ ਜਿਹੜਾ ਕਿ ਸਿਰਫ ਪੰਜਾਬੀ ਤੇ ਹਿੰਦੀ ਵਰਤੇ ਬਹੁਤ ਵਧੀਆ ਕੰਮ ਕਰ ਰਿਹਾ। ਸੋ ਇਹ ਪੰਜਾਬੀ ਤਾਂ ਕੋਈ ਵੀ ਇਹਨੂੰ ਤੁਸੀਂ ਡਾਕੂਮੈਂਟ ਦਓਗੇ ਤਾਂ ਇਹ ਨੈਟ ਤੋਂ ਜਾਂ ਸਾਡੀ ਰੈਪੋਜ਼ਿਟਰੀ ਤੋਂ ਲੱਭ ਕੇ ਦੱਸੇਗਾ ਵੀ ਇਹਲਾ ਮੈਟਰ ਕਿੱਥੋਂ ਕਿੱਥੋਂ ਚੋਰੀ ਕੀਤਾ ਗਿਆ ਹੈ, ਜੇ ਚੋਰੀ ਕੀਤਾ ਗਿਆ ਹੋਵੇਗਾ ਤਾਂ। ਇਹ ਬਹੁਤ ਹੀ ਅੱਛਾ ਸੌਫਟਵੇਅਰ ਹੈ, ਵਰਤ ਕੇ ਦੇਖਣਾ, shodhmapak.co.in। ਇਹ ਸਪੈਸ਼ਲੀ ਪੰਜਾਬੀ ਔਰ ਹਿੰਦੀ ਵਾਸਤੇ ਹੀ ਕੰਮ ਕਰਦਾ ਹੈ। ਫਿਰ ਉਸ ਤੋਂ ਬਾਅਦ ਸੈਂਟੀਮੈਂਟ ਐਨਾਲਿਸਿਸ। ਅੱਜ ਕੱਲ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਕਿ ਆਪਾਂ ਬਹੁਤ ਸਾਰੇ ਟਵੀਟਸ ਕਰਦੇ ਹਾਂ ਜਾਂ ਆਪਣੇ ਕੋਲ ਬਹੁਤ ਸਾਰੇ ਰਿਵਿਊਜ਼ ਹੁੰਦੇ ਨੇ, ਤਾਂ ਉਹਨਾਂ ਨੂੰ ਆਪਾਂ ਦੇਖਣਾ ਹੁੰਦਾ ਕਿਉਂਕਿ ਉਹਦੇ ਵਿੱਚ ਇੰਗਲਿਸ਼ ਵੀ ਵਰਤੀ ਹੁੰਦੀ ਹੈ, ਪੰਜਾਬੀ ਵੀ ਵਰਤੀ ਹੁੰਦੀ ਹੈ। ਸੋ ਉਹਨੂੰ ਆਪਾਂ ਕਹਿੰਦੇ ਹਾਂ ਇੰਗਲਿਸ਼ ਪੰਜਾਬੀ ਕੋਡ ਮਿਕਸਡ ਡੇਟਾ, ਰਾਈਟ। ਸੋ ਉਹਨਾਂ ਨੂੰ ਤੁਸੀਂ ਦੇਖਣਾ ਹੋਵੇ ਵੀ ਇਹ ਪੋਜ਼ਿਟਿਵ ਹੈ ਕਿ ਇਹ ਨੈਗੇਟਿਵ ਹੈ ਕਿ ਨਿਊਟਰਲ ਹੈ। ਸੋ ਇਸ ਵੈਬਸਾਈਟ ਤੇ ਜਾਓ, ਆਪਣੇ ਮੈਟਰ ਨੂੰ ਉਹਦੇ ਤੇ ਪਾਓ ਔਰ ਚੈੱਕ ਕਰੋ। SAT ਸੈਂਟੀਮੈਂਟ ਐਨਾਲਿਸਿਸ ਟੂਲ ਬਹੁਤ ਅੱਛਾ ਵੈਬਸਾਈਟ ਹੈ, sat.vishalpup.in ਤੇ ਚਲਾ ਕੇ ਦੇਖਣਾ, ਇਹ ਬਹੁਤ ਅੱਛੇ ਰਿਜ਼ਲਟਸ ਦੇ ਰਿਹਾ। ਫਿਰ ਇੰਗਲਿਸ਼ ਟੂ ਪੰਜਾਬੀ ਮਸ਼ੀਨ ਟ੍ਰਾਂਸਲੇਸ਼ਨ ਸਿਸਟਮ, ਇਹ ਰਿਜ਼ਲਟਸ ਨਹੀਂ ਅੱਛੇ ਦੇ ਰਿਹਾ, ਪਰ ਅਸੀਂ ਇੱਕ ਉਪਰਾਲਾ ਕਰ ਰਹੇ ਹਾਂ ਔਰ ਕੋਸ਼ਿਸ਼ ਹੈ ਕਿ ਸਾਲ ਦੇ ਅੰਦਰ ਅੰਦਰ ਬਹੁਤ ਅੱਛਾ ਅਸੀਂ ਸਿਸਟਮ ਡਿਵੈਲਪ ਕਰ ਲਾਂਗੇ। ਪਰ ਫਿਰ ਵੀ ਮੈਂ ਗੁਜ਼ਾਰਿਸ਼ ਕਰਾਂਗਾ ਤੁਸੀਂ ਇਹਨੂੰ ਵਰਤ ਕੇ ਦੇਖੋ ਔਰ ਆਪਣੇ ਇਨਪੁਟ ਸਾਨੂੰ ਦਿਓ। epmt.vishalpup.in। NFR ਰੈਜ਼ੋਲੂਸ਼ਨ ਬਹੁਤ ਹੀ ਔਖਾ ਟੌਪਿਕ ਹੈ ਜਿਹੜਾ ਅਸੀਂ ਕੰਮ ਕਰ ਰਹੇ ਹਾਂ, ਜਿੰਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਰਾਮ ਨੇ ਸ਼ਾਮ ਦੀ ਮਦਦ ਕੀਤੀ, ਉਹ ਬੜਾ ਹੀ ਚੰਗਾ ਹੈ। ਹੁਣ ਉਹ ਕੌਣ ਹੈ, ਰਾਮ ਹੈ ਕਿ ਸ਼ਾਮ ਹੈ? ਸੋ ਇਹ ਸਾਡਾ ਰਿਸਰਚ ਦਾ ਟੌਪਿਕ ਹੈ ਜਿੰਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ। ਪੰਜਾਬੀ ਸਟੈਮਰ, ਪੰਜਾਬੀ ਲੈਮੇਟਾਈਜੇਸ਼ਨ, ਜੇ ਕੋਈ ਟੈਕਸਟ ਪਾਉਂਗੇ ਤਾਂ ਉਹਨੂੰ ਸਟੈਮ ਰੂਟ, ਉਹਦੇ ਸਟੈਮ ਦੱਸਣਗੇ, ਇਹਦਾ ਸਟੈਮਰ ਕੌਣ ਹੈ, ਇਹਦੀ ਸਟੈਮਿੰਗ ਕਰਕੇ ਤੁਹਾਨੂੰ ਵਾਪਸ ਰੂਟੀਨ ਵਾਪਸ ਕਰ ਦੇਗਾ। ਸੋ ਇਹ ਵੈਬਸਾਈਟ ਹੈ ਜਿਹੜੀ ਕਿ ਤੁਹਾਨੂੰ ਮੈਂ ਸਾਰੇ ਟੂਲਸ ਦੱਸੇ ਨੇ ਜਿਹੜੇ ਕਿ ਇੱਥੇ ਅਵੇਲੇਬਲ ਨੇ। ਇਹ ਪੰਜਾਬੀ ਸਟੈਮਰ ਦੀ ਇੱਕ ਝਲਕ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ। ਸੋ ਦੈਨ ਪੰਜਾਬੀ ਟੂ ਇੰਗਲਿਸ਼ ਔਰ ਇੰਗਲਿਸ਼ ਟੂ ਪੰਜਾਬੀ ਟ੍ਰਾਂਸਲਿਟਰੇਸ਼ਨ ਬਾਰੇ ਮੈਂ ਗੱਲ ਕਰ ਚੁੱਕਿਆ ਹਾਂ, ਇਹ ਵੀ ਉਸੇ ਵੈਬਸਾਈਟ ਤੇ ਅਵੇਲੇਬਲ ਹੈ। ਇਹ ਉਹਦੇ ਰਿਜ਼ਲਟਸ ਨੇ। ਪਾਰਟ ਆਫ ਸਪੀਚ ਟੈਗਰ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਇਹ ਅਸੀਂ ਟੈਗਸ ਨੇ ਜਿਹੜੇ ਕਿ ਅਸੀਂ ਥੋੜੇ ਜਿਹੇ ਇਹਦੇ 'ਚ ਵਰਤੇ ਹੈ। ਇਹ NFR ਰੈਜ਼ੋਲੂਸ਼ਨ ਹੈ। ਇਹ ਪੰਜਾਬੀ ਦੇ ਆਨਲਾਈਨ ਟ੍ਰਾਂਸਲੇਸ਼ਨ ਟੂਲਸ ਨੇ ਜਿਹੜੇ ਕਿ ਤੁਸੀਂ ਯੂਜ਼ ਕਰ ਸਕਦੇ ਹੋ। ਇੱਕ translate.google.com ਆਈ ਨੋ ਕਿ ਤੁਸੀਂ ਵਰਤਦੇ ਰਹੇ ਹੋ, ਪਰ ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਕਿ ਜਿਹੜਾ ਆਲਾ ਆਨਲਾਈਨ ਆਨਲਾਈਨ ਡੌਕ ਟ੍ਰਾਂਸਲੇਟਰ ਹੈ, ਇਹਨੂੰ ਵਰਤ ਕੇ ਦੇਖਣਾ। ਇਹਦੀ ਟ੍ਰਾਂਸਲੇਸ਼ਨ ਬਹੁਤ ਅੱਛੀ ਹੈ ਇੰਗਲਿਸ਼ ਟੂ ਪੰਜਾਬੀ ਦੀ, ਔਰ ਹਿੰਦੀ ਟੂ ਪੰਜਾਬੀ ਵਾਸਤੇ H2P, ਪੰਜਾਬੀ ਟੂ ਵਾਸਤੇ P2H। ਬਾਕੀ ਅੱਖਰ ਸੌਫਟਵੇਅਰ ਤੁਸੀਂ ਵਰਤੋ, ਬਹੁਤ ਅੱਛਾ ਹੈ। ਇਹ IBM ਦੁਆਰਾ ਬਣਾਇਆ ਗਿਆ ਹੈ, ਇਹ ਭਾਰਤ ਸਰਕਾਰ ਦੁਆਰਾ ਬਣਾਇਆ ਗਿਆ ਹੈ। ਇਹ ਸਿਸਟਰਨ ਬਹੁਤ ਪੁਰਾਣਾ ਹੈ। ਸੋ ਇਹ ਇੱਕ ਟ੍ਰਾਂਸਲੇਸ਼ਨ ਟੂਲਸ ਨੇ ਜਿਨ੍ਹਾਂ ਨੂੰ ਵਰਤ ਸਕਦੇ ਹੋ, ਕਿਉਂਕਿ ਅੱਜ ਹੁਣ ਜ਼ਮਾਨਾ ਆ ਰਿਹਾ ਹੈ ਜਿੰਦੇ ਵਿੱਚ ਆਪਾਂ ਐਜੂਕੇਸ਼ਨ ਜਿਹੜੀ ਹੈ ਉਹ ਆਪਣੀ ਰੀਜਨਲ ਲੈਂਗੁਏਜਸ ਦੇ ਵਿੱਚ ਪ੍ਰੋਵਾਈਡ ਕਰਨੀ ਹੈ।
ਸੋ ਹੁਣ ਆਪਾਂ ਨੂੰ ਸਾਰੀਆਂ ਮਟੀਰੀਅਲ ਨੂੰ ਪੰਜਾਬੀ ਦੇ ਵਿੱਚ ਵੀ ਮੁਹੱਈਆ ਕਰਾਉਣ ਦਾ ਬੀੜਾ ਚੱਕਣਾ ਪੈਣਾ ਹੈ, ਔਰ ਨੋ ਡਾਊਟ ਮੈਨੂਅਲ ਟਰਾਂਸਲੇਸ਼ਨ ਹੀ ਸਭ ਤੋਂ ਬੈਸਟ ਹੈ, ਪਰ ਫਾਸਟਨ ਕਰਨ ਲਈ ਇੱਕ ਇੰਪਟਸ ਲਈ ਆਪਾਂ ਇਹਨਾਂ ਨੂੰ ਟਰਾਂਸਲੇਟ ਕਰਨ ਤੋਂ ਬਾਅਦ ਆਪਾਂ ਉਹਦੀ ਪ੍ਰੂਫ ਰੀਡਿੰਗ ਕਰਕੇ ਠੀਕ ਕਰ ਸਕਦੇ ਹਾਂ। ਸੋ ਇਹ ਆਨਲਾਈਨ ਫੌਂਟ ਕਨਵਰਟਰਸ ਨੇ ਜਿਹੜੇ ਕਿ ਮੈਂ ਨੈਟ ਤੋਂ ਲੱਭ ਕੇ ਤੁਹਾਡੇ ਵਾਸਤੇ ਇੱਕ ਲਿਸਟ ਬਣਾਈ ਹੈ। ਸੋ ਕਾਈਂਡਲੀ ਇਹਨੂੰ ਯੂਜ਼ ਕਰੋ। fc.learnpunjabi.org ਬਹੁਤ ਅੱਛੇ ਰਿਜ਼ਲਟਸ ਨੇ। ਮੈਂ ਕਹਾਂਗਾ ਕਿ ਇਸ ਨੂੰ ਯੂਜ਼ ਕਰਕੇ ਦੇਖੋ, ਤੁਹਾਡੇ ਵਾਸਤੇ ਸਾਰਾ ਮੈਟਰ ਜਿਹੜਾ ਹੈ ਯੂਨੀਕੋਡ ਦੇ ਵਿੱਚ ਔਨ ਦਾ ਕਲਿੱਕ ਆਫ ਦਾ ਬਟਨ ਟਰਾਂਸਲੇਟ ਹੋ ਜਾਏਗਾ। ਇਹ ਆਨਲਾਈਨ ਪੰਜਾਬੀ ਟੂਲਸ ਨੇ ਜਿਹੜੇ ਕਿ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਲਾਹੇਵੰਦ ਹੋ ਸਕਦੇ ਨੇ, ਜਿਹੜੇ ਕਿ ਮੈਂ ਨੈਟ ਤੋਂ ਇੱਕ ਰੈਪੋਜ਼ਿਟਰੀ ਬਣਾਈ ਹੈ। ਸੋ ਇਹ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂਗਾ, ਕੁਐਸਚਨ ਆਨਸਰਸ ਤੇ ਜ਼ਿਆਦਾ ਜਾਵਾਂਗਾ। ਤੁਸੀਂ ਇਹਨਾਂ ਸਾਰਿਆਂ ਨੂੰ ਵਰਤ ਕੇ ਦੇਖੋ, ਇੱਕ ਇੱਕ ਵੈਬਸਾਈਟ ਨੂੰ ਜਾਓ, ਔਰ ਇਹ ਕਾਫੀ ਆਈ ਥਿੰਕ ਤੁਹਾਡੇ ਵਾਸਤੇ ਸਭ ਵਾਸਤੇ ਬੈਨੀਫੀਸ਼ੀਅਲ ਹੋਣਗੇ। ਸੋ ਇੱਕ ਕਾਫੀ ਵੱਡੀ ਲਿਸਟ ਹੈ ਜਿਹੜੀ ਮੈਂ ਕੱਲ ਸਾਰਾ ਦਿਨ ਬੈਠ ਕੇ ਤੁਹਾਡੇ ਵਾਸਤੇ ਕੰਪਾਈਲ ਕੀਤੀ ਹੈ। ਸੋ ਕਾਈਂਡਲੀ ਰਿਕੁਐਸਟ ਹੈ ਕਿ ਇਹਨਾਂ ਨੂੰ ਵਰਤੋ, ਔਰ ਬਾਹਰਾ ਫੌਂਟ ਹੈ, ਕੁਇਲਪੋਰਟ ਪੈਡ ਹੈ, ਇਹ ਤੁਹਾਡੇ ਵਾਸਤੇ ਕਾਫੀ ਜ਼ਿਆਦਾ ਯੂਜ਼ਫੁਲ ਹੋਣਗੇ। ਸੋ ਆਈ ਥਿੰਕ ਮੈਂ ਜੇ ਹੁਣ ਕੁਐਸਚਨ ਆਨਸਰਸ ਲੈਣਾ ਚਾਹਾਂਗਾ, ਪਲੀਜ਼ ਤੁਸੀਂ ਆਪਣੇ ਕੁਐਰੀਜ਼ ਪਲੀਜ਼ ਦੱਸੋ ਮੈਨੂੰ।